कल पश्चिमी अफ्रीकी देश गांबिया विच एक बहुत भयानक घटना वापरी है जिथे अपने दिल के टुकड़ियां नूं बीमारियां तो मुक्त रखने लई एक दवाई का सेवन करवाया गया सी, जिस कारण 66 मासूमां की मौत हो गई है। साडे लई यह शर्म का बायस इस करके है कि यह दवाई भारत विच तैयार की गई सी, जिसने 66 घरां दे दीवे गुल कर दिते है। कुछ समा पहला जी मैं यही शब्द वरतूंगा, कुछ समा पहला डॉक्टर प्रोफैसर वकील इन्हां नूं बहुत उच्चा दर्जा दिता जाता सी। बिल्कुल रब समझ जाते, रब समझ जाते सी, क्योंकि डॉक्टर है जिहड़ा वो मौत तो बचाउण दा सी। ये कहंदे सी रब है जी, दूजा रब है, ये मौत तो बचा लैंदा है। बाकी तो मैनूं पता नहीं है, कनेडा बारे मैनूं नहीं पता, होर चीज़ां बारे, पर इंडिया बारे मैं बिल्कुल दावे नाल कह सकदा कि अगर तुहानूं कोई प्रॉब्लम होगी तो तुसीं किसी डॉक्टर कोले चले गए तो समझो कि तुसीं मौत खरीद ली। बिल्कुल ये कहा जाता अक्सर। बिल्कुल बिल्कुल साडा देश है जिहड़ा जी वो ऐसियां जड़ी बूटियां वास्ते मन्निया गया है जिहड़ियां मरदे बंदे दे मूँह दे विच पा दिओ तुसीं ते वो मरदा बंदा भी जिउंदा हो सकदा सी, जख्मी बंदा जिउंदा हो सकदा सी। इंसान नूं बचाउण वास्ते संजीवनी बूटियां वर्गियां चीज़ां उन्होंने खोजियां सी। असीं उह सारे कुछ नूं भुल के अज पैसे की दौड़ दे विच इन्ने अन्ने हो गए हैं कि असीं जहरां बनाउणियां शुरू कर दित्तियां। आयुष का डिपार्टमेंट कितना वड्डा है, हैल्थ का डिपार्टमेंट कितना वड्डा है भारत सरकार का जी, कि ये सारे बंदे आ जिहड़े वो चैक नहीं कर सके। बिल्कुल ते जे चैक नहीं कर सके तो फिर देश का जिहड़ा नुकसान होया है, देश की इज्जत के उत्ते वट्टा लग्या है। मैं समझदा भी ये सारे बंदे जिम्मेवार ने, ड्रग इंस्पैक्टर तो लैके वो सारिਆਂ तक। 66 बच्चे जिहड़े मारे गए है वो दवाई दे विच की अजिहा सीगा जी जिहदे करके एडी वड्डी घटना ये वापरी है। ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ 4 ਸਿਰਪ ਹੈ ਕੰਪਨੀ ਦੇ, ਸ਼ਾਇਦ ਤੁਹਾਨੂੰ ਵੀ ਪਤਾ ਹੋਊਗਾ। ਬਿਲਕੁਲ ਬਿਲਕੁਲ ਜੀ ਬਿਲਕੁਲ, ਜਿਵੇਂ ਪ੍ਰੋਮੈਥਾਜ਼ਿਨ ਓਰਲ ਸੋਲੂਸ਼ਨ ਹੈ, ਕੋਫੈਕਸਮੈਲਿਨ ਬੇਬੀ ਕਫ ਸਿਰਪ ਹੈ, ਮੈਕਫ ਕਫ ਬੇਬੀ ਕਫ ਸਿਰਪ ਹੈ, ਮੈਗ੍ਰਿਪਨ ਕੋਲਡ ਸਿਰਪ ਹੈ। ਇਹ 4 ਸਿਰਪ ਹੈ ਜਿਨ੍ਹਾਂ ਦੇ ਵਿੱਚ ਵੱਧ ਪਾਈ रेडियो इंडिया KRPA 1110 AM ਨਾਲ जुड़े समूह ਸਰੋਤਿਆਂ ਦਾ ਵਕਾਰੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਪ੍ਰਵਾਨ ਕਰਿਓ ਜੀ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਡੇ ਨਾਲ ਲਾਈਵ ਜੁੜਨਾ ਚਾਹੁੰਦੇ ਹੋ, ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ www.radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਸਾਡੇ ਨਾਲ ਲਾਈਵ ਜੁੜ ਸਕਦੇ ਹੋ ਜੀ। ਜੇਕਰ ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਵਿਸ਼ੇ ਨਾਲ ਸੰਬੰਧਿਤ ਕੋਈ ਸਵਾਲ, ਕੋਈ ਜਾਣਕਾਰੀ ਜਾਂ ਕੋਈ ਤਜਰਬਾ ਸਾਂਝਾ ਕਰਨਾ ਚਾਹੋ ਤਾਂ 604 592 9191 604 592 9191 ਡਾਇਲ ਕਰਕੇ ਤੁਸੀਂ ਕਿਸੇ ਵਕਤ ਸਾਡੇ ਨਾਲ ਜੁੜ ਸਕਦੇ ਹੋ ਤੇ ਆਪਣੀ ਗੱਲ ਰੱਖ ਸਕਦੇ ਹੋ ਜੀ। ਸੋ ਆਓ ਅਸੀਂ ਅੱਜ ਦੇ ਵਿਸ਼ੇ ਵੱਲ ਵਧਦੇ ਹਾਂ। ਸਾਡਾ ਅੱਜ ਦਾ ਵਿਸ਼ਾ ਹੈ ਬਾਲਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀਆਂ ਨੇ ਭਾਰਤੀ ਦਵਾਈ ਕੰਪਨੀਆਂ, ਜ਼ਿੰਮੇਵਾਰ ਕੌਣ? ਸਾਡੇ ਅੱਜ ਦੇ ਇਸ ਵਿਸ਼ੇ ਨੂੰ ਵਿਸਥਾਰ ਦੇਣ ਲਈ ਵਿਚਾਰ ਚਰਚਾ ਪ੍ਰੋਗਰਾਮ ਵਿੱਚ ਸਾਡੇ ਮਹਿਮਾਨ ਹਨ ਨਹਿਰੂ ਯੁਵਾ ਕੇਂਦਰ ਦੇ ਸਾਬਕਾ ਸਟੇਟ ਡਾਇਰੈਕਟਰ ਅਤੇ ਸਮਾਜਿਕ ਵਿਸ਼ਿਆਂ ਤੇ ਚਿੰਤਕ ਸਰਦਾਰ ਜਗਜੀਤ ਸਿੰਘ ਜੀ ਮਾਨ। ਮਾਨ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਵਿਚਾਰ ਚਰਚਾ ਜੀ। ਸ਼ੁਕਰੀਆ ਭੰਮ ਸਾਹਿਬ ਜੀ। ਇਸ ਤੋਂ ਬਾਅਦ ਹਾਲਾਂਕਿ ਸਾਡੇ ਨਾਲ ਸਾਡੇ ਦੂਜੇ ਮਹਿਮਾਨ ਵੀ ਹੋਣਗੇ, ਲੇਕਿਨ ਉਹ ਅਸੀਂ ਉਹਨਾਂ ਨੂੰ ਬਾਅਦ ਵਿੱਚ ਸ਼ਾਮਲ ਕਰਾਂਗੇ ਪ੍ਰੋਗਰਾਮ ਦੇ ਵਿੱਚ। ਉਹ ਹੋਣਗੇ ਡਾਕਟਰ ਜਗਮੋਹਨ ਕੌਰ ਜੀ ਢਿੱਲੋਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਕੱਲ ਪੱਛਮੀ ਅਫਰੀਕੀ ਦੇਸ਼ ਗਾਂਬੀਆ ਵਿੱਚ ਇੱਕ ਬਹੁਤ ਭਿਆਨਕ ਘਟਨਾ ਵਾਪਰੀ ਹੈ ਜਿੱਥੇ ਆਪਣੇ ਦਿਲ ਦੇ ਟੁਕੜਿਆਂ ਨੂੰ ਬਿਮਾਰੀਆਂ ਤੋਂ ਮੁਕਤ ਰੱਖਣ ਲਈ ਇੱਕ ਦਵਾਈ ਦਾ ਸੇਵਨ ਕਰਵਾਇਆ ਗਿਆ ਸੀ, ਜਿਸ ਕਾਰਨ 66 ਮਾਸੂਮਾਂ ਦੀ ਮੌਤ ਹੋ ਗਈ ਹੈ। ਸਾਡੇ ਲਈ ਇਹ ਸ਼ਰਮ ਦਾ ਬਾਇਸ ਇਸ ਕਰਕੇ ਹੈ ਕਿ ਇਹ ਦਵਾਈ ਭਾਰਤ ਵਿੱਚ ਤਿਆਰ ਕੀਤੀ ਗਈ ਸੀ, ਜਿਸ ਨੇ 66 ਘਰਾਂ ਦੇ ਦੀਵੇ ਗੁੱਲ ਕਰ ਦਿੱਤੇ ਹੈ। ਬਹੁਤ ਸਾਰੇ ਯੂਰਪੀਅਨ ਦੇਸ਼ਾਂ ਵਿੱਚ ਬੈਨ ਕੀਤੀ ਗਈ ਇਸ ਖਤਰਨਾਕ ਦਵਾਈ ਦਾ ਭਾਰਤ ਵਿੱਚ ਨਿਰਮਾਣ ਅਤੇ ਇਸ ਦੀ ਵਿਕਰੀ ਜ਼ੋਰਾਂ ਤੇ ਹੈ। ਇਹ ਕਾਤਲ ਜ਼ਹਿਰੀਲੀ ਦਵਾਈ ਭਾਰਤ ਵਿੱਚ ਤਿਆਰ ਹੋ ਕੇ ਅਫਰੀਕੀ ਦੇਸ਼ਾਂ ਵਿੱਚ ਭੇਜੀ ਗਈ ਸੀ, ਜਿੱਥੇ ਇਸ ਨੇ ਮੌਤ ਦਾ ਤਾਂਡਵ ਕੀਤਾ। ਵਿਸ਼ਵ ਭਰ ਵਿੱਚ ਨਫ਼ਰਤ ਦਾ ਪਾਤਰ ਬਣੀ ਭਾਰਤੀ ਦਵਾਈ ਕਾਰਨ ਦੇਸ਼ ਦਾ ਸਿਰ ਨੀਵਾਂ
ਹੋਇਆ ਤੇ ਹੁਣ ਸੱਪ ਦੇ ਲੰਘ ਜਾਣ ਪਿੱਛੋਂ ਅਸੀਂ ਲਕੀਰ ਨੂੰ ਕੁੱਟ ਰਹੇ ਹਾਂ। ਦਵਾਈ ਦੇ ਸੈਂਪਲ ਭਰੇ ਜਾ ਰਹੇ ਹਨ, ਇਸ ਤੇ ਪਾਬੰਦੀ ਲਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਪਰ ਸਭ ਕੁਝ ਰਾਜਨੀਤਿਕ ਲੋਕਾਂ ਵੱਲੋਂ ਦੱਬੀ ਜ਼ੁਬਾਨ ਵਿੱਚ ਕੀਤਾ ਜਾ ਰਿਹਾ ਹੈ। ਆਖਰ ਕੀ ਸੀ ਇਹ ਦਵਾਈ? ਇਸ ਵਿੱਚ ਕਿਹੜਾ ਅਜਿਹਾ ਜ਼ਹਿਰੀਲਾ ਤੱਤ ਸੀ ਜਿਸ ਨੇ ਸਿਰਫ ਅਫਰੀਕਾ ਵਿੱਚ ਹੀ ਨਹੀਂ ਸਗੋਂ ਭਾਰਤ ਵਿੱਚ ਵੀ ਕਈ ਥਾਈਂ ਆਪਣਾ ਅਸਰ ਵਿਖਾਇਆ ਹੈ? ਸੋ ਆਓ ਅਸੀਂ ਇਸ ਵਿਸ਼ੇ ਦੀ ਪੜਚੋਲ ਕਰਦੇ ਹਾਂ। ਵਿਸ਼ਵ ਸਿਹਤ ਸੰਗਠਨ WHO ਨੇ ਬੁੱਧਵਾਰ ਨੂੰ ਭਾਰਤ ਦੀ ਫਾਰਮਾਸਿਊਟੀਕਲ ਕੰਪਨੀ ਦੁਆਰਾ ਬਣਾਏ ਗਏ 4 ਖੰਘ ਸਿਰਪਾਂ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਉਤਪਾਦ ਮਾਪਦੰਡਾਂ ਤੇ ਖਰਾ ਨਹੀਂ ਸੀ ਉਤਰਦੇ, ਉਹ ਸੁਰੱਖਿਅਤ ਨਹੀਂ ਸੀ। ਖਾਸ ਕਰਕੇ ਬੱਚਿਆਂ ਵਿੱਚ ਇਹਨਾਂ ਦੀ ਵਰਤੋਂ ਕਰਕੇ ਬਹੁਤ ਗੰਭੀਰ ਸਮੱਸਿਆ ਜਾਂ ਮੌਤ ਦਾ ਖਤਰਾ ਪੈਦਾ ਹੁੰਦਾ ਹੈ ਔਰ ਉਹ ਹੋ ਵੀ ਚੁੱਕਾ ਹੈ। WHO ਨੇ ਕਿਹਾ ਕਿ ਗਾਂਬੀਆ ਵਿੱਚ ਗੁਰਦੇ ਦੇ ਗੰਭੀਰ ਫੇਲ ਹੋਣ ਕਾਰਨ 66 ਬੱਚਿਆਂ ਦੀ ਮੌਤ ਹੋ ਗਈ ਹੈ ਤੇ ਸੰਭਵ ਹੈ ਕਿ ਕਿਉਂਕਿ ਇਹ ਇਸ ਦਵਾਈ ਦੇ ਸੇਵਨ ਤੋਂ ਬਾਅਦ ਹੋਇਆ ਹੈ ਤਾਂ ਇਸ ਕਰਕੇ ਉਹਨਾਂ ਦੇ ਬੱਚਿਆਂ ਦੀ ਮੌਤ ਵੀ ਇਸੇ ਦਵਾਈ ਨਾਲ ਹੋਈ ਮੰਨੀ ਜਾ ਰਹੀ ਹੈ। ਇਹ ਜਿਹੜੇ ਉਤਪਾਦ ਹੈ ਹੁਣੇ ਹੀ ਮਤਲਬ ਕਿ ਗਾਂਬੀਆ ਵਿੱਚ ਭੇਜੇ ਗਏ ਸਨ। ਉਹਨਾਂ ਨੇ ਰਿਪੋਰਟ ਕੀਤੀ ਹੈ ਕਿ ਖੰਘ ਦੇ ਸਿਰਪ ਵਿੱਚ ਡਾਈਥੀਲੀਨ ਗਲਾਈਕੋਲ ਅਤੇ ਇਥੀਲੀਨ ਗਲਾਈਕੋਲ ਦੀ ਇੰਨੀ ਮਾਤਰਾ ਹੁੰਦੀ ਹੈ ਕਿ ਇਸ ਦਾ ਕਾਰਨ ਮਨੁੱਖਾਂ ਲਈ ਘਾਤਕ ਹੋ ਸਕਦਾ ਹੈ। ਦਰਅਸਲ ਇਹਨਾਂ ਮਿਸ਼ਰਣਾਂ ਕਾਰਨ ਭਾਰਤ ਵਿੱਚ ਬੱਚਿਆਂ ਸਮੇਤ 33 ਲੋਕਾਂ ਦੀ ਜਾਨ ਪਹਿਲਾਂ ਜਾ ਚੁੱਕੀ ਹੈ, ਪਰ ਇਹਨਾਂ ਮਿਸ਼ਰਣਾਂ ਤੇ ਅਜੇ ਤੱਕ ਪਾਬੰਦੀ ਨਹੀਂ ਲਗਾਈ ਗਈ। ਇਹ ਜਿਹੜੇ 4 ਸਿਰਪ ਨੇ ਜਿਨ੍ਹਾਂ ਨੂੰ ਅਸੀਂ ਜੀਵਨ ਰੱਖਿਅਕ ਹੈ, ਬੱਚਿਆਂ ਦੀਆਂ ਬੜੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਇਹਨਾਂ ਦੇ ਉੱਤੇ ਅੰਕਿਤ ਹੁੰਦੀਆਂ ਨੇ, ਜਿਨ੍ਹਾਂ ਨੂੰ ਵੇਖ ਕੇ ਸਾਨੂੰ ਆਪਣੇ ਬੱਚੇ ਯਾਦ ਆਉਂਦੇ ਆ। ਫਿਰ ਅਸੀਂ ਮਾੜੀ ਜਿਹੀ ਵੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਸਭ ਤੋਂ ਪਹਿਲਾਂ ਇਹਨਾਂ ਨੂੰ ਇਹ ਦਵਾਈ ਦੇ ਦਈਏ ਤੇ ਬੱਚੇ ਸਾਡੇ ਸੁਰੱਖਿਅਤ ਹੋ ਜਾਣਗੇ। ਦਰਅਸਲ ਅਸੀਂ ਇੱਕ ਭੁਲੇਖੇ 'ਚ ਹੁੰਦੇ ਹਾਂ, ਅਸੀਂ ਇੱਕ ਬਹੁਤ ਖਤਰਨਾਕ ਖੇਡ ਖੇਡ ਰਹੇ ਹੁੰਦੇ ਹਾਂ ਕਿਉਂਕਿ ਇਹ ਦਵਾਈ ਬਹੁਤ ਜ਼ਿਆਦਾ ਜ਼ਹਿਰੀਲੀ ਹੁੰਦੀ ਹੈ। ਪ੍ਰੋਮੈਥਾਜ਼ੋਨ ਔਰਲ ਜਿਹੜੀ ਹੈ ਸੋਲੂਸ਼ਨ ਨਾਂ ਦੀ ਇੱਕ ਦਵਾਈ ਹੈ। ਇੱਕ ਹੈਗੀ ਹੈ ਜੀ ਕੋਫਾ ਮੈਕਲਿਨ ਮਾਰਕ ਆਫ ਬੇਬੀ ਕਫ ਸਿਰਪ ਹੈ, ਮਾਰਗ੍ਰਿਪ ਐਂਡ ਕੋਲਡ ਸਿਰਪ ਹੈ। ਇਹ ਸਾਰੇ 4 ਦਵਾਈਆਂ ਜਿਹੜੀਆਂ ਇਹ ਭਾਰਤ ਦੇ ਵਿੱਚ ਬਣਦੀਆਂ ਔਰ ਇਹਨਾਂ ਦੇ ਜਿਹੜੇ ਨਿਰਮਾਣ ਦੇ ਕੇਂਦਰ ਨੇ ਉਹ ਹਰਿਆਣਾ ਦੇ ਵਿੱਚ ਹੈ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ। 2 ਥਾਈਂ ਇਸ ਦਵਾਈ ਨੂੰ ਬਣਾਇਆ ਜਾਂਦਾ ਹੈ। WHO ਨੇ ਹੁਣ ਮੈਡੀਕਲ ਪ੍ਰੋਡਕਟ ਅਲਰਟ ਜਾਰੀ ਕੀਤਾ ਹੈ। ਇਹ ਨਾ ਸਿਰਫ ਗਾਂਬੀਆ ਵਰਗੇ ਦੇਸ਼ਾਂ ਲਈ ਬਲਕਿ ਭਾਰਤ ਲਈ ਵੀ ਬਹੁਤ ਗੰਭੀਰ ਹੈ। ਜੇ ਮਾਮਲਾ ਬੱਚਿਆਂ ਨਾਲ ਸੰਬੰਧਿਤ ਹੈ ਤਾਂ ਚੇਤਾਵਨੀਆਂ ਦੇ ਅਰਥ ਵਧੇਰੇ ਜਿਹੜੇ ਗੰਭੀਰ ਵੀ ਹੋ ਜਾਂਦੇ ਆ, ਵਿਆਪਕ ਵੀ ਹੋ ਜਾਂਦੇ ਆ। ਬਹੁਤ ਸਾਰੇ ਸਵਾਲ ਨੇ ਉਦਾਹਰਨ ਵਜੋਂ ਕਿ ਕਿਸ ਵਿਸਤ੍ਰਿਤ ਰਿਪੋਰਟ ਹੈ ਜਿਸ ਨੇ ਭਾਰਤੀ ਕੰਪਨੀ ਲਈ ਇਹ ਪੈਦਾ ਕੀਤੇ ਨੇ, ਕੀ ਇਹ ਸ਼ਰਬਤ ਭਾਰਤ ਵਿੱਚ ਵੇਚੇ ਜਾ ਰਹੇ ਨੇ, ਕੀ ਇਹ ਸੱਚਮੁੱਚ ਖਤਰਨਾਕ ਨੇ? ਬਹੁਤ ਸਾਰੇ ਇਸ ਤਰ੍ਹਾਂ ਦੇ ਸਵਾਲ ਨੇ। ਸੋ ਇਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ WHO ਦੀ ਰਿਪੋਰਟ ਜੋ ਕਹਿ ਰਹੀ ਹੈ ਉਹਦੇ ਅਨੁਸਾਰ ਅਲਰਟ ਜਾਰੀ ਹੋਣ ਤੋਂ ਤੁਰੰਤ ਬਾਅਦ ਭਾਸਕਰ ਤੇ ਹੋਰ ਜਿਹੜੀਆਂ ਸੰਸਥਾਵਾਂ ਸੀਗੀਆਂ ਇਹਨਾਂ ਦੇ ਮਾਹਰਾਂ ਨੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਪਾਇਆ ਗਿਆ ਕਿ ਜਿਸ ਕੰਪਨੀ ਦਾ ਸਿਰਫ ਸਵਾਲਾਂ ਦੇ ਘੇਰੇ ਵਿੱਚ ਹੈ ਉਸਨੇ ਵੈਬਸਾਈਟ ਨੂੰ ਆਪਦੀ ਨੂੰ ਬੰਦ ਕਰ ਦਿੱਤਾ ਹੈ ਤਾਂ ਜੋ ਲੋਕਾਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਾ ਮਿਲ ਸਕੇ। ਬੱਚਿਆਂ ਦੇ ਮਾਹਰ ਅਤੇ ਬੱਚਿਆਂ ਦੇ ਮਾਹਰ ਵਿਵੇਕ ਸ਼ਰਮਾ ਡਾਕਟਰ ਉਹ ਬੋਲਦੇ ਨੇ ਕਿ WHO ਦੀ ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਕਿ ਮਿਸ਼ਰਣ ਡਾਈਥੀਲੀਨ ਗਲਾਈਕੋਲ ਅਤੇ ਇਥੀਲੀਨ ਗਲਾਈਕੋਲ ਇੱਕ ਕਾਰਬਨ ਮਿਸ਼ਰਣ ਹੈ। ਇਸ ਵਿੱਚ ਨਾ ਤਾਂ ਖੁਸ਼ਬੂ ਹੁੰਦੀ ਹੈ ਤੇ ਨਾ ਹੀ ਰੰਗ ਹੁੰਦਾ ਹੈ, ਪਰ ਇਹ ਮਿੱਠਾ ਹੁੰਦਾ ਹੈ। ਬੱਚਿਆਂ ਦੇ ਸ਼ਰਬਤ ਸਿਰਫ ਇਸ ਲਈ ਪਾਏ ਜਾਂਦੇ ਹਨ ਤਾਂ ਜੋ ਬੱਚੇ ਇਸ ਨੂੰ ਆਸਾਨੀ ਨਾਲ ਪੀ ਸਕਣ, ਇਸ ਲਈ ਇਸ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ ਔਰ ਇਸ ਮਿਸ਼ਰਣ ਨੂੰ ਦਵਾਈਆਂ ਵਿੱਚ ਵੱਧ ਤੋਂ ਵੱਧ 0.14 ਮਿਲੀਗ੍ਰਾਮ ਤੱਕ ਜਿਹੜਾ ਹੈ ਪ੍ਰਤੀ ਕਿਲੋ ਦੇ ਵਿੱਚ ਮਿਲਾਇਆ ਜਾ ਸਕਦਾ ਹੈ। ਜੇ ਇਸ ਨੂੰ ਪ੍ਰਤੀ ਕਿਲੋਗ੍ਰਾਮ 1 ਗ੍ਰਾਮ ਤੋਂ ਵੱਧ ਮਿਲਾਇਆ ਜਾਂਦਾ ਹੈ ਤਾਂ ਇਹ ਮੌਤ ਦਾ ਕਾਰਨ ਬਣ ਜਾਂਦੀ ਹੈ। WHO ਜਾਂ ਇਹਨਾਂ ਕੰਪਨੀਆਂ ਨੇ ਮੌਤ ਦਾ ਕਾਰਨ ਬਣਨ ਵਾਲੀਆਂ ਇਹਨਾਂ ਦਵਾਈਆਂ ਵਿੱਚੋਂ ਇਹਨਾਂ ਮਿਸ਼ਰਣਾਂ ਦਾ ਮਾਤਰ ਦਾ ਖੁਲਾਸਾ ਨਹੀਂ ਕੀਤਾ, ਪਰ ਨੁਕਸਾਨ ਜਿਹੜਾ ਉਹ ਬਹੁਤ ਵੱਡਾ ਹੋਇਆ ਹੈ, ਇਹ 'ਚ ਕੋਈ ਸ਼ੱਕ ਨਹੀਂਗਾ, ਕਿਉਂਕਿ 66 ਘਰਾਂ ਦੇ ਦੀਵੇ ਗੁੱਲ ਹੋ ਜਾਣੇ। ਬੱਚੇ ਦੀ ਮੌਤ ਤਾਂ ਇੱਕ ਵੀ ਜਰਨੀ ਔਖੀ ਲੱਗਦੀ ਹੈ।
ਅਸੀਂ ਜਿੱਦੇ ਜਿੱਦੇ ਛੋਟੇ ਬੱਚਿਆਂ ਦੀਆਂ ਮੌਤਾਂ ਹੋਈਆਂ ਨੇ ਉਹਨਾਂ ਬੱਚਿਆਂ ਦੇ ਅਸੀਂ ਮਤਲਬ ਕਿ ਕੋਈ ਛੋਟਾ ਜਿਹਾ ਵੀ ਉਹਨਾਂ ਦਾ ਦੁੱਖ ਜਿਹੜਾ ਨਹੀਂ ਸਹਾਰ ਸਕਦੇ, ਉਹਨਾਂ ਨੂੰ ਚਪੇੜ ਤੱਕ ਵੀ ਜਿਹੜੀ ਮਾਰਨੀ ਸਾਡੇ ਵਾਸਤੇ ਗੁਨਾਹ ਸਮਝੀ ਜਾਂਦੀ ਹੈ, ਉਹਨੂੰ ਅਸੀਂ ਆਪਦੇ ਹੱਥੀਂ ਉਹ ਜ਼ਹਿਰ ਦੇਤਾ ਜਿਹਦੇ ਬਾਰੇ ਸਾਨੂੰ ਪਤਾ ਨਹੀਂ ਸੀ। ਸੋ ਮਾਨ ਸਾਹਿਬ, ਅਸੀਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਆਖਿਰ ਇਹ ਕੀ ਕਹਿੰਦੇ ਕੀ ਨੇ, ਇਹ ਮਿਸ਼ਰਣ ਕਿਸ ਤਰ੍ਹਾਂ ਦਾ ਮਿਸ਼ਰਣ ਸੀ ਜਾਂ ਇਸ ਤਰ੍ਹਾਂ ਕਿਸ ਤਰ੍ਹਾਂ ਇਹ ਨੁਕਸਾਨ ਹੋਇਆ ਜੀ? ਜੀ ਪੰਮ ਸਾਹਿਬ, ਸਭ ਤੋਂ ਪਹਿਲਾਂ ਤਾਂ ਰੇਡੀਓ ਇੰਡੀਆ ਕੈਨੇਡਾ ਦੇ ਸਾਰੇ ਦਰਸ਼ਕਾਂ ਦਾ, ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਜੀ ਆਇਆਂ ਕਹਿਣਾ। ਔਰ ਤੁਹਾਡਾ ਵੀ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਅੱਜ ਫੇਰ ਇੱਥੇ ਗੱਲਬਾਤ ਕਰਨ ਦਾ ਮੌਕਾ ਦਿੱਤਾ ਹੈ। ਪੰਮ ਸਾਹਿਬ, ਕੁਝ ਸਮਾਂ ਪਹਿਲਾਂ ਜੀ ਮੈਂ ਇਹੀ ਸ਼ਬਦ ਵਰਤੂੰਗਾ, ਕੁਝ ਸਮਾਂ ਪਹਿਲਾਂ ਡਾਕਟਰ, ਪ੍ਰੋਫੈਸਰ, ਵਕੀਲ ਇਹਨਾਂ ਨੂੰ ਬਹੁਤ ਉੱਚਾ ਦਰਜਾ ਦਿੱਤਾ ਜਾਂਦਾ ਸੀ। ਬਿਲਕੁਲ, ਰੱਬ ਸਮਝੇ ਜਾਂਦੇ ਸੀ, ਕਿਉਂਕਿ ਡਾਕਟਰ ਹੈ ਜਿਹੜਾ ਉਹ ਮੌਤ ਤੋਂ ਬਚਾਉਣ ਦਾ ਸੀ, ਇਹ ਕਹਿੰਦੇ ਸੀ ਰੱਬ ਹੈ ਜੀ, ਦੂਜਾ ਰੱਬ ਹੈ, ਇਹ ਮੌਤ ਤੋਂ ਬਚਾ ਲੈਂਦਾ ਹੈ। ਪ੍ਰੋਫੈਸਰ, ਟੀਚਰ, ਉਹ ਪੜ੍ਹਾਈ ਵਾਸਤੇ ਸੀ, ਬੱਚੇ ਨੂੰ ਉੱਚੇ ਅਹੁਦਿਆਂ ਤੇ ਜਾਣ ਵਾਸਤੇ ਮਦਦ ਕਰਦੇ ਸੀ। ਤੇ ਵਕੀਲ ਹੈ ਜਿਹੜਾ ਉਹ ਅਦਾਲਤ ਦੇ ਵਿੱਚ ਸੱਚ ਬੋਲਦੇ ਸੀ ਤੇ ਸੱਚ ਬੋਲ ਕੇ ਇਨਸਾਨ ਨੂੰ ਬਚਾ ਲੈਂਦੇ ਸੀ। ਪਰ ਅੱਜ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਇਸ ਮੋੜ ਤੇ ਆ ਕੇ ਖੜ ਗਏ ਹਾਂ। ਅੱਜ ਆਪਾਂ ਗੱਲ ਕਰਾਂਗੇ ਡਾਕਟਰਾਂ ਦੀ, ਕਿ ਡਾਕਟਰਾਂ ਕੋਲੇ ਅਸੀਂ ਜਾਂਦੇ ਹਾਂ ਕਿ ਸਾਡੀ ਕੋਈ ਬਿਮਾਰੀ ਹੈ, ਸਾਨੂੰ ਠੀਕ ਹੋ ਜੂਗੀ। ਬਾਕੀ ਤਾਂ ਮੈਨੂੰ ਪਤਾ ਨਹੀਂ ਹੈ, ਕੈਨੇਡਾ ਬਾਰੇ ਮੈਨੂੰ ਨਹੀਂ ਪਤਾ, ਹੋਰ ਚੀਜ਼ਾਂ ਬਾਰੇ, ਪਰ ਇੰਡੀਆ ਬਾਰੇ ਮੈਂ ਬਿਲਕੁਲ ਦਾਅਵੇ ਨਾਲ ਕਹਿ ਸਕਦਾ ਕਿ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੋਗੀ ਤੇ ਤੁਸੀਂ ਕਿਸੇ ਡਾਕਟਰ ਕੋਲੇ ਚਲੇ ਗਏ ਤੇ ਸਮਝੋ ਕਿ ਤੁਸੀਂ ਮੌਤ ਖਰੀਦ ਲਈ। ਬਿਲਕੁਲ, ਇਹ ਕਿਹਾ ਜਾਂਦਾ ਅਕਸਰ। ਬਿਲਕੁਲ, ਕਿਉਂਕਿ ਮੇਰੇ ਨਾਲ ਆਪਦੇ ਨਾਲ ਵੀ ਬਹੁਤ ਸਾਰੀਆਂ ਚੀਜ਼ਾਂ ਵਾਪਰੀਆਂ, ਮੈਂ ਪਰਸਨਲ ਉਦਾਹਰਨਾਂ ਦੇ ਕੇ ਵੀ ਤੁਹਾਨੂੰ ਸਮਝਾਉਂਗਾ। ਪੰਮ ਸਾਹਿਬ, ਗੱਲ ਇਹ ਹੈ ਕਿ ਸਾਡਾ ਦੇਸ਼ ਹੈ ਜਿਹੜਾ ਜੀ, ਉਹ ਐਸੀਆਂ ਜੜੀ ਬੂਟੀਆਂ ਵਾਸਤੇ ਮੰਨਿਆ ਗਿਆ ਹੈ ਜਿਹੜੀਆਂ ਮਰਦੇ ਬੰਦੇ ਦੇ ਮੂੰਹ ਦੇ ਵਿੱਚ ਪਾ ਦਿਓ ਤੁਸੀਂ ਤੇ ਉਹ ਮਰਦਾ ਬੰਦਾ ਵੀ ਜਿਉਂਦਾ ਹੋ ਸਕਦਾ ਸੀ, ਜ਼ਖਮੀ ਬੰਦਾ ਜਿਉਂਦਾ ਹੋ ਸਕਦਾ ਸੀ। ਜੇ ਆਪਾਂ ਗੱਲ ਕਰੀਏ ਰਮਾਇਣ ਕਾਲ ਦੀ, ਤੇ ਜਦੋਂ ਲਕਸ਼ਮਣ ਜੀ ਨੂੰ, ਕਿਉਂਕਿ ਆਪਾਂ ਦੁਸਹਿਰਾ ਮਨਾ ਕੇ ਹਟੇ ਹਾਂ ਜੀ ਕੱਲ ਹੀ, ਲਕਸ਼ਮਣ ਜੀ ਨੂੰ ਮੂਰਛਾ ਆਈ ਜਦੋਂ, ਤੇ ਉਦੋਂ ਸੰਜੀਵਨੀ ਬੂਟੀ ਨਾਂ ਦੀ ਜਗ੍ਹਾ, ਸੰਜੀਵਨੀ ਬੂਟੀ ਨਾਂ ਦੀ ਬੂਟੀ ਸਾਡੇ ਕੋਲੇ ਸੀਗੀ ਜਿਹੜੀ ਕਿ ਹਨੂਮਾਨ ਜੀ ਹਿਮਾਲਾ ਪਰਬਤ ਤੋਂ ਲੈ ਕੇ ਆਏ। ਉਹਨਾਂ ਨੇ ਉਹਨੂੰ ਕੁੱਟ ਕੇ ਨਿਚੋੜ ਕੇ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਤੇ ਉਹ ਬਿਲਕੁਲ ਮੌਤ ਦੇ ਦਰ ਤੋਂ ਵਾਪਸ ਆ ਗਏ। ਬਿਲਕੁਲ ਇਸ ਤਰ੍ਹਾਂ ਦਾ ਨਾਂ ਸੀ ਸਾਡਾ। ਸਾਡੇ ਰਿਸ਼ੀਆਂ ਮੁਨੀਆਂ ਨੇ ਐਸੀਆਂ ਜੜੀ ਬੂਟੀਆਂ ਖੋਜੀਆਂ ਹਿਮਾਲਾ ਦੇ ਵਿੱਚੋਂ, ਹੋਰ ਥਾਵਾਂ ਦੇ ਉੱਤੋਂ, ਕਿ ਜਿਹੜੀਆਂ ਬੰਦੇ ਨੂੰ ਵਾਕਈ ਜਿਉਂਦਾ ਕਰ ਸਕਦੀਆਂ ਸੀ। ਕੋਈ ਵੀ ਅਸਾਧ ਬਿਮਾਰੀ ਹੈ ਜਿਹੜੀ ਉਹ ਠੀਕ ਕਰ ਸਕਦੀਆਂ ਸੀ, ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਜ਼ਖਮ ਹੈ ਉਹਨੂੰ ਠੀਕ ਕਰ ਸਕਦੀਆਂ ਸੀ। ਅੱਜ ਵੀ ਜੇ ਆਪਾਂ ਆਯੁਰਵੈਦਿਕ ਦੀ ਗੱਲ ਕਰੀਏ ਤੇ ਆਯੁਰਵੈਦਿਕ ਕੋਲੇ ਬਹੁਤ ਕੁਝ ਐਸਾ ਹੈਗਾ ਜਿਹਦੇ ਨਾਲ ਇਨਸਾਨ ਨੂੰ ਰਸੋਈ ਦੇ ਵਿੱਚੋਂ ਹੀ ਚੀਜ਼ਾਂ ਮਿਲ ਜਾਂਦੀਆਂ ਕਿ ਜਿਹੜੀਆਂ ਅਸੀਂ ਵਰਤ ਸਕਦੇ ਹਾਂ। ਬਿਲਕੁਲ, ਪਰ ਇਹ ਸਾਡੀ ਅੰਗਰੇਜ਼ਾਂ ਦੀ ਦਿੱਤੀ ਹੋਈ ਐਲੋਪੈਥੀ ਹੈ ਜਿਹੜੀ। ਬੇਸ਼ੱਕ ਸਾਰੇ ਡਾਕਟਰ ਇੱਕੋ ਜਿਹੇ ਨਹੀਂ ਹੁੰਦੇ, ਸਾਰੀਆਂ ਦਵਾਈ ਵਾਲੀਆਂ ਕੰਪਨੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹੋ ਸਕਦੇ। ਪਰ ਇਹਨਾਂ ਦੀ ਆੜ ਦੇ ਵਿੱਚ ਜਿਹੜੀਆਂ ਦਵਾਈ ਵਾਲੀਆਂ ਕੰਪਨੀਆਂ ਉਹਨਾਂ ਨੇ ਬਹੁਤ ਗਿਣਤੀ ਡਾਕਟਰਾਂ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ। ਹੁਣ ਡਾਕਟਰਾਂ ਨੂੰ ਕਿਹੜਾ ਪਤਾ ਨਹੀਂ ਹੁੰਦਾ ਕਿ ਕਿਹੜੀ ਦਵਾਈ ਲਿਖੀ ਹੈ ਔਰ ਮੈਂ ਲਿਖ ਰਿਹਾ ਤੇ ਇਸ ਦਵਾਈ ਦੇ ਵਿੱਚ ਕਿਹੜੇ ਸਾਲਟ ਹੈ। ਬਿਲਕੁਲ 100% ਡਾਕਟਰ ਨੂੰ ਪਤਾ ਹੁੰਦਾ ਹੈ, ਕਿਉਂਕਿ ਉਹ ਤਾਂ ਮਾਹਰ ਹੈ ਇਸ ਗੱਲ ਦਾ। ਪਰ ਹਜ਼ਾਰਾਂ ਕਰੋੜ ਰੁਪਏ ਦਾ ਜਿਹੜਾ ਬਜਟ ਹੈ ਉਹਨਾਂ ਕੰਪਨੀਆਂ ਦਾ, ਉਹ ਇਸ ਗੱਲ ਤੇ ਲਾਉਂਦੀਆਂ ਹੋ ਕਿ ਕਿਸੇ ਨੂੰ ਡਾਕਟਰ ਨੂੰ ਕਹਿਤਾ ਕਿ ਤੂੰ ਜਿਹੜਾ ਤੈਨੂੰ ਅਸੀਂ ਦੇ ਦਿਆਂਗੇ। ਕਾਫੀ ਡਾਕਟਰ ਨੇ ਜਿਹੜੇ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ ਔਰ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਦਵਾਈਆਂ ਦਿੰਦੇ ਆ ਕਿ ਜਿਹੜੀਆਂ ਚਾਹੀਦੀਆਂ ਨਹੀਂ ਹੁੰਦੀਆਂ। ਬਿਨਾਂ ਮਤਲਬ ਕਿ ਦੋ ਦਵਾਈਆਂ ਸਹੀ ਲਿਖਤੀਆਂ, ਇੱਕ ਦਵਾਈ ਐਸੀ ਲਿਖਤੀ ਜਿਹਦੀ ਲੋੜ ਹੀ ਨਹੀਂ ਹੈ, ਕੋਈ ਵਿਟਾਮਿਨ ਕੋਈ ਹੋਰ ਇਸ ਤਰ੍ਹਾਂ ਦੀ ਲਿਖਤੀ, ਤੇ ਉਹ ਬੰਦੇ ਦੇ ਪੈਸੇ ਆ ਜਿਹੜੇ ਉਹ ਖਾਮ-ਖਾ ਜਾਂਦੇ ਆ ਤੇ ਡਾਕਟਰ ਨੂੰ ਹੋ ਸਕਦਾ ਹੈ ਕਿ ਉਹਦਾ ਕੋਈ ਆਰਥਿਕ ਲਾਭ ਹੁੰਦਾ ਹੋਵੇ ਜੀ। ਇਸ ਪੱਧਰ ਤੇ ਆ ਕੇ ਅਸੀਂ ਪਹੁੰਚ ਗਏ ਹਾਂ। ਇੱਕ ਬੰਦੇ ਨੇ ਕਹਿੰਦੇ ਵੀ ਦੁਖੀ ਹੋ ਕੇ ਨਾ ਖੁਦਕੁਸ਼ੀ ਕਰਨ ਦੀ ਸੋਚੀ ਕਿ ਯਾਰ ਚਲੋ ਖੁਦਕੁਸ਼ੀ ਕਰੋ। ਖੁਦਕੁਸ਼ੀ ਕਰਨ ਗਿਆ, ਇੱਕ ਦੁਕਾਨ ਤੋਂ ਜ਼ਹਿਰ ਲੈ ਲਈ, ਜ਼ਹਿਰ ਪੀ ਲਈ, ਪਤਾ ਲੱਗਿਆ ਕਿ ਬੰਦਾ ਜਿਉਂਦਾ ਹੈ ਕਿਉਂਕਿ ਜ਼ਹਿਰ ਨਕਲੀ ਸੀ। ਜ਼ਹਿਰਾਂ ਨਕਲੀ ਹੈ ਸਾਡੇ ਕੋਲੇ ਤੇ ਦਵਾਈਆਂ ਜਿਹੜੀਆਂ ਉਹ ਮਾਰਨ ਵਾਲੀਆਂ।
ਤੇ ਉਹ ਬੰਦੇ ਨੂੰ ਜੇ ਪਤਾ ਹੁੰਦਾ ਵੀ ਜੇ ਯਾਰ ਇਸ ਜ਼ਹਿਰ ਨਾਲ ਨਹੀਂ ਮਰਦੇ ਤੇ ਉਹ ਖੰਘ ਵਾਲੀ ਦਵਾਈ ਲੈ ਲੈਂਦਾ, ਖੰਘ ਵਾਲੀ ਦਵਾਈ ਉਸੇ ਨਾਲ ਵੀ ਉਹ ਮਰ ਸਕਦਾ ਸੀ। ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਜਿਹੜੀ ਤੁਸੀਂ ਪਰਸੈਂਟੇਜ ਦੱਸੀ ਹੈ 0.14% ਦਵਾਈ ਦੇ ਵਿੱਚ ਇਹ ਚੀਜ਼ ਹੁੰਦੀ ਹੈ। 1 ਕਿਲੋ ਦੇ ਵਿੱਚ, 1 ਕਿਲੋ ਦਵਾਈ ਦੇ ਵਿੱਚ 0.14 ਹਾਂ ਹੁੰਦੀ ਹੈ। ਤੇ 140 ਮਿਲੀਗ੍ਰਾਮ ਹੋ ਗਈ। ਹਾਂ, ਤੇ 140 ਮਿਲੀਗ੍ਰਾਮ ਜੇ ਤੁਸੀਂ ਉਹਦੇ ਚ 100 ਗ੍ਰਾਮ 1 ਗ੍ਰਾਮ ਪਾ ਦਿਓ, 140 ਮਿਲੀਗ੍ਰਾਮ ਨਹੀਂ ਸਿਰਫ 40 ਮਿਲੀਗ੍ਰਾਮ ਹੋਈ ਜੀ। ਨਹੀਂ 140 ਮਿਲੀਗ੍ਰਾਮ ਹੋਈ ਨਾ, ਮਿਲੀਗ੍ਰਾਮ। ਤੇ ਜੇ 1 ਗ੍ਰਾਮ ਤੁਸੀਂ ਪਾਤੀ ਹਾਂ ਤੇ ਇਹ ਸਮਝੋ ਕਿ ਤੁਸੀਂ ਜਿਹੜਾ ਹੈਗਾ ਕਿਸੇ ਬੰਦੇ ਦੀ ਮੌਤ ਸਹੇੜਤੀ, ਕਿਸੇ ਬੰਦੇ ਨੂੰ ਖਤਰਾ ਪੈਦਾ ਕਰਤਾ। ਬਿਲਕੁਲ। ਉਹਦੇ ਗੁਰਦੇ ਵੀ ਫੇਲ ਹੋ ਸਕਦੇ ਆ, ਉਹਦੀ ਕਿਡਨੀ ਵੀ ਫੇਲ ਹੋ ਸਕਦੀ ਹੈ, ਉਹਦੇ ਹਾਰਟ ਦੇ ਉੱਤੇ ਵੀ ਫਰਕ ਪੈ ਸਕਦਾ ਹੈ, ਉਹਦੇ ਨਾੜੀ ਤੰਤਰ ਦੇ ਸਾਰੇ ਆਰਗਨ ਜਿਹੜੇ ਆ ਉਹ ਪ੍ਰਭਾਵਿਤ ਹੋ ਸਕਦੇ ਆ ਇਹਦੇ ਨਾਲ। ਬਿਲਕੁਲ। ਔਰ ਇਹ ਉਸ ਦੇਸ਼ ਦੇ ਵਿੱਚ ਹੋ ਰਿਹਾ ਜਿਹੜਾ ਰਿਸ਼ੀਆਂ ਮੁਨੀਆਂ ਪੀਰਾਂ ਫਕੀਰਾਂ ਦਾ ਦੇਸ਼ ਹੈ। ਬਿਲਕੁਲ। ਅਸੀਂ ਕਹਿੰਦੇ ਆ ਕਿ ਜੇ ਪੰਜਾਬ ਨੂੰ ਕਹੀਏ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਕਿ ਸਾਰਾ ਹਿੰਦੁਸਤਾਨ ਹੈ ਜਿਹੜਾ ਉਹ ਰਿਸ਼ੀਆਂ ਮੁਨੀਆਂ ਦੇ ਨਾਂ ਤੇ ਵਸਦਾ, ਜਿਨ੍ਹਾਂ ਨੂੰ ਅਸੀਂ ਆਪਣੇ ਪੂਰਵਜ ਕਹਿੰਦੇ ਆ। ਤੇ ਅਸੀਂ ਉਹਨਾਂ ਦੁਆਰਾ ਜਿਹੜੀਆਂ ਚੀਜ਼ਾਂ ਲਿਆਂਦੀਆਂ ਗਈਆਂ ਸੀਗੀਆਂ ਇਨਸਾਨ ਨੂੰ ਬਚਾਉਣ ਵਾਸਤੇ, ਸੰਜੀਵਨੀ ਬੂਟੀਆਂ ਵਰਗੀਆਂ ਚੀਜ਼ਾਂ ਉਹਨਾਂ ਨੇ ਖੋਜੀਆਂ ਸੀ, ਅਸੀਂ ਉਹ ਸਾਰੇ ਕੁਝ ਨੂੰ ਭੁੱਲ ਕੇ ਅੱਜ ਪੈਸੇ ਦੀ ਦੌੜ ਦੇ ਵਿੱਚ ਇੰਨੇ ਅੰਨੇ ਹੋ ਗਏ ਆ ਕਿ ਅਸੀਂ ਜ਼ਹਿਰਾਂ ਬਣਾਉਣੀਆਂ ਸ਼ੁਰੂ ਕਰਤੀਆਂ। ਜਿਸ ਕੰਪਨੀ ਨੇ ਉਹ ਬਣਾਈ ਹੋਣੀ ਹੈ ਉਸ ਕੰਪਨੀ ਨੂੰ ਕਿਹੜਾ ਪਤਾ ਨਹੀਂ ਕਿ ਅਸੀਂ ਨਿਰਧਾਰਤ ਮਿਕਦਾਰ ਤੋਂ ਵੱਧ ਪਾਤੀ। ਉਹਦੇ ਜਿਹੜੇ ਡਰੱਗ ਇੰਸਪੈਕਟਰ ਹੋਣਗੇ ਉੱਥੋਂ ਦੇ, ਉਹਨਾਂ ਨੂੰ ਕਿਹੜਾ ਪਤਾ ਨਹੀਂ ਹੋਣਾ, ਉਹ ਕਿਹੜਾ ਚੈੱਕ ਨਹੀਂ ਕਰਦੇ ਹੋਣਗੇ। ਪਰ ਹੋ ਸਕਦਾ ਕਿ ਉਹਨਾਂ ਦੇ ਅੱਗੇ ਵੀ ਨੋਟਾਂ ਦਾ ਢੇਰ ਲੱਗਦਾ ਹੋਵੇ, ਉਹਨਾਂ ਦੇ ਅੱਖਾਂ ਤੇ ਪੱਟੀ ਵੱਜੀ ਹੋਵੇ। ਉੱਥੋਂ ਦੇ ਜਿਹੜੇ CMO ਹੈ ਉਹਨਾਂ ਨੇ ਕਦੇ ਹੋ ਸਕਦਾ ਚੈੱਕ ਕੀਤਾ ਹੋਵੇ, ਉਹਨਾਂ ਨੂੰ ਪਤਾ ਹੋਵੇ ਇਸ ਗੱਲ ਦਾ। ਉੱਥੋਂ ਦੀ ਸਰਕਾਰ ਹੈ, ਉੱਥੋਂ ਦੇ MLA MP ਨੇ, ਉੱਥੋਂ ਦੇ ਮੁੱਖ ਮੰਤਰੀ ਨੇ, ਪ੍ਰਧਾਨ ਮੰਤਰੀ ਦੇ ਕਿੰਨੇ ਲੋਕ ਨੇ, ਕਿੱਡਾ ਵੱਡਾ ਡਿਪਾਰਟਮੈਂਟ ਹੈ, ਆਯੂਸ਼ ਦਾ ਡਿਪਾਰਟਮੈਂਟ ਕਿੱਡਾ ਵੱਡਾ ਹੈ, ਹੈਲਥ ਦਾ ਡਿਪਾਰਟਮੈਂਟ ਕਿੱਡਾ ਵੱਡਾ ਹੈ ਭਾਰਤ ਸਰਕਾਰ ਦਾ। ਕੀ ਇਹ ਸਾਰੇ ਬੰਦੇ ਆ ਜਿਹੜੇ ਉਹ ਚੈੱਕ ਨਹੀਂ ਕਰ ਸਕੇ? ਬਿਲਕੁਲ। ਤੇ ਜੇ ਚੈੱਕ ਨਹੀਂ ਕਰ ਸਕੇ ਤੇ ਫਿਰ ਦੇਸ਼ ਦਾ ਜਿਹੜਾ ਨੁਕਸਾਨ ਹੋਇਆ ਹੈ, ਦੇਸ਼ ਦੀ ਇੱਜ਼ਤ ਦੇ ਉੱਤੇ ਵੱਟਾ ਲੱਗਿਆ, ਮੈਂ ਸਮਝਦਾ ਵੀ ਇਹ ਸਾਰੇ ਬੰਦੇ ਜ਼ਿੰਮੇਵਾਰ ਨੇ, ਡਰੱਗ ਇੰਸਪੈਕਟਰ ਤੋਂ ਲੈ ਕੇ ਉਹ ਸਾਰਿਆਂ ਤੱਕ। ਬਿਲਕੁਲ। ਔਰ ਫੈਕਟਰੀ ਦਾ ਜਿਹੜਾ ਮਾਲਕ ਹੈ, ਫੈਕਟਰੀ ਦੇ ਜਿਹੜੇ ਚਲਾਉਂਦੇ ਨੇ, ਮੈਨੇਜਰ ਨੇ, ਉੱਥੋਂ ਦੇ ਜਿਹੜੇ ਮੁਲਾਜ਼ਮ ਨੇ, ਉਹ ਤਾਂ ਜ਼ਿੰਮੇਵਾਰ ਹੈਗੇ ਹੀ ਨੇ। ਸੋ ਇਹ ਬੜਾ ਵੱਡਾ ਨੁਕਸਾਨ ਹੈ ਸਾਡੇ ਦੇਸ਼ ਦੀ ਇੱਜ਼ਤ ਦੇ ਉੱਤੇ। ਬਿਲਕੁਲ। ਸਾਡੇ ਨਾਲ ਸਾਡੇ ਦੂਸਰੇ ਐਕਸਪਰਟ ਡਾਕਟਰ ਜਗਮੋਹਨ ਕੌਰ ਜੀ ਢਿੱਲੋਂ ਜੁੜ ਚੁੱਕੇ ਨੇ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਹਾਂਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਦੀ ਘਟਨਾ ਹੋਈ ਹੈ ਗਾਂਬੀਆ ਦੇ ਵਿੱਚ ਔਰ 66 ਬੱਚੇ ਜਿਹੜੇ ਮਾਰੇ ਗਏ ਹੈ, ਉਹ ਦਵਾਈ ਦੇ ਵਿੱਚ ਕੀ ਅਜਿਹਾ ਸੀਗਾ ਜੀ ਜਿਹਦੇ ਕਰਕੇ ਏਡੀ ਵੱਡੀ ਘਟਨਾ ਇਹ ਵਾਪਰੀ ਹੈ ਜੀ? ਅੱਛਾ, ਠੀਕ ਹੈ। ਉਹ ਨਾ ਇੱਕ ਤਾਂ ਜਿਹੜੀ ਉਹ ਮੈਡੀਸਨ ਸੀਗੀ ਉਹ ਸੋਨੀਪਤ ਹਰਿਆਣਾ ਦੀ ਜਿਹੜੀ ਫਾਰਮਾਸਿਊਟੀਕਲ ਕੰਪਨੀ ਹੈ ਮੇਡਨ, ਉਹਦੀ ਬਣੀ ਹੋਈ ਸੀ, ਪਤਾ ਹੀ ਹੈ ਤੁਹਾਨੂੰ। ਜੀ ਹਾਂਜੀ ਹਾਂਜੀ। ਉਹਦੇ ਵਿੱਚ ਸੀਗਾ ਡਾਈ ਇਥਿਲੀਨ ਗਲਾਈਕੋਲ ਤੇ ਇਥਿਲੀਨ ਗਲਾਈਕੋਲ ਜੀ। ਐਕਚੁਅਲੀ WHO ਨੇ ਇਹ ਕਿਹਾ ਕਿ ਉਹਦੇ ਵਿੱਚ ਅਨਐਕਸੈਪਟੇਬਲ ਅਮਾਉਂਟ ਆਫ ਡਾਈ ਐਥਿਲੀਨ ਗਲਾਈਕੋਲ ਤੇ ਐਥਿਲੀਨ ਗਲਾਈਕੋਲ ਸੀਗੀ। ਇਹ ਆਮ ਜਿਹੜੇ ਬੱਚਿਆਂ ਦੇ ਸਿਰਪ ਹੁੰਦੇ ਆ ਉਹਨਾਂ ਦੇ ਵਿੱਚ ਜਸਟ ਐਸ ਤੁਸੀਂ ਕਹਿ ਸਕਦੇ ਹੋ ਸਵੀਟਨਰ ਹੁੰਦਾ ਹੈ ਜੀ। ਪਹਿਲਾਂ ਜਿਵੇਂ ਗਲਿਸਰੀਨ ਵਰਤਦੇ ਸੀਗੇ ਹਨਾ, ਜਾਂ ਹੋਰ ਸੀਗੇ, ਇਹ ਸਸਤਾ ਹੁੰਦਾ ਇਸ ਕਰਕੇ ਇਹਨੂੰ ਵਰਤ ਲੈਂਦੇ ਆ ਜੀ। ਤੇ ਇਹਦੀ ਅਮਾਉਂਟ ਵੱਧ ਪਾਈ ਗਈ ਆ ਉਹਦੇ ਵਿੱਚ ਜੀ। ਇਹ 0.14 mg ਪਰ kg ਪਾਈ ਜਾਵੇ ਤਾਂ ਠੀਕ ਹੈ, ਜੇ ਇਸ ਤੋਂ ਵੱਧ ਪੈਂਦੀ ਹੈ ਤਾਂ ਇਹ ਹਾਨੀਕਾਰਕ ਹੁੰਦੀ ਹੈ। ਇਹ ਦੱਸਿਆ ਜਾਂਦਾ ਕਿ ਉਹਨਾਂ ਦੇ 4 ਸਿਰਪ ਹੈ ਕੰਪਨੀ ਦੇ, ਸ਼ਾਇਦ ਤੁਹਾਨੂੰ ਵੀ ਪਤਾ ਹੋਊਗਾ। ਬਿਲਕੁਲ ਬਿਲਕੁਲ ਜੀ ਬਿਲਕੁਲ। ਜਿਵੇਂ ਪ੍ਰੋਮੈਥਾਜ਼ਿਨ ਓਰਲ ਸੋਲੂਸ਼ਨ ਹੈ, ਕੋਫੈਕਸਮੈਲਿਨ ਬੇਬੀ ਕਫ ਸਿਰਪ ਹੈ, ਮੈਕਫ ਬੇਬੀ ਕਫ ਸਿਰਪ ਹੈ, ਮੈਗ੍ਰਿਪਨ ਕੋਲਡ ਸਿਰਪ ਹੈ। ਇਹ 4 ਸਿਰਪ ਹੈ ਜਿਨ੍ਹਾਂ ਦੇ ਵਿੱਚ ਵੱਧ ਪਾਈ ਗਈ ਹੈ। ਬਾਕੀ ਉਹਨਾਂ ਨੇ ਹੁਣ WHO ਨੇ ਵੀ ਤੇ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਹੈ ਜਿਹੜੀ ਆਪਣੀ ਇੰਡੀਆ ਦੀ ਹਨਾ, ਇਹਨਾਂ ਨੇ ਇਨਵੈਸਟੀਗੇਸ਼ਨਸ ਲਾਂਚ ਕੀਤੀਆਂ। ਇਵਨ ਆਪਣੇ ਹਰਿਆਣਾ ਦੇ ਹੈਲਥ ਮਿਨਿਸਟਰ ਦਾ ਅਨਿਲ ਵਿਜ ਜੀ ਦਾ ਵੀ ਬਿਆਨ ਆਇਆ ਕਿ ਸੈਂਟਰਲ ਡਰੱਗ ਲੈਬੋਰਟਰੀ ਜਿਹੜੀ ਕੋਲਕਾਤਾ ਹੈ ਉੱਥੇ ਵੀ ਉਹ ਬੈਚ ਹੈ ਉਹਦੇ ਮੈਡੀਸਨ ਦੇ, ਉਹਨਾਂ ਨੂੰ ਟੈਸਟ ਕਰਨ ਲਈ ਭੇਜਿਆ ਗਿਆ। ਬਿਲਕੁਲ। ਔਰ ਡਾਕਟਰ ਸਾਹਿਬ ਇਹ ਦੱਸੋ ਜੇ ਸਾਨੂੰ ਕਿ ਇਹ ਬੱਚੇ ਤੇ ਅਸਰ ਕਿਵੇਂ ਕਰਦੀ? ਇਹ ਬੱਚਿਆਂ ਵਾਸਤੇ ਹੀ ਹੈ ਜਾਂ ਇਹਨੂੰ ਵੱਡੇ ਵੀ ਜਿਹੜੇ ਇਸਤੇਮਾਲ ਕਰਦੇ? ਬੱਚਿਆਂ ਲਈ ਹੈ, ਸਿਰਫ ਬੱਚਿਆਂ ਲਈ, ਸਾਰੇ ਬੱਚਿਆਂ ਲਈ ਹੈਗੇ ਆ। ਉਹਨਾਂ ਨੂੰ ਵੀ ਉਹ ਬੱਚੇ ਪੀ ਲੈਣ ਸਵੀਟਨਰ ਬਣਾਉਣ ਲਈ। ਆਪਣੇ ਇਹ ਜੰਮੂ ਐਂਡ ਕਸ਼ਮੀਰ ਚ ਵੀ ਤਾਂ 2020 ਚ ਹੋਇਆ ਸੀਗਾ, ਉਹ ਵੀ ਕਫ ਸਿਰਪ ਨਾਲ ਹੋਇਆ ਸੀਗਾ ਜੀ।
ਤੁਸੀਂ ਆਪਣੀ ਪੁਰਾਣੀ ਦੇਖੋ ਨਾ, ਉਹਦੇ ਵਿੱਚ ਇੰਡੀਆ 'ਚ 1972 'ਚ ਵੀ ਚੇਨਈ 'ਚ ਹੋਇਆ ਸੀ, 15 ਬੱਚਿਆਂ ਦੀ ਡੈਥ ਹੋਈ ਸੀ ਜੀ। ਮੈਂ ਥੋੜਾ ਜਿਹਾ ਡਾਟਾ ਕਲੈਕਟ ਕੀਤਾ ਸੀ। 86 'ਚ ਬੰਬੇ 'ਚ ਹੋਇਆ ਸੀ, 88 ਵਿੱਚ ਫਿਰ ਇਹ ਆਪਣੇ ਗੁੜਗਾਉਂ ਹੋਇਆ ਸੀਗਾ ਇਹ, ਹਨਾ। ਮਤਲਬ ਇਹ ਡਿਊ ਟੂ ਕਫ ਸਿਰਪ ਹੈ ਜਿਹੜਾ ਮੈਡੀਸਨ ਹੈਗਾ ਉਹ ਐਜ਼ ਸਵੀਟਨਰ ਪਾ ਦਿੰਦੇ ਤਾਂ ਕਿ ਉਹ ਬੱਚੇ ਉਹਨੂੰ ਕੋਈ ਦਵਾਈ ਵੈਸੇ ਦਵਾਈ ਕੌੜੀ ਹੁੰਦੀ ਹੈ, ਬੱਚਾ ਲੈਂਦਾ ਨਹੀਂ ਗਾ, ਵੀ ਉਹਨੂੰ ਆਰਾਮ ਨਾਲ ਪੀ ਲਵੇ, ਹਨਾ। ਔਰ ਇਹਦੇ ਨਾਲ ਜੀ ਇਹਦੇ ਨਾਲ ਫਿਰ ਬੱਚਿਆਂ ਨੂੰ ਪ੍ਰੋਬਲਮਸ ਆ ਜਾਂਦੀਆਂ, ਜਿਵੇਂ ਵੋਮਿਟਿੰਗ ਹੁੰਦੀ ਹੈ, ਐਬਡੋਮੀਨਲ ਪੇਨ ਹੁੰਦੀ ਹੈ, ਡਾਇਰੀਆ ਹੁੰਦਾ, ਮਤਲਬ ਲੂਜ਼ ਮੋਸ਼ਨਸ ਹੁੰਦੇ ਆ ਉਹਨਾਂ ਨੂੰ, ਹਨਾ। ਫਿਰ ਉਹਨਾਂ ਨੂੰ ਹੁੰਦਾ ਹੈਗਾ ਜਿਵੇਂ ਕਨਫਿਊਜ਼ਨ, ਸਲਰਡ ਸਪੀਚ ਹੁੰਦੀ ਹੈ, ਡਿਜ਼ੀਨੈਸ, ਮਤਲਬ ਇਹ ਕਹਿ ਲਓ ਵੀ ਆਲਟਰਡ ਮੈਂਟਲ ਸਟੇਟ ਹੋ ਜਾਂਦੀ ਹੈ ਦਿਮਾਗੀ ਤੌਰ ਤੇ ਉਹਨਾਂ ਦੇ, ਹਨਾ। ਤੇ ਜ਼ਿਆਦਾ ਇਹ ਗੁਰਦਿਆਂ ਤੇ ਅਸਰ ਕਰਦਾ। ਫਿਰ ਬੱਚਿਆਂ ਨੂੰ ਯੂਰਿਨ ਨਹੀਂ ਆਉਂਦਾ, ਯੂਰਿਨ ਆਊਟਪੁੱਟ ਉਹਨਾਂ ਦਾ ਘਟ ਜਾਂਦਾ, ਉਹਨਾਂ ਦੀ ਮਤਲਬ ਕਿ ਯੂਰਿਨ ਪਾਸ ਨਹੀਂ ਕਰਦੇ ਉਹ ਬੱਚੇ, ਤੇ ਅਲਟੀਮੇਟਲੀ ਜਿਹੜੀ ਹੈ ਫਿਰ ਜਿਹੜੇ ਵਾਈਟਲ ਆਰਗਨਸ ਆ ਜਿਵੇਂ ਦਿਮਾਗ ਹੋ ਗਿਆ, ਗੁਰਦੇ ਹੋ ਗਏ, ਇਹਨਾਂ ਦੀ ਅਸਰ ਕਰਦੀ ਹੈ ਮੈਡੀਸਨ, ਤੇ ਡੈਥ ਤੱਕ ਪੋਸੀਬਲ ਹੋ ਜਾਂਦੀ ਹੈ ਬੱਚਿਆਂ ਦੀ। ਇਹ ਡਾਕਟਰ ਸਾਹਿਬ ਜਿਸ ਤਰ੍ਹਾਂ 66 ਬੱਚਿਆਂ ਦਾ ਮਰ ਜਾਣਾ, ਔਰ ਇਹ ਕਿ ਹਾਲਾਂਕਿ ਇਹ ਗੱਲ ਸਪਸ਼ਟ ਨਹੀਂ ਹੋਈ ਹੈ ਕਿ ਇਹ ਦਵਾਈ ਇੱਕੋ ਵਾਰੀ ਕਿਵੇਂ ਹੋਈ, ਹਨਾ। ਇੱਕੋ ਵਾਰੀ 66 ਬੱਚਿਆਂ ਤੱਕ ਕਿਵੇਂ ਪਹੁੰਚੀ, ਜਾਂ ਤਾਂ ਕਿਤੇ ਜੀ। ਹਾਂਜੀ, ਇਹ ਮੈਡੀਸਨ ਹੋਈ ਇੰਡੀਆ 'ਚ, ਇਹਦੀ ਕਹਿੰਦੇ ਅਵੇਲੇਬਿਲਿਟੀ ਨਹੀਂ ਹੈ ਜੀ, ਅਕੋਰਡਿੰਗ ਟੂ ਮਾਈ ਨੌਲੇਜ। ਇਹ ਉਸ ਗੈਂਬੀਆ ਹੀ ਭੇਜੀ ਗਈ ਸੀਗੀ ਮੈਡੀਸਨ। ਹੁਣ ਇਹ ਦੇਖੋ ਇਨਵੈਸਟੀਗੇਸ਼ਨ ਜਾਰੀ ਹੈ, ਤੇ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਇਹ ਵੀ ਕੀ ਸਿੱਟਾ ਨਿਕਲਦਾ। ਵੈਸੇ ਇਹ ਆਸਟ੍ਰੇਲੀਆ, ਅਮਰੀਕਾ ਤੇ ਯੂਰਪ ਕੰਟਰੀਜ਼ ਦੇ ਵਿੱਚ ਇਹ ਡਾਈਐਥਿਲੀਨ ਤੇ ਐਥਿਲੀਨ ਗਲਾਈਕੋਲ ਇਹ ਬੈਂਡ ਹੈ ਵੈਸੇ ਜੀ। ਹਾਂਜੀ, ਬਿਲਕੁਲ। ਨਹੀਂ ਇਹ ਉੱਥੇ ਤਾਂ ਬੈਨ ਹੈ, ਤੇ ਫਿਰ ਭਾਰਤ ਦੇ ਵਿੱਚ ਕਿਉਂ ਨਹੀਂ ਇਹਨੂੰ ਰੋਕਿਆ ਗਿਆ ਜੀ? ਜੇ ਏਡੀ ਖਤਰਨਾਕ ਦਵਾਈ ਹੈ ਤੇ ਫਿਰ ਭਾਰਤ ਦੇ ਵਿੱਚ ਕਿਉਂ ਇਸਤੇਮਾਲ ਕੀਤੀ ਜਾ ਰਹੀ ਹੈ? ਬਸ ਉਹ ਹੁਣ ਜਾਂ ਇਹਨਾਂ ਨੂੰ ਚੈੱਕ, ਡਰੱਗ ਜਿਹੜਾ ਹੈਗਾ ਰੈਗੂਲੇਸ਼ਨ ਐਕਟ ਉਹਦੇ ਅਕੋਰਡਿੰਗਲੀ ਇਹਦਾ ਚੈੱਕ ਹੋਣਾ ਚਾਹੀਦਾ। ਨਾਲੇ ਮੋਰਓਵਰ ਆਏ ਆ ਜਿਹੜੇ ਵੀ ਕੰਟਰੀ 'ਚ ਮੈਡੀਸਨ ਜਾਂਦੀ ਹੈ, ਭਾਵੇਂ ਉਹ ਇੰਡੀਆ ਤੋਂ ਆਈ, ਆਪਾਂ ਮੰਨ ਲਓ ਵੀ ਆਪਾਂ ਕਿਸੇ ਦਾ ਕਸੂਰ ਆਏ ਨਹੀਂ ਕੱਢ ਸਕਦੇ ਹੈਗੇ ਜਿੰਦਰ ਇਨਵੈਸਟੀਗੇਸ਼ਨ ਕੋਈ ਮੁਕੰਮਲ ਨਹੀਂ ਹੋ ਜਾਂਦੀ। ਬਿਲਕੁਲ। ਤਾਂ ਇੰਡੀਆ ਤੋਂ ਆ ਗਈ ਮੈਡੀਸਨ, ਜਿਹੜੇ ਕੰਟਰੀ 'ਚ ਮੈਡੀਸਨ ਆਈ ਗੈਂਬੀਆ 'ਚ, ਉੱਥੋਂ ਦਾ ਵੀ ਤਾਂ ਕੋਈ ਡਰੱਗ ਰੈਗੂਲੇਟਰੀ ਸਿਸਟਮ ਹੁੰਦਾ, ਉਹ ਚੈੱਕ ਕਰਕੇ ਹੀ ਦਿੱਤੀ ਜਾਂਦੀ ਹੈ ਅੱਗੋਂ ਮੈਡੀਸਨ। ਉੱਥੇ ਕਿਉਂ ਨਹੀਂ ਚੈੱਕ ਹੋਈ ਮੈਡੀਸਨ, ਇਹ ਸਮਝ ਤੋਂ ਬਾਹਰ ਹੈ। ਉਸ ਕੰਟਰੀ 'ਚ ਵੀ ਤਾਂ ਮੈਡੀਸਨ ਚੈੱਕ ਹੁੰਦੀ ਹੈ ਨਾ ਜੀ, ਜਦੋਂ ਬਾਹਰੋਂ ਆਉਂਦੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਹਾਂ, ਇਹ ਬਹੁਤ, ਕਿਉਂਕਿ ਬਹੁਤ ਗਰੀਬ ਦੇਸ਼ ਨੇ ਜੀ, ਮੈਨੂੰ ਲੱਗਦਾ ਵੀ ਉਹਨਾਂ ਨੇ ਤਾਂ ਦਾਨ ਕਰਕੇ ਹੀ ਲੈ ਲਈ ਹੋਣੀ ਇਹਨਾਂ ਤੋਂ, ਤੇ ਦਾਨ ਚ ਹੀ ਇੰਨਾ ਵੱਡਾ ਸਿਸਟਮ ਤਾਂ ਮੇਰੇ ਹਿਸਾਬ ਤੇ ਸਿਸਟਮ ਤਾਂ ਦੇਖੋ ਭਾਵੇਂ ਗਰੀਬ ਦੇਸ਼ ਆ ਹੁੰਦਾ ਸਿਸਟਮ, ਮੈਨੂੰ ਲੱਗਦਾ। ਮੋਰਓਵਰ ਹੁਣ ਇਹ ਜੇ ਇੰਡੀਆ ਵਿੱਚ ਹੈ ਦੇਖੋ ਤਾਂ ਇਹ ਆਊਗਾ ਤਾਂ ਸਹੀ। ਹੁਣ ਸਾਹਮਣੇ ਕੀ ਸਿੱਟਾ ਕੀ ਨਿਕਲਦਾ ਇਹਦਾ, ਵੀ ਕਿਹਦਾ ਕੀ ਕਸੂਰੀਆਂ ਸਮਝਿਆ ਇਹ ਜਾ ਰਿਹਾ ਵੀ ਡਾਈਐਥਿਲੀਨ ਤੇ ਐਥਿਲੀਨ ਗਲਾਈਕੋਲ ਆ ਜਿਹੜੀ ਉਹਦੀ ਮਾਤਰਾ ਵੱਧ ਪੈ ਗਈ ਉਹਦੇ ਵਿੱਚ ਜੀ। ਜੀ, ਉਹ ਵੱਧ ਪੈਣ ਨਾਲ ਉਹ ਸਾਈਡ ਇਫੈਕਟਸ ਹੋ ਗਏ ਬੱਚਿਆਂ ਦੇ, ਤਾਂ ਡੈਥ ਹੋ ਗਈ, ਜੋ ਇਹ ਸਮਝਿਆ ਜਾ ਰਿਹਾ, ਬਾਕੀ ਫਾਈਨਲ ਨਹੀਂ ਹੈ ਇਹ। ਜੀ ਜੀ। ਡਾਕਟਰ ਸਾਹਿਬ ਇੱਕ ਕਾਲਰ ਸਾਡੇ ਨਾਲ ਜੁੜ ਗਏ ਨੇ ਜੀ, ਅਸੀਂ ਕਾਲਰ ਦੀ ਪਹਿਲੇ ਕਾਲ ਲੈ ਲਈਏ। ਹਾਂਜੀ ਹਾਂਜੀ ਜੀ, ਤੁਹਾਡਾ ਸਵਾਗਤ ਹੈ ਰੇਡੀਓ ਇੰਡੀਆ ਦੇ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਹੈਲੋ। ਹਾਂਜੀ, ਉਹ ਤੁਹਾਡੇ ਨਾਲ ਕੁਝ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਨੂੰ ਮੇਰਾ ਨਮਸਕਾਰ ਜੀ। ਮੈਂ ਹਾਂਜੀ ਹਾਂਜੀ ਬੋਲ ਰਿਹਾ ਮੁਕਤਸਰ ਤੋਂ। ਸਤਿ ਸ੍ਰੀ ਅਕਾਲ ਜੀ। ਅੱਛਾ ਜੀ, ਅੱਛਾ ਅੱਛਾ, ਠੀਕ ਹੈ ਜੀ, ਠੀਕ ਹੈ ਠੀਕ ਹੈ। ਹਾਂਜੀ, ਬੜੀ ਸੋਹਣੀ ਚਰਚਾ ਚੱਲ ਰਹੀ ਹੈ। ਦੇਖੋ ਜਿਹੜੀ ਬੈਨ ਦੀ ਗੱਲ ਹੋਈ ਆ ਵੀ ਜਿਹੜੀ ਚੀਜ਼ਾਂ ਬੈਨ ਹੈਗੀਆਂ ਇੰਡੀਆ 'ਚ ਚੱਲਦੀਆਂ, ਹੁਣ ਇੱਕ ਟੇਸਟ ਬਣਾਉਣ ਵਾਸਤੇ ਇੱਕ ਮਸਾਲਾ ਜਿਨੂਮਾਟੋ, ਤੇ ਉਹ ਚਾਈਨਾ ਵਾਲਿਆਂ ਨੇ ਬਣਾਇਆ, ਤੇ ਚਾਈਨਾ ਦੇ ਵਿੱਚ ਬੈਨ ਹੈ, ਸਾਡੇ ਇੰਡੀਆ 'ਚ ਵਾਧੂ ਚੱਲ ਰਿਹਾ ਜੀ ਉਹ, ਤੇ ਉਹ ਵੀ ਤੇ ਸਲੋ ਭੋਜਨ ਹੈ। ਜਿਹੜੇ ਲੋਕ ਬਿਲਕੁਲ ਬਿਲਕੁਲ ਆਪਣੇ ਨਾ ਉਹਨੂੰ ਫਾਸਟ ਫੂਡ ਜਿੰਨੇ ਹੈਗੇ ਉਹਨਾਂ ਦੇ ਵਿੱਚ ਪਾਤਾ, ਬਿਲਕੁਲ ਉਹਦੇ ਨਾਲ ਵੀ ਸਾਰੇ ਲੋਕਾਂ ਦੇ ਲਿਵਰ ਖਰਾਬ ਹੋ ਰਹੀ ਹੈ ਜੀ। ਬਿਲਕੁਲ ਬਿਲਕੁਲ ਬਿਲਕੁਲ, ਪ੍ਰੋਬਲਮ ਤਾਂ ਸਿਸਟਮ ਦੀ ਹੈ ਨਾ, ਸਾਰੇ ਉਸ ਚੀਜ਼ ਨੂੰ ਖਾ ਰਹੇ ਆ। ਬਿਲਕੁਲ, ਲੋਕ ਅਵੇਅਰ ਨਹੀਂ ਆ ਆਪਣੇ, ਸਾਡੇ ਲੋਕਾਂ ਨੂੰ ਸੋਝੀ ਹੈ ਨਹੀਂ, ਉਹ ਫਿਰ ਪਤਾ ਹੀ ਨਹੀਂ, ਹਲਵਾਈਆਂ ਨੂੰ ਮੁੱਠੀਆਂ ਭਰ ਭਰ ਕੇ ਪਾਈ ਜਾਂਦੇ ਆ। ਬਿਲਕੁਲ ਜੀ ਬਿਲਕੁਲ, ਅਵੇਅਰਨੈਸ ਨਹੀਂ,
ਅਵੇਅਰਨੈਸ ਨਹੀਂ ਹੈ ਪ੍ਰੋਬਲਮ, ਕਿੰਨਾ ਨਹੀਂ ਪਾਉਣਾ, ਜਿਹੜੀ ਚੀਜ਼ ਬੈਨ ਹੁੰਦੀ ਹੈ ਉਹ ਇੰਡੀਆ 'ਚ ਵੇਖ ਰਹੀ ਹੈ। ਬਿਲਕੁਲ ਬਿਲਕੁਲ ਅਵੇਅਰਨੈਸ ਨਹੀਂ ਹੈ, ਲੋਕਾਂ ਦੀ ਅਵੇਅਰਨੈਸ ਨਹੀਂ ਹੈਗੀ। ਮੈਂ ਅੱਗੇ ਹੀ ਅੱਜ ਗੱਲ ਕਰ ਰਹੀ ਸੀ ਵੀ ਦੇਖੋ ਵੀ ਇੰਡੀਆ 'ਚ ਇੱਕ ਤਾਂ ਪਾਪੂਲੇਸ਼ਨ ਜ਼ਿਆਦਾ ਜੀ, ਪਾਪੂਲੇਸ਼ਨ ਜ਼ਿਆਦਾ ਹੈ, ਪਾਵਰਟੀ ਜ਼ਿਆਦਾ ਹੈ, ਗਰੀਬੀ ਬਹੁਤ ਜ਼ਿਆਦਾ ਹੈਗੀ ਹੈ। ਜਿਵੇਂ ਹੁਣ ਮੈਂ ਆਪਣੇ ਫੀਲਡ ਦੀ ਹੀ ਗੱਲ ਕਰਦੀ ਹਾਂ ਵੀ ਹਰੇਕ ਸ਼ਹਿਰ ਦੇ ਵਿੱਚ, ਹਰੇਕ ਕਸਬੇ 'ਚ, ਹਰ ਗਲੀ ਦੇ ਵਿੱਚ ਕਿੰਨੇ ਹੀ ਤੁਹਾਨੂੰ ਨਿੱਕੇ ਨਿੱਕੇ ਕਲੀਨਿਕ ਮਿਲ ਜਾਣਗੇ, ਤੇ ਜਿਹੜੀ ਉਹ ਵਿਚਾਰੀ ਗਰੀਬ ਜਨਤਾ ਹੈ ਉਹ ਇੱਕ ਸਪੈਸ਼ਲਿਸਟ ਨੂੰ ਵੀ ਡਾਕਟਰ ਸਮਝਦੇ ਆ, ਉਹ ਉਹਨਾਂ ਨੂੰ ਵੀ ਸਮਝਦੇ ਆ ਡਾਕਟਰ, ਠੀਕ ਹੈ ਨਾ। ਉਹ ਬਜਾਏ ਇਹਦੇ ਕਿ ਅਸੀਂ 100-200 ਰੁਪਇਆ ਫੀਸ ਦੇਵਾਂਗੇ ਇੱਕ ਪ੍ਰਾਈਵੇਟ ਡਾਕਟਰ ਨੂੰ, ਕਿੱਥੇ ਉਹ 40-50 ਰੁਪਏ ਦੀ ਦਵਾਈ ਲੈ ਕੇ ਉਹਨਾਂ ਤੋਂ ਉਹ ਠੀਕ ਹੋ ਜਾਂਦੇ ਆ ਜੀ, ਠੀਕ ਹੈ ਨਾ। ਇਹ ਹੁਣ ਜਾਂ ਤਾਂ ਉਹ ਜਿਹੜੇ ਜਿਵੇਂ ਹੁਣ ਇਹ ਕਹਿ ਰਹੇ ਸੀ ਮੁਹੱਲਾ ਕਲੀਨਿਕ ਖੁੱਲਣਗੇ, ਕੁਛ ਹੋਊਗਾ, ਉਹ ਕੀਤਾ ਜਾਵੇ ਵੀ ਉੱਥੇ ਕੁਆਲੀਫਾਈਡ ਡਾਕਟਰਸ ਬਿਠਾਏ ਜਾਣ ਤਾਂ ਹੈਗਾ। ਉਹ ਲੋਕਾਂ ਨੂੰ ਸਮਝ ਹੀ ਨਹੀਂ ਹੈ ਵਿਚਾਰਿਆਂ ਨੂੰ ਵੀ ਅਸੀਂ ਇਹ ਜਿਹੜੀ ਦਵਾਈ ਕਿੱਥੋਂ ਲੈ ਰਹੇ ਹਾਂ, ਕੀ ਲੈ ਰਹੇ ਹਾਂ, ਕਿਵੇਂ ਆ, ਹਨਾ। ਜਿਹੜੀਆਂ ਹੁਣ WHO ਨੇ ਕਿੰਨੀਆਂ ਮੈਡੀਸਿਨਸ ਬੈਨ ਕੀਤੀਆਂ ਹੋਈਆਂ, ਆਪਣੇ ਇੰਡੀਆ ਚੋਂ ਮਿਲ ਹੀ ਜਾਂਦੀਆਂ ਸਾਰੀਆਂ ਦਵਾਈਆਂ, ਬਿਲਕੁਲ ਜੀ, ਹਾਂ ਸਾਰੀਆਂ ਅਵੇਲੇਬਲ ਹੈ। ਔਰ ਮੋਰ ਓਵਰ ਆਏ ਆ ਵੀ ਜਿਹੜੇ ਕੈਮਿਸਟ ਆ ਉਹ ਸਾਰੇ ਕੈਮਿਸਟ ਨਹੀਂ ਹੁੰਦੇ, ਉਹਨਾਂ ਨੇ ਕਿਹੜਾ ਕੋਈ ਕੋਰਸਿਸ ਕੀਤੇ ਹੁੰਦੇ, ਕਈ ਕਿਸੇ ਦਾ ਲਾਇਸੈਂਸ ਜਿਹੜਾ ਹੈਗਾ ਉਹ ਵਰਤਦੇ ਹੈਗੇ ਆ ਕਿਸੇ ਦਾ ਲੈ ਕੇ, ਹਨਾ ਜੀ। ਤੇ ਉਹ ਜਿਹੜਾ ਲਾਇਸੈਂਸ ਵਰਤਦੇ ਆ, ਲਾਇਸੈਂਸ ਕਿਸੇ ਦਾ ਹੈਗਾ, ਫਾਰਮਾਸਿਸਟ ਕੋਈ ਹੈ, ਵਰਤ ਕੋਈ ਰਿਹਾ, ਉਹ ਬਸ ਜਿਹੜਾ ਵੀ ਕੋਈ ਹੁੰਦਾ ਹੈਗਾ ਉਹ ਆਪਦੇ ਆਪ ਨੂੰ ਫਾਰਮਾਸਿਸਟ ਨਹੀਂ, ਉਹ ਡਾਕਟਰ ਹੀ ਸਮਝਦਾ ਹੈਗਾ। ਬਿਲਕੁਲ ਬਿਲਕੁਲ। ਡਾਕਟਰ ਸਾਡੇ ਨਾਲ ਜਗਜੀਤ ਸਿੰਘ ਜੀ ਮਾਨ ਵੀ ਮੌਜੂਦ ਨੇ ਸਟੂਡੀਓ ਦੇ ਵਿੱਚ, ਤੁਹਾਡੇ ਤੋਂ ਸਵਾਲ ਕਰਨਾ ਚਾਹੁੰਦੇ ਨੇ ਜੀ। ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਡਮ ਇੱਕ ਚੀਜ਼ ਤੁਸੀਂ ਦੱਸੀ ਸੀ ਕਿ ਕਈ ਹੋਰ ਥਾਵਾਂ ਤੇ ਵੀ ਉਧਮਪੁਰ ਕਸ਼ਮੀਰ ਦੇ ਵਿੱਚ ਵੀ ਡੈਥਸ ਹੋਈਆਂ ਸੀ, ਕੁਝ ਹੋਰ ਪਾਰਟਸ ਦੇ ਵਿੱਚ ਵੀ ਡੈਥ। ਹਾਂਜੀ ਹਾਂਜੀ ਹਾਂਜੀ। ਕੀ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਈ ਡਾਟਾ ਹੈ ਕਿ ਉਹਨਾਂ ਦਾ ਕੋਈ ਦੋਸ਼ੀਆਂ ਤੇ ਕੋਈ FIR ਦਰਜ ਹੋਈ ਹੋਵੇ ਜਾਂ ਕੋਈ ਕਾਰਵਾਈ ਹੋਵੇ? ਨਹੀਂ, ਉਹ ਨਹੀਂ ਹੈ, ਪਰ ਮੈਂ ਜਦੋਂ ਆਪਣਾ ਇਨਸੀਡੈਂਟ ਹੋਇਆ ਤਾਂ ਮੈਂ ਉਦੋਂ ਬਾਅਦ ਸਟੱਡੀ ਕੀਤਾ ਸਾਰਾ, ਤਾਂ ਫਿਰ ਉਦੋਂ ਮੈਂ ਇਹ ਕਈ ਵੀਡੀਓਜ਼ ਵੀ ਸੁਣੀਆਂ, ਮੈਂ ਉਦੋਂ ਡਾਟਾ ਵੀ ਦੇਖਿਆ ਵੀ ਉਦੋਂ ਇਹ ਹੋਇਆ, ਪਰ ਮੈਨੂੰ ਇਹਦੇ ਬਾਰੇ ਨਹੀਂ ਪਤਾ ਵੀ ਉਹ ਕਾਰਵਾਈ ਕੀ ਕੀਤੀ ਗਈ, ਹਨਾ ਜੀ। ਬਿਲਕੁਲ ਕੀਤੀ ਗਈ ਹੋਣੀ ਆ, ਉਹ ਕੰਪਨੀ ਬੰਦ ਕਰ ਦਿੱਤੀ ਹੋਣੀ ਆ, ਉਹ ਹੋਰ ਕੰਪਨੀ ਨੇ ਸ਼ੁਰੂ ਕਰ ਲਿਆ ਹੋਣਾ, ਬਸ ਇਹੀ ਹੁੰਦਾ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਜਿਸ ਤਰ੍ਹਾਂ ਹੁਣ ਆਪਣੇ ਭਾਰਤ ਦੇ ਵਿੱਚ ਸਿਸਟਮ ਚੱਲ ਰਿਹਾ ਵੀ ਗਲੀ ਗਲੀ ਡਾਕਟਰ ਬੈਠੇ ਨੇ, ਸਿਰਫ ਕੈਮਿਸਟ ਨਹੀਂ ਹੈ, ਡਾਕਟਰ ਵੀ ਬਥੇਰੇ ਬੈਠੇ ਨੇ ਜਿਨ੍ਹਾਂ ਦੇ ਨਾਂ ਦੇ ਨਾਲ ਡਾਕਟਰ ਲੱਗਦਾ ਹੈ। ਹੁਣ ਉਹ ਡਾਕਟਰ ਹੈ ਨਹੀਂ ਹੈ ਜੀ। ਸੁਣੋ, ਇੱਕ ਹਸਪੀਟਲ ਹੈ, ਉੱਥੇ ਕਿਸੇ ਨੇ 2 ਸਾਲ ਲਾ ਲਏ, ਸਾਲ ਲਾ ਲਿਆ, ਈਵਨ 6 ਮਹੀਨੇ ਲਾ ਲਏ, ਠੀਕ ਹੈ। ਉਹਨਾਂ ਨੇ ਬਾਹਰ ਇੱਕ ਦੁਕਾਨ ਖੋਲ ਕੇ ਬਹਿ ਜਾਣਾ ਤੇ ਉੱਤੇ ਡਾਕਟਰ ਲਿਖ ਦੇਣਾ, ਦੇयर इज नोबॉडी टू चेक। ਉੱਥੇ ਉਹ ਚੈੱਕ ਹੋਣਾ ਚਾਹੀਦਾ ਉਹਨਾਂ ਦਾ ਜੀ, ਠੀਕ ਹੈ। ਇੱਥੋਂ ਤੱਕ ਕਿ ਵੀ ਤੁਸੀਂ ਇੱਕ ਤਾਂ ਮੈਡੀਸਨ ਦੇਣਾ ਇਜ਼ ਅ ਡਿਫਰੈਂਟ ਇਸ਼ੂ। ਜਿਵੇਂ ਹੁਣ ਤੁਸੀਂ ਇੱਕ ਗਾਇਨੀ ਡਿਪਾਰਟਮੈਂਟ ਹੁੰਦਾ ਹੈਗਾ ਜਿੱਥੇ ਪੇਸ਼ੈਂਟ ਦੀ ਡਿਲੀਵਰੀ ਹੋਣੀ ਹੈ, ਉਹ ਛੋਟੇ ਕਲੀਨਿਕਸ ਦੇ ਵਿੱਚ ਜਿਹੜੀਆਂ ਕੁੜੀਆਂ 6-6 ਮਹੀਨੇ ਸਾਲ ਲਾ ਕੇ ਉਹ ਡਿਲੀਵਰੀਜ਼ ਕਰੀ ਜਾਂਦੀਆਂ ਉੱਥੇ ਜੀ, ਠੀਕ ਹੈ। ਉਹ ਕਿੰਨਾ ਦੇਖੋ ਰਿਸਕ ਕਿੰਨਾ ਵੱਡਾ ਜੀ। ਇਹ ਸਰਕਾਰ ਨੂੰ ਇਹ ਚਾਹੀਦਾ ਹੈ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੇ ਡਾਕਟਰਸ ਦਾ ਨੰਬਰ ਵਧਾਇਆ ਜਾਵੇ। ਇੱਕ ਡਾਕਟਰ ਕੋਲ 100 150 ਮਰੀਜ਼ ਹੈ, ਡਾਕਟਰ ਨੇ ਸਵੇਰੇ 8-9 ਵਜੇ ਡਿਊਟੀ ਤੇ ਆਉਣਾ, 2 ਵਜੇ ਤੱਕ ਡਾਕਟਰ ਲਈ ਕਿੰਨਾ ਮਤਲਬ ਇਹ ਥਕਾਵਟ ਵਾਲਾ ਜਾਂ ਕਿੰਨਾ ਮੈਂਟਲ ਸਟ੍ਰੈਸ ਹੈ ਵੀ ਉਹ 100-150 ਮਰੀਜ਼ ਦੇਖੇ। ਮਰੀਜ਼ ਸਵੇਰੇ ਜਾਂਦਾ, ਪਰਚੀ ਕਟਾਉਂਦਾ, 2-3 ਵਜੇ ਉਹ ਵਿਹਲਾ ਹੁੰਦਾ, ਪੇਸ਼ੈਂਟ ਲਈ ਵੀ ਬੜਾ ਔਖਾ ਹੈ। ਉੱਥੇ ਜੇ ਨੰਬਰ ਆਫ ਡਾਕਟਰਸ ਵਧੇ ਹੋਣ, ਹਰੇਕ ਡਾਕਟਰ ਜਿਹੜਾ ਆਰਾਮ ਨਾਲ 25-30-35 ਮਰੀਜ਼ ਦੇਖੇ, ਬਸ ਠੀਕ ਹੈ। ਨਾਲੇ ਮਰੀਜ਼ਾਂ ਨੂੰ ਸਹੂਲਤ ਹੋਵੇ, ਨਾਲੇ ਡਾਕਟਰਸ ਨੂੰ ਠੀਕ ਹੈਗਾ, ਨਾਲੇ ਉਹ ਪੇਸ਼ੈਂਟ ਦਾ ਕੋਈ ਪੈਸਾ ਨਹੀਂ ਲੱਗਦਾ ਉਹਦੇ ਤੇ, ਠੀਕ ਹੈ ਨਾ। ਬਿਲਕੁਲ ਠੀਕ ਹੈ। ਇੱਕ ਵਾਰੀ ਕਾਫੀ ਸਾਲ ਹੋ ਗਏ, ਮੇਰੀ ਇੱਕ ਕਲਾਸ ਫੈਲੋ ਸੀ, ਮੈਨੂੰ ਉਹਦਾ ਕਾਫੀ ਸਾਲਾਂ ਬਾਅਦ ਫੋਨ ਆਇਆ। ਮੈਂ ਬਾਈ ਚਾਂਸ ਉਹਨੂੰ ਪੁੱਛਿਆ, ਮੈਂ ਕਿਹਾ ਵੀ ਕੀ ਕਰਦੇ ਹੁੰਦੇ ਅੱਜ ਕੱਲ? ਕਹਿੰਦੀ ਜੀ ਮੈਂ ਡਾਕਟਰ ਹਾਂ ਤੇ ਗਾਇਨੀ ਦੀ ਡਾਕਟਰ ਹਾਂ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਜੀ ਤੁਸੀਂ ਤਾਂ BA। ਆਵਾਜ਼ ਨਹੀਂ ਕਲੀਅਰ, ਕਾਹਦੇ ਡਾਕਟਰਾਂ? ਉਹ ਕਹਿੰਦੇ ਵੈਸੇ ਗਾਇਨੀ ਜੀ, ਗਾਇਨੀ ਦੀ ਡਾਕਟਰ। ਓਕੇ ਹਾਂਜੀ। ਮੈਂ ਕਿਹਾ ਵੀ ਤੁਸੀਂ ਤਾਂ ਆਰਟਸ ਦੇ ਵਿੱਚ BA ਕੀਤੀ ਸੀ, ਉਸ ਤੋਂ ਬਾਅਦ ਮੈਨੂੰ ਪਤਾ ਵੀ ਤੁਸੀਂ ਲਾਇਬ੍ਰੇਰੀਅਨ ਦਾ ਡਿਪਲੋਮਾ ਕੀਤਾ ਸੀ,
ਤੇ ਤੁਸੀਂ ਡਾਕਟਰ ਕਿਵੇਂ ਬਣ ਗਏ? ਹਾਂ ਮੈਨੂੰ ਬੜੀ ਹੈਰਾਨੀ ਹੋਈ ਗੱਲ। ਉਹਨੇ ਤਾਂ ਚਲੋ ਗੋਲ ਕੀਤੀ ਗੱਲ, ਪਰ ਇਸ ਤਰ੍ਹਾਂ ਦੇ ਕਿੰਨੇ ਡਾਕਟਰ ਹੋਣਗੇ, ਪਤਾ ਨਹੀਂ ਕਿੱਥੋਂ ਉਹਨਾਂ ਨੇ ਡਿਗਰੀਆਂ ਲਿਆਂਦੀਆਂ ਹੋਣਗੀਆਂ। ਮਲਟੀਪਲ, ਤੁਸੀਂ ਤਾਂ ਇਮੇਜਿਨ ਨਹੀਂ ਕਰ ਸਕਦੇ ਕਿੰਨੇ ਕੁ ਡਾਕਟਰ ਹਰੇਕ ਪਿੰਡ ਦੇ ਵਿੱਚ। ਜੋ ਕੁਛ ਸਰਕਾਰ ਬੈਨ ਕਰਦੀ ਆ ਉਹ ਹੋ ਰਿਹਾ ਉੱਥੇ ਆਪਣੇ ਸ਼ਰੇਆਮ ਹੋ ਰਿਹਾ। ਉਹਨਾਂ ਨੂੰ ਕੋਈ ਚੈੱਕ ਨਹੀਂ ਕਰਦਾ, ਕੋਈ ਕੁਛ ਕਰਦਾ ਹੈਗਾ। ਉਹ ਚੈੱਕ ਹੋਣਾ ਚਾਹੀਦਾ। ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਰਿਹਾ ਹੈ। ਜਿਸ ਲੋਕ ਸਹੀ ਡਾਕਟਰ ਹੈ, ਜਿਹੜਾ ਨੁਕਸਾਨ ਉਹਨਾਂ ਦਾ ਹੁੰਦਾ ਨਾ ਉਹਨਾਂ ਦਾ ਖਰਾਬ ਹੁੰਦਾ, ਕਿ ਸਹੀ ਡਾਕਟਰ ਆ ਜਿਹੜੇ ਉਹ ਬਦਨਾਮ ਹੁੰਦੇ ਆ। ਬਿਲਕੁਲ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ। ਬਿਲਕੁਲ। ਜਿਹੜੇ ਕੈਮਿਸਟਾਂ ਦੇ ਵੀ ਅਸੀਂ ਦੇਖਿਆ ਵੀ ਲਾਇਸੈਂਸ ਜਿਹੜੇ ਆ ਉਹ ਕਿਸੇ ਹੋਰ ਦਾ ਹੁੰਦਾ, ਦੁਕਾਨ ਕੋਈ ਹੋਰ ਚਲਾ ਰਿਹਾ ਹੁੰਦਾ। ਤਾਂ ਦੇਖੋ ਫਾਰਮਾਸਿਸਟ ਤਾਂ ਉਹੀ ਬੰਦਾ ਹੈ ਨਾ ਜਿਹਦਾ ਲਾਇਸੈਂਸ ਹੈ ਜੀ। ਨੌਲੇਜ ਤਾਂ ਉਹਨੂੰ ਹੈ ਸਾਰੀ ਦਵਾਈ ਨੌਲੇਜ ਉਸੇ ਨੂੰ। ਹਾਂ ਬਿਲਕੁਲ, ਹੈ ਨਾ। ਤੇ ਹੁਣ ABCXYZ ਕਿਸੇ ਨੇ ਵੀ ਲੈ ਲਿਆ ਲਾਇਸੈਂਸ ਤੇ ਦੁਕਾਨ ਚਲਾਤੀ, ਅੱਗੋਂ ਉਹ ਵੀ ਨਹੀਂ, ਉਹਨੇ ਵੀ ਅੱਗੇ 1-2 EMPLOYEES ਰੱਖੇ ਹੁੰਦੇ ਆ। ਉਹਨਾਂ ਨੇ ਇਹ ਥੋੜੀ ਵੀ ਜਿਹੜੀ ਡਾਕਟਰ ਦੀ ਪਰਚੀ ਆਉਣੀ ਉਹੀ ਦਵਾਈ ਦੇਣੀ ਹੈ। ਤੁਸੀਂ ਚਲੇ ਜਾਓ, ਮੈਨੂੰ ਬੁਖਾਰ ਹੈ, ਮੈਨੂੰ ਉਹਨਾਂ ਨੇ ਵਿਦਾਊਟ ਐਨੀ ਟੈਸਟ ਤੁਹਾਨੂੰ ਦਵਾਈ ਫੜਾ ਦੇਣੀ ਹੈਗੀ, ਉਹ ਆਪੇ ਡਾਕਟਰ ਹੈ ਜੀ। ਉਹ ਸਿਰਫ ਪਰਚੀਆਂ ਦੇਖ ਕੇ ਤੁਹਾਡੀਆਂ ਤੇ ਅੰਦਾਜ਼ੇ ਲਾ ਲੈਂਦੇ ਆ। ਤੇ ਬਿਲਕੁਲ ਉਹਨਾਂ ਮਤਲਬ ਐਕਸਪੀਰੀਅੰਸ ਹੋ ਜਾਂਦਾ ਨਾ। ਹੁਣ ਆਪਾਂ ਹੈਗੇ ਇੱਥੇ, ਦੇਖੋ ਆਪਾਂ ਪੈਰਾਸੀਟਾਮੋਲ ਦੀ ਗੋਲੀ ਆ, ਹਰੇਕ ਬੰਦੇ ਨੂੰ ਪਤਾ ਵੀ ਪੈਰਾਸੀਟਾਮੋਲ ਬੁਖਾਰ ਵਾਸਤੇ ਹੁੰਦੀ ਆ। ਉਹ ਹਰੇਕ ਨੇ ਥੋੜੇ ਫੜਾ ਦੇਣੀ ਆ, ਜਿਹੜੀ ਵੀ ਕੋਈ ਦਵਾਈ ਹੋਈ। ਉਹ ਦੈਟ ਡਜ਼ਨਟ ਮੈਟਰ ਉਹਨਾਂ ਨੂੰ ਕੋਈ ਸਾਈਡ ਇਫੈਕਟ ਹੋਏ, ਕੁਛ ਹੋਵੇ, ਉਹਨਾਂ ਨੂੰ ਉਹਦੇ ਬਾਰੇ ਨੌਲੇਜ ਨਹੀਂ ਹੈਗੀ ਤੇ ਉਹ ਚੱਲੀ ਜਾਂਦਾ, ਉਹਨਾਂ ਦਾ ਸਾਰਾ ਸਿਸਟਮ ਚੱਲੀ ਜਾਂਦਾ। ਔਰ ਤੁਸੀਂ ਮੰਨੋ, ਮੇਰਾ ਖਿਆਲ ਹੈ ਵੀ ਛੋਟੇ ਪਿੰਡਾਂ 'ਚ 5-5, 6-6 ਉਹਨਾਂ ਨੂੰ ਕਹਿੰਦੇ ਆ RMPs, ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ। ਉਹ RMPs ਤਾਂ ਅੱਜ ਕੱਲ ਹੁੰਦੇ ਹੀ ਨਹੀਂ ਗੇ ਜੀ। ਉਹ ਉਹੀ ਹੈ ਵੀ ਜਿਹੜੇ ਕਲੀਨਿਕਸ ਤੇ ਜਾਂ ਹਸਪੀਟਲਾਂ ਦੇ ਵਿੱਚ ਥੋੜਾ ਟਾਈਮ ਲਾ ਕੇ ਸਾਰੇ ਬਣੇ ਪਏ ਹੈਗੇ ਆ ਜੀ। ਹਾਂ, ਉੱਥੇ ਮਤਲਬ ਅਵੇਅਰਨੈਸ ਨਹੀਂ ਗੀ। ਆਪਣੇ ਪ੍ਰੋਬਲਮ ਇੱਥੇ ਇਹ ਆ ਜਾਂਦੀ ਹੈ ਵੀ ਲੋਕਾਂ 'ਚ ਅਵੇਅਰਨੈਸ ਨਹੀਂ ਗੀ। ਆਪਣੇ ਤਾਂ ਜਾ ਕੇ ਕਹਿੰਦੇ ਆ ਵੀ ਮੈਨੂੰ ਆਹ ਪ੍ਰੋਬਲਮ ਹੈਗੀ ਹੈ ਜੀ, ਹਰੀ ਦਵਾਈ ਦੇ ਦਿਓ, ਕੋਈ ਕਹਿੰਦਾ ਮੈਨੂੰ ਪੀਲੀ ਦਵਾਈ ਦੇ ਦਿਓ, ਕੋਈ ਕਹਿੰਦਾ ਮੇਰੇ ਟੀਕਾ ਲਾ ਦਿਓ। ਜ਼ਿਆਦਾਤਰ ਇਹ ਵੀ ਹੈ, ਪੱਤਿਆਂ ਦੇ ਰੰਗ ਵੇਖ ਕੇ ਹੀ ਲੋਕ ਮੰਗਦੇ ਆ, ਉਹ ਅੱਗੇ ਦਿੱਤੇ ਜਾ ਰਹੇ। ਵੀ ਕੀ ਨਾ, ਦੇਖੋ ਲੋਕ, ਗਰੀਬੀ ਵੀ ਇੱਕ ਚੀਜ਼ ਹੈ ਹਨਾ ਵੀ। ਲੋਕ ਕਾਰਨ ਕੀ, ਪਹਿਲਾਂ ਡਾਕਟਰ ਦੀ ਕੰਸਲਟੇਸ਼ਨ ਫੀਸ ਦੇਣ, ਉਹ ਫਿਰ ਉਹ ਪ੍ਰਾਈਵੇਟ ਦਿਖਾਉਣ ਤੇ ਉਹ ਉੱਥੇ 40-50 ਰੁਪਏ ਦੀ ਦਵਾਈ ਲੈ ਕੇ, 20 ਰੁਪਏ ਦੀ ਦਵਾਈ ਲੈ ਕੇ ਉਹ ਠੀਕ ਹੋ ਜਾਂਦੇ ਆ। ਬਸ ਠੀਕ ਹੈ, ਚੱਲੀ ਜਾਂਦਾ ਢਾਂਚਾ ਉਹਨਾਂ ਦਾ। ਬਿਲਕੁਲ। ਇਹ ਕੋਸ਼ਿਸ਼ ਡਾਕਟਰ ਸਾਹਿਬ, ਇਹ ਕੋਸ਼ਿਸ਼ ਅਨਪੜ੍ਹ ਲੋਕਾਂ ਦੀ ਨਹੀਂ। ਅਸੀਂ ਪੜ੍ਹੇ ਲਿਖੇ ਲੋਕ ਵੀ ਅਕਸਰ ਐਵੇਂ ਕਰਦੇ ਆ ਕਿ ਜਿਹਨਾਂ ਨੂੰ ਥੋੜਾ ਪਤਾ ਹੈ ਉਹ ਸਿੱਧੀ ਜਾ ਕੇ ਦਵਾਈ ਮੰਗਦੇ ਆ, ਉਹਨੂੰ ਕਹਿੰਦੇ ਵੀ ਆਹ ਦੇ ਦੇ ਯਾਰ, ਹਨਾ। ਨਹੀਂ, ਉਹ ਗਲਤ ਹੈ ਨਾ। ਫਿਰ ਐ ਕਿੰਨੇ ਸਾਈਡ ਇਫੈਕਟਸ ਹੋ ਜਾਂਦੇ ਆ। ਜਿਵੇਂ ਇਹਨਾਂ ਨੇ ਬਾਈ ਜੀ ਨੇ ਕਿਹਾ ਹੈ ਕਿ ਉਹ BA ਸੀ ਜਾਂ ਜੋ ਵੀ ਉਹਨਾਂ ਦੇ ਕੋਈ ਕੁਲੀਗ ਸੀ, ਤਾਂ ਉਹ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਈਵਨ ਤੁਸੀਂ ਦੇਖੋ ਵੀ ਐਬੋਰਸ਼ਨ ਹੈ ਜਿਹੜਾ, ਉਹ ਸਿਰਫ MTP ਸੈਂਟਰਸ ਵਿੱਚ ਹੋਣਾ ਚਾਹੀਦਾ ਜੀ। ਤੇ ਉਹ ਪਿੰਡਾਂ 'ਚ ਸਭ ਜੋ ਜਨਤਾ ਉਹਨਾਂ ਨੇ ਆਪਣੇ ਖੋਲ ਰੱਖੇ ਹੈ ਤੇ ਉਹ ਕਰੀ ਜਾਂਦੇ, ਔਰ ਕਿੰਨੇ 1000 ਰੁਪੀਜ਼ ਪਰ ਪੇਸ਼ੈਂਟ ਉਹ ਲਈ ਜਾਂਦੇ ਹੈਗੇ ਆ। ਬਹੁਤ ਇਲੀਗਲ ਕੰਮ ਹੋ ਰਿਹਾ। ਔਰ ਇਸ ਕੰਮ ਦੇ ਵਿੱਚ ਕਿਉਂਕਿ ਬੇਭੇਤੀ ਚੀਜ਼ ਹੈ, ਲੋਕਾਂ ਨੂੰ ਪਤਾ ਨਹੀਂ ਹੁੰਦਾ। ਡਾਕਟਰੀ ਪੇਸ਼ਾ ਹੀ ਇਸ ਤਰ੍ਹਾਂ ਦਾ ਹੈ ਵੀ ਆਮ ਬੰਦੇ ਨੂੰ ਤਾਂ ਇਹਦੀ ਜਾਣਕਾਰੀ ਨਹੀਂ ਹੁੰਦੀ। ਤੁਸੀਂ ਜੋ ਮੰਗ ਲਓਗੇ ਉੱਥੇ ਆ ਕੇ ਕੋਈ ਬਾਰਗੇਨਿੰਗ ਵੀ ਨਹੀਂ ਹੋ ਸਕਦੀ। ਠੀਕ ਹੈ। ਔਰ ਇਸੇ ਲਾਲਚ ਦੇ ਤਹਿਤ ਹੀ ਮਤਲਬ ਕਿ ਜਿਹੜੇ ਅਣਸਿੱਖਿਅਤ ਲੋਕ ਹੈ ਜਿਹੜੇ ਉਹ ਡਾਕਟਰੀ ਕਰੀ ਜਾਂਦੇ ਆ ਔਰ ਉਹ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ। ਐਕਚੁਅਲੀ ਆਮ ਜਨਤਾ ਨਾ ਜਿਹੜੀ ਉੱਥੇ, ਉਹ ਇਲੀਟਰੇਟ ਹੈ। ਇਲੀਟਰੇਟ ਵੀ ਹੈਗੀ ਆਪਣੇ, ਦੇਖੋ ਹਨਾ, ਤੇ ਪਾਵਰਟੀ ਵੀ ਹੈਗੀ ਹੈ, ਪਾਪੂਲੇਸ਼ਨ ਵੱਧ ਹੈ। ਇਹ ਕਈ ਕਾਰਨ ਹੈ ਉੱਥੇ। ਕਈ ਵਾਰੀ ਡਾਕਟਰ ਸਾਹਿਬ ਮਾਫ ਕਰਨਾ, ਮੈਂ ਰੋਕ ਰਿਹਾ ਤੁਹਾਨੂੰ। ਹਾਂਜੀ, ਕਈ ਵਾਰੀ ਕੀ ਹੁੰਦਾ ਕਿ ਸਾਡੇ ਜਿਹੜੇ ਪੜ੍ਹੇ ਲਿਖੇ ਬੰਦੇ ਆ ਉਹ ਵੀ ਅਨਪੜ੍ਹਾਂ ਨਾਲੋਂ ਵੱਧ ਜਿਹੜਾ ਘਟੀਆ ਬਿਹੇਵੀਅਰ ਕਰਦੇ ਆ। ਮੈਂ ਤੁਹਾਨੂੰ ਇੱਕ ਉਦਾਹਰਨ ਦੇ ਰਿਹਾ। ਮੇਰੇ ਕੋਲੇ ਨਾ ਨੈਸ਼ਨਲ ਯੂਥ ਫੈਸਟੀਵਲ ਹੋ ਰਿਹਾ ਸੀ ਨੋਇਡਾ ਦੇ ਵਿੱਚ, 7-8 ਸਾਲ ਦੀ ਗੱਲ ਹੈ ਇਹ। ਮੇਰੇ ਨਾਲ 2 ਕਲਾਸ 1 ਅਫਸਰ ਹੋਰ ਸੀਗੇ। ਕੁਦਰਤੀ ਮੌਸਮ ਇਹੋ ਜਿਹਾ ਭੈੜਾ ਸੀ ਉੱਥੇ, ਖਾਣਾ ਪੀਣਾ ਵੀ ਇੰਨਾ ਮਾੜਾ ਸੀ ਕਿ ਅਸੀਂ ਤਿੰਨੇ ਬਿਮਾਰ ਹੋ ਗਏ। ਉਹਨਾਂ ਚੋਂ ਇੱਕ ਬੰਦਾ ਸੀਗਾ ਜਿਹੜਾ, ਉਹਨੇ ਤਾਂ ਕੀ ਕੀਤਾ, ਆਪਦੇ ਥੈਲੇ ਦੇ ਵਿੱਚੋਂ ਗੋਲੀਆਂ ਕੱਢੀਆਂ ਤੇ ਮੈਨੂੰ ਕਹਿੰਦਾ ਵੀ ਆ ਲੈ ਤੂੰ, ਅੱਧੀਆਂ ਕੁ ਤੂੰ ਲੈ ਲਾ ਤੇ ਅੱਧੀਆਂ ਕੋ ਦੂਜੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਉਹਨੇ। ਦੂਜੇ ਨੇ ਤਾਂ 1-2 ਲੈ ਲਈਆਂ ਵਿੱਚੋਂ। ਮੈਂ ਕਿਹਾ ਵੀ ਮੈਂ ਤਾਂ ਦਵਾਈ ਨਹੀਂ ਖਾਂਦਾ, ਮੈਂ ਤਾਂ ਬਿਨਾਂ ਦਵਾਈ ਤੋਂ ਠੀਕ ਹੋ ਜਾਊਗਾ ਤੇ ਤੁਸੀਂ ਆਪ ਲੈ ਲਓ। ਲਓ ਜੀ, ਇੱਕ ਦਿਨ ਉਹ ਨਾ ਠੀਕ ਹੋਇਆ, ਅਗਲੇ ਦਿਨ ਉਹਨੇ ਫੋਨ ਕੀਤਾ ਉੱਥੋਂ
ਤੇ ਨੇੜੇ ਹੀ ਇੱਕ ਕੈਮਿਸਟ ਸੀਗਾ, ਜਾ ਕੇ ਕੈਮਿਸਟ ਤੋਂ ਦੱਸ ਕੇ ਕੋਈ ਹੋਰ ਗੋਲੀਆਂ ਲੈ ਆਇਆ। ਦੂਸਰੇ ਦਿਨ ਉਹ ਗੋਲੀਆਂ ਖਾਧੀਆਂ, ਫਿਰ ਠੀਕ ਨਾ ਹੋਏ। ਤੀਸਰੇ ਦਿਨ ਫਿਰ ਉੱਥੇ ਉਹਨੇ ਫੋਨ ਕੀਤਾ ਆਪਣੇ ਡਾਕਟਰ ਨੂੰ, ਕਹਿੰਦਾ ਜੀ ਆਹ ਪ੍ਰੋਬਲਮ ਹੋ ਗਈ। ਉਹਨੇ ਕੁਝ ਹੋਰ ਦੱਸਤੀਆਂ। ਮਤਲਬ ਮੇਰਾ ਖਿਆਲ ਹੈ ਕਿ ਜੇ ਮੈਂ ਝੂਠ ਵੀ ਨਾ ਬੋਲਾਂ ਤੇ 250 ਗ੍ਰਾਮ ਗੋਲੀਆਂ ਉਹ 3-4 ਦਿਨਾਂ ਦੇ ਵਿੱਚ ਉਹ ਬੰਦਾ ਖਾ ਗਿਆ ਹੋਊਗਾ। ਤੇ ਠੀਕ ਉਹ ਵੀ ਉਦੋਂ ਹੀ ਹੋਇਆ ਤੇ ਠੀਕ ਮੈਂ ਵੀ ਉਦੋਂ ਹੋਇਆ ਬਿਨਾਂ ਗੋਲੀਆਂ ਤੋਂ। ਸੋ ਸਾਡੇ ਪੜ੍ਹੇ ਲਿਖੇ ਬੰਦੇ ਵੀ ਇਸ ਤਰ੍ਹਾਂ ਦੇ ਜਿਹੜਾ ਉਹਨਾਂ ਦਾ ਆਪਣੀ ਨਾ ਜਿਵੇਂ ਹੁਣ ਬਾਡੀ ਦੇ ਵਿੱਚ ਹੀ ਇੱਕ ਇਮਿਊਨ ਸਿਸਟਮ ਹੁੰਦਾ। ਹੁਣ ਆਪਾਂ ਨੂੰ ਜ਼ੁਕਾਮ ਹੋ ਜਾਂਦਾ, ਉਹਨੇ ਤੀਜੇ ਚੌਥੇ ਦਿਨ ਮੋਸਟਲੀ ਠੀਕ ਹੋ ਜਾਣਾ। ਜੇ ਬਹੁਤਾ ਹੀ ਵਿਗੜ ਜਾਵੇ ਤਾਂ ਹੀ ਆਪਾਂ ਨੂੰ ਮੈਡੀਸਨ ਲੈਣ ਦੀ ਲੋੜ ਪੈਂਦੀ ਆ। ਆਪਣੀ ਆਪ ਦੀ ਵੀ ਇਮਿਊਨਿਟੀ ਕਾਊਂਟ ਕਰਦੀ ਆ ਉਹਦੇ ਵਿੱਚ। ਆਪਾਂ ਵੇਟ ਨਹੀਂ ਕਰਦੇ, ਆਪਾਂ ਦਵਾਈ ਸਿੱਟਣ ਦੀ ਗੱਲ ਕਰਦੇ ਆ। ਆਏ ਨਹੀਂ ਹੋਣਾ ਚਾਹੀਦਾ। ਤੁਹਾਡੀ ਗੱਲ ਇਹ ਬਿਲਕੁਲ ਠੀਕ ਹੈ। ਮੈਨੂੰ ਇੱਕ ਬਚਪਨ ਦੀ ਗੱਲ ਯਾਦ ਹੈ। ਮੈਂ ਜਦੋਂ 9ਵੀਂ 10ਵੀਂ ਚ ਪੜ੍ਹਦਾ ਹੁੰਦਾ ਸੀ, ਮੈਨੂੰ ਜ਼ੁਕਾਮ ਬੜਾ ਲੱਗਦਾ ਸੀ ਤੇ ਮੇਰੇ ਫਾਦਰ ਸਾਹਿਬ ਸਿਹਤ ਡਿਪਾਰਟਮੈਂਟ ਦੇ ਵਿੱਚ ਸਰਵਿਸ ਕਰਦੇ ਸੀ ਉਦੋਂ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਤੁਸੀਂ ਦਵਾਈ ਦਿਓ, ਤੁਹਾਡੇ ਕੋਲੇ ਘਰੇ ਦਵਾਈਆਂ ਪਈਆਂ ਹੁੰਦੀਆਂ ਤੇ ਤੁਸੀਂ ਮੈਨੂੰ ਦੇ ਦਿਓ। ਉਹਨਾਂ ਨੇ ਦਵਾਈ ਦੇਣ ਦੀ ਬਜਾਏ ਇੱਕ ਕਿਤਾਬ ਲਿਆਏ। ਉਹ ਮੈਨੂੰ ਕਿਤਾਬ ਦਾ ਨਾਂ ਤਾਂ ਪਤਾ ਨਹੀਂ, ਕਹਿੰਦੇ ਆਹ ਦੇਖ ਪੜ੍ਹ ਕੀ ਲਿਖਿਆ। ਮੈਂ ਕਿਹਾ ਜੀ ਤੁਸੀਂ ਦੱਸ ਦਿਓ, ਮੈਨੂੰ ਤਾਂ ਅੰਗਰੇਜ਼ੀ ਇੰਨੀ ਆਉਂਦੀ ਨਹੀਂ। ਕਹਿੰਦੇ ਆਹ ਲਿਖਿਆ ਹੋਇਆ ਹੈ ਕਿ ਜੇ ਜ਼ੁਕਾਮ ਲੱਗ ਗਿਆ ਤੇ ਤੁਸੀਂ ਦਵਾਈ ਲਓਗੇ ਤਾਂ 1 ਹਫ਼ਤੇ ਦੇ ਵਿੱਚ ਹੀ ਠੀਕ ਹੋ ਜਾਊਗਾ, ਜੇ ਦਵਾਈ ਨਾ ਲਓਗੇ ਤਾਂ 7 ਦਿਨਾਂ ਦੇ ਵਿੱਚ ਠੀਕ ਹੋਊ। ਮੈਂ ਕਿਹਾ ਜੀ ਇਹਦਾ ਕੀ ਮਤਲਬ ਹੈ? ਕਹਿੰਦੇ ਵੀ ਜੇ ਦਵਾਈ ਨਹੀਂ ਲੈਂਦੇ ਲੱਗਦਾ ਵੀ ਲੰਮਾ ਕਿੰਨੇ ਦਿਨ ਹੋ ਗਏ, ਤੇ ਦਵਾਈ ਲੱਗੇ ਅਗਲਾ ਕਹਿੰਦਾ ਲੈ ਦਵਾਈ ਲਈ ਸੀ ਬੜੀ ਛੇਤੀ ਠੀਕ ਹੋ ਗਿਆ। ਇੰਨਾ ਕੀ ਫਰਕ ਹੁੰਦਾ ਬਸ। ਇਸ ਤੋਂ ਬਾਅਦ ਫਿਰ ਮੈਂ ਇੰਨਾ ਹੀ ਫਰਕ ਹੁੰਦਾ, ਹੋਰ ਕੀ। ਬਿਲਕੁਲ ਬਹੁਤ ਸਾਰੇ ਇਹੋ ਜਿਹੇ ਕੰਪਲਿਕੇਸ਼ਨਸ ਹੁੰਦੀਆਂ ਜਿਨ੍ਹਾਂ ਦੀ ਦਵਾਈ ਜ਼ਰੂਰੀ ਹੁੰਦੀ ਹੈ। ਐਲੋਪੈਥੀ ਜਿਹੜੀ ਕਈ ਇਲਾਜ ਜਿਹੜੇ ਆ ਉਹਨੂੰ ਮੌਕੇ ਤੇ ਕੀਤਾ ਜਾਣਾ ਜ਼ਰੂਰੀ ਹੁੰਦਾ। ਉਦੋਂ ਐਲੋਪੈਥੀ ਜਿਹੜੀ ਉਹਦੀ ਵਰਤੋਂ ਤਾਂ ਜਾਇਜ਼ ਹੈ, ਲੇਕਿਨ ਬਿਨਾਂ ਸੋਚੇ ਸਮਝੇ, ਬਿਨਾਂ ਕਿਸੇ ਪ੍ਰਿਸਕ੍ਰਿਪਸ਼ਨ ਦੇ, ਬਗੈਰ ਡਾਕਟਰ ਦੀ, ਬਗੈਰ ਐਕਸਪਰਟ ਗਾਈਡੈਂਸ ਤੇ ਮੈਡੀਸਨ ਨਹੀਂ ਲੈਣੀ ਚਾਹੀਦੀ, ਕਦੇ ਵੀ ਨਹੀਂ ਲੈਣੀ ਚਾਹੀਦੀ ਜੀ। ਮੈਨੂੰ ਪਿੱਛੇ ਜੇ ਇੱਕ ਪ੍ਰੋਬਲਮ ਹੋ ਗਈ ਇੱਥੇ ਜੀ ਕੈਨੇਡਾ ਦੇ ਵਿੱਚ। ਇਸ ਵੇਲੇ ਮੈਂ ਸਰੀ ਚ ਰਹਿ ਰਿਹਾ। ਬਾਈ ਚਾਂਸ ਮੇਰੇ ਇੱਕ ਦੋਸਤ ਨੂੰ ਪਤਾ ਲੱਗਿਆ ਤੇ ਉਹਦਾ ਮੈਨੂੰ ਉੱਥੋਂ ਫੋਨ ਆਇਆ ਇੰਡੀਆ ਤੋਂ। ਤੇ ਮੈਨੂੰ ਕਹਿੰਦਾ ਕੀ ਪ੍ਰੋਬਲਮ ਹੈ? ਮੈਂ ਕਿਹਾ ਵੀ ਆਹ ਇਸ ਤਰ੍ਹਾਂ ਹੈਗਾ। ਕਹਿੰਦਾ ਤੁਹਾਡੇ ਘਰੇ ਫਲਾਨੀ ਦਵਾਈ ਨਹੀਂ ਪਈ? ਮੈਂ ਕਿਹਾ ਮੈਂ ਤਾਂ ਪਹਿਲੀ ਵਾਰੀ ਨਾਂ ਸੁਣਿਆ। ਕਹਿੰਦਾ ਨਹੀਂ ਇਹ ਤਾਂ ਪਈਆਂ ਹੀ ਹੁੰਦੀਆਂ ਇਸ ਤਰ੍ਹਾਂ ਦੀਆਂ ਦਵਾਈਆਂ ਤਾਂ। ਮੈਂ ਕਿਹਾ ਵੀ ਭਾਈ ਸਾਹਿਬ ਇਹ ਇੰਡੀਆ ਨਹੀਂ ਹੈ, ਇਹ ਕੈਨੇਡਾ ਹੈਗਾ। ਇੱਥੇ ਡਾਕਟਰ ਲਿਖ ਕੇ ਦੇਊਗਾ ਤੇ ਫਿਰ ਅੱਗੇ ਜਾ ਕੇ ਕੈਮਿਸਟ ਨੇ ਦਵਾਈ ਦੇਣੀ ਹੈ, ਨਹੀਂ ਤਾਂ ਦਵਾਈ ਨਹੀਂ ਦਿੰਦੇ। ਕਹਿੰਦਾ ਯਾਰ ਕਿਹੋ ਜਿਹਾ ਦੇਸ਼ ਹੈ ਵੀ ਦਵਾਈਆਂ ਨਹੀਂ ਰੱਖਦੇ ਤੁਸੀਂ ਆਪਦੇ ਘਰੇ, ਫਿਰ ਬਚਦੇ ਕਿਵੇਂ ਆ ਲੋਕ ਇੱਥੇ? ਕਹਿੰਦੇ ਮਤਲਬ ਕਿ ਆਪਾਂ ਨੂੰ ਕਿੰਨੀ ਵਾਰੀ ਲੱਗਦਾ, ਦੇਖੋ ਕਈ ਵਾਰੀ ਲੋਕਾਂ ਨੂੰ ਇੱਥੇ ਪਰੇਸ਼ਾਨੀ ਤਾਂ ਬਹੁਤ ਆਉਂਦੀ ਹੈ ਕੈਨੇਡਾ ਦੇ ਵਿੱਚ ਵੀ ਹੈਲਥ ਸਿਸਟਮ ਸਲੋ ਹੈ, ਪਰ ਇਹ ਚੰਗੀ ਗੱਲ ਹੈ ਵੀ ਮਾੜੇ ਮੋਟੇ ਤੋਂ ਦਵਾਈ ਨਹੀਂ ਦਿੰਦੇ। ਉਹ ਕਹਿੰਦੇ ਕੋਈ ਨਾ ਤੁਹਾਡਾ ਇਮਿਊਨ ਸਿਸਟਮ ਆਪੇ ਠੀਕ ਹੋਊਗਾ, ਤੁਸੀਂ ਕੱਲੀ ਪੈਰਾਸੀਟਾਮੋਲ ਲੈ ਲਓ, ਮੈਨੂੰ ਇਹ ਠੀਕ ਲੱਗਦਾ ਹੈ। ਤੇ ਜਿਹੜੇ ਐਂਟੀਬਾਇਓਟਿਕਸ ਐਂਡ ਆਲ ਦੈਟ ਹੈਗੇ ਆ ਉਹ ਲੋੜ ਪੈਣ ਦੇ ਦਿੰਦੇ ਆ। ਸੋ ਡਾਕਟਰ ਸਾਹਿਬ ਅਸੀਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਆ। ਤੁਹਾਡਾ ਜਨਮ ਦਿਨ ਹੈ, ਮੇਰੇ ਵੱਲੋਂ ਵੀ ਬਹੁਤ ਮੁਬਾਰਕਾਂ ਜੀ। ਔਰ ਦੂਸਰਾ ਕਿਉਂਕਿ ਜਨਮ ਦਿਨ ਦਾ ਅੱਜ ਤੁਸੀਂ ਛੋਟਾ ਮੋਟਾ ਜਸ਼ਨ ਵੀ ਹੋਣਾ ਹੈ, ਇਸ ਕਰਕੇ ਅਸੀਂ ਤੁਹਾਡਾ ਬਹੁਤਾ ਟਾਈਮ ਨਹੀਂ ਲੈਂਦੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ ਥੈਂਕ ਯੂ ਜੀ। ਥੈਂਕ ਯੂ। ਤੁਸੀਂ ਡਾਕਟਰ ਸਾਹਿਬ ਤੋਂ ਵੀ ਉਹ ਪੱਖ ਸੁਣੇ ਜਿਹੜੇ ਡਾਕਟਰੀ ਤੌਰ ਤੇ ਜ਼ਰੂਰੀ ਸੀ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਕਸਰ ਇਹ ਦਵਾਈ ਕਿੱਥੇ ਕਿੱਥੇ ਕਿਵੇਂ ਕਿਵੇਂ ਅਸਰ ਕਰਦੀ ਹੈ। ਬਹੁਤ ਸਾਰੇ ਤੱਥ ਜਿਹੜੇ ਹੈ ਉਹ ਅੰਕੜੇ ਸਾਡੇ ਕੋਲ ਵੀ ਮੌਜੂਦ ਨੇ, ਸੋ ਅਸੀਂ ਤੁਹਾਡੇ ਤੱਕ ਜ਼ਰੂਰ ਪੁੱਜਦੇ ਕਰਨਾ ਚਾਹੁੰਦੇ ਹਾਂ। ਮਨੁੱਖਾਂ ਤੇ ਕਹਿੰਦੇ ਮਿਸ਼ਰਣ ਦਾ ਪ੍ਰਭਾਵ 3 ਪੜਾਵਾਂ ਦੇ ਵਿੱਚ ਹੁੰਦਾ ਹੈ, ਜਿਸ 'ਚ ਪਹਿਲਾ ਪੜਾਅ ਹੈ ਕਿ ਪਹਿਲੇ 2 ਦਿਨਾਂ ਦੇ ਵਿੱਚ ਉਲਟੀਆਂ, ਦਸਤ, ਪੇਟ ਦਰਦ ਤੇ ਮਨ ਦਾ ਸੁੰਨ ਹੋ ਜਾਣਾ, ਇਹਨੂੰ ਮਾਈਨਰ ਕੋਮਾ ਵੀ ਕਿਹਾ ਜਾ ਸਕਦਾ। ਉਹ ਇਸ ਦਵਾਈ ਦੇ ਜੇ ਇਹ ਮਿਸ਼ਰਣ ਜਿਹੜਾ ਉਹਦੇ ਵਿੱਚ ਪਾਇਆ ਜਾਂਦਾ ਕਿਸੇ ਦਵਾਈ ਦੇ ਵਿੱਚ, ਤਾਂ ਇਹ ਇਸ ਤਰ੍ਹਾਂ ਦਾ ਅਸਰ ਜਿਹੜਾ ਹੈ ਉਹ ਮਨੁੱਖ ਤੇ ਕਰਦਾ। ਤੁਸੀਂ ਦੇਖੋ ਜਿਹੜਾ ਬੰਦੇ ਤੇ ਇਸ ਤਰ੍ਹਾਂ ਦਾ ਅਸਰ ਕਰਦਾ ਹੈ, ਉਹ ਛੋਟਾ ਬੱਚਾ ਜਿਹੜਾ ਬਹੁਤ ਕੋਮਲ ਹੁੰਦਾ ਹੈ ਉਹਦੇ ਤੇ ਕਿਸ ਤਰ੍ਹਾਂ ਦਾ ਅਸਰ ਕਰਦਾ ਹੋਊਗਾ, ਜਿਹਦਾ ਕਿ ਹੱਡੀਆਂ ਵੀ ਬਹੁਤ ਕਮਜ਼ੋਰ ਹੁੰਦੀਆਂ ਨੇ, ਉਹਦਾ ਸਾਰੇ ਆਰਗਨ ਜਿਹੜੇ ਆ ਉਹ ਬਹੁਤ ਜ਼ਿਆਦਾ ਨਾਜ਼ੁਕ ਹੁੰਦੇ ਨੇ ਕਿਉਂਕਿ ਉਹ ਹਜੇ ਵਿਕਸਿਤ ਹੋ ਰਹੇ ਹੁੰਦੇ ਨੇ। ਸੋ ਇੱਕ ਇਮਿਊਨ ਸਿਸਟਮ ਵੀ ਕਾਫੀ ਕਮਜ਼ੋਰ। ਬਿਲਕੁਲ ਜੀ, ਬਿਲਕੁਲ। ਇੱਕ ਕੱਲ੍ਹ ਸਾਡੇ ਨਾਲ ਜੁੜ ਗਏ ਨੇ ਜੀ। ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਹਾਂਜੀ ਪੰਮ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਰਾੜ ਸਾਹਿਬ। ਹਾਂਜੀ ਤੁਹਾਡੀ ਆਵਾਜ਼ ਪਛਾਣ ਲਈ ਜੀ। ਬਲਵਿੰਦਰ ਸਿੰਘ ਬਰਾੜ ਮੁਕਤਸਰ ਤੋਂ ਬੋਲਦਾ ਜੀ ਬਰਾੜ ਸਾਹਿਬ। ਵਿਚਾਰ ਚਰਚਾ ਦੌਰਾਨ ਜੋ ਸੂਚਨਾ ਤੁਸੀਂ
ਹੋ ਤਾਂ ਸਰੀ ਚ ਜੀ, ਤੁਸੀਂ ਮੁਕਤਸਰ ਤੋਂ ਨਹੀਂ ਨਾ ਬੋਲਦੇ। ਮੁਕਤਸਰ ਵਾਲੇ ਕਹਿ ਦਿਓ। ਮੁਕਤਸਰ ਵਾਲੇ। ਥੈਂਕ ਯੂ ਜੀ ਜੀ, ਜੀ 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 ਥੈਂਕ ਯੂ ਜੀ। ਜੀ ਬਰਾੜ ਸਾਹਿਬ, ਤੁਹਾਡੇ ਵਿਚਾਰ ਚਰਚਾ ਦੌਰਾਨ ਜੋ ਸੂਚਨਾ ਤੁਸੀਂ ਦਿੱਤੀ ਹੈ ਬਹੁਤ ਹੀ ਭਿਆਨਕ ਤੇ ਖਤਰਨਾਕ ਆ ਜੀ। ਜੀ 66 ਬੱਚੇ ਸੁਣਿਆ ਵੀ ਮਾਰੇ ਗਏ। ਅਤਿਅੰਤ ਦੁਖਦਾਈ ਘਟਨਾ ਵਾਪਰੀ ਹੈ ਜੀ, ਬਹੁਤ ਹੀ ਅਫਸੋਸ ਹੈ ਜੀ। ਬਿਲਕੁਲ ਬਰਾੜ ਸਾਹਿਬ, ਸਾਰਿਆਂ ਲਈ ਅਫਸੋਸਨਾਕ, ਸਾਰੇ ਸਮਾਜ ਵਾਸਤੇ ਬੜੀ ਘਾਤਕ ਗੱਲ ਹੈ ਜੀ ਇਹ। ਜਿਨ੍ਹਾਂ ਬੰਦਿਆਂ ਨੇ ਲਾਲਚ ਵਸ ਗਲਤ ਦਵਾਈ ਬਣਾਈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਜੀ। ਜੀ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ, ਜੀ ਤਾਂ ਜਾ ਕੇ ਹੋਰਾਂ ਨੂੰ ਸਬਕ ਸਿੱਖ ਮਿਲੇ ਜੀ। ਜੀ ਬਰਾੜ ਸਾਹਿਬ, ਤੁਹਾਡਾ ਵੀ ਕਦੇ ਤਜਰਬਾ ਹੋਇਆ ਜੀ ਭਾਰਤ ਦੇ ਵਿੱਚ? ਤੁਸੀਂ ਲੰਬਾ ਸਮਾਂ ਉੱਥੇ ਰਹੇ ਹੋ, ਔਰ ਉੱਥੇ ਕਦੇ ਇਸ ਤਰ੍ਹਾਂ ਦਾ ਤਜਰਬਾ ਹੋਇਆ ਕਿ ਦਵਾਈ ਦਾ ਕਿਸ ਤਰ੍ਹਾਂ ਕਿਸੇ ਡਾਕਟਰ ਨਾਲ ਪੇਚਾ ਪਿਆ ਜੀ? ਦਵਾਈਆਂ ਜੀ ਲਗਭਗ ਉੱਥੇ ਡੁਪਲੀਕੇਟ ਦਵਾਈਆਂ ਵੀ ਮਿਲ ਜਾਂਦੀਆਂ ਜੀ। ਹਾਂਜੀ, ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ। ਡੁਪਲੀਕੇਟ ਤਾਂ ਬਹੁਤ, ਡੁਪਲੀਕੇਟ ਤਾਂ ਹਰੇਕ ਚੀਜ਼ ਮਿਲ ਜਾਂਦੀ ਹੈ ਸਾਡੇ। ਹਾਂਜੀ, ਡੁਪਲੀਕੇਟ ਦਵਾਈਆਂ ਵੀ ਮਿਲ ਜਾਂਦੀਆਂ। ਅਨੇਕਾਂ ਹੀ ਮੌਤਾਂ ਉੱਥੇ ਗਲਤ ਦਵਾਈਆਂ ਨਾਲ, ਤੁਹਾਨੂੰ ਵੀ ਪਤਾ, ਤੁਸੀਂ ਵੀ ਜਾਣੀ ਜਾਣੋ। ਬਿਲਕੁਲ, ਗਲਤ ਦਵਾਈਆਂ ਤੇ ਗਲਤ ਇਲਾਜ ਨਾਲ ਹੁੰਦੀਆਂ ਰਹਿੰਦੀਆਂ ਜੀ। ਪਰੰਤੂ ਕੋਈ ਸਾਈਂ ਖਸਮ ਨਹੀਂ, ਪੁੱਛਣ ਵਾਲਾ ਨਹੀਂ ਕੋਈ, ਪੁੱਛਣ ਵਾਲਾ ਕੋਈ ਨਹੀਂ ਨਾ, ਆਹੀ ਰੌਲਾ ਜੀ। ਬਿਲਕੁਲ ਬਿਲਕੁਲ, ਸਾਰੇ ਲਾਲਚ ਬਸ, ਸਾਰੇ ਇੱਕ ਦੂਜੇ ਦੇ ਲਾਲਚ ਨਾਲ ਫਸੇ ਹੋਏ ਆ ਵੀ ਮੈਨੂੰ ਕੀ ਮਿਲਦਾ ਹੈ। ਹਾਂਜੀ ਹਨਾ, ਮਨੁੱਖ ਜਾਵੇ ਢੱਠੇ ਖੂਹ ਚ, ਬੰਦਾ ਮਰਦਾ ਮਰ ਜੇ, ਉਹਦਾ ਮੈਨੂੰ ਦੱਸ ਕੀ ਦਿੰਨਾ। ਇੱਥੇ ਤਾਂ ਮਰੇ ਪਏ ਬੰਦੇ ਦਾ ਕਹਿੰਦੇ ਜੀ ਪਹਿਲਾਂ ਬਿੱਲ ਦੇ ਦਿਓ ਜੀ, ਫਿਰ ਤੁਸੀਂ ਬਸ ਲਾਸ਼ ਚੱਕ ਕੇ ਲੈ ਜਾਂਦੇ। ਜਿਸ ਤਰ੍ਹਾਂ ਲਾਗੇ ਸੋਈ ਜਾਣੀ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਕੌਣ ਜਾਣਦਾ ਜੀ ਪੀੜ ਪਰਾਈ ਨੂੰ। ਬਿਲਕੁਲ, ਜਿਨ੍ਹਾਂ ਦਾ ਜੀ ਇਸ ਸੰਸਾਰ ਤੋਂ ਅਲਵਿਦਾ ਹੋ ਜਾਂਦਾ, ਚਲੇ ਜਾਂਦਾ ਜੀ। ਔਰ ਇਹਨਾਂ ਬੰਦਿਆਂ ਨੂੰ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਉਹੀ ਗੱਲ ਸੇਮ ਆਪਦੇ ਜਾਂ ਆਪਦੇ ਪਰਿਵਾਰ ਤੇ ਕਿਤੇ ਨਾ ਕਿਤੇ ਪੈਂਦੀ ਹੈ। ਅਸੀਂ ਨਹੀਂ ਕਹਿੰਦੇ ਵੀ ਉਹਨਾਂ ਤੇ ਪਵੇ, ਕਿਸੇ ਤੇ ਵੀ ਪਵੇ ਇਹੋ ਜਿਹੀ ਵਿਪਤਾ, ਕਿਸੇ ਤੇ ਵੀ ਆਵੇ, ਲੇਕਿਨ ਜਦੋਂ ਕਿਸੇ ਤੇ ਪੈਂਦੀ ਹੈ, ਹਾਂਜੀ ਹਾਂਜੀ, ਉਦੋਂ ਜਿਸ ਤਰ੍ਹਾਂ ਲਾਗੇ ਸੋਤਨ ਜਾਣੇ ਵਾਲੀ ਗੱਲ ਤਾਂ ਹੀ ਇਹ ਲਾਗੂ ਹੁੰਦੀ ਹੈ ਨਾ ਜੀ, ਵੀ ਉਹ ਪਤਾ ਹੀ ਬੰਦੇ ਨੂੰ ਉਦੋਂ ਲੱਗਦਾ ਹੈ ਜਦੋਂ ਆਪਦੇ ਤੇ ਪੈਂਦੀ ਹੈ, ਨਹੀਂ ਤਾਂ ਦੂਜੇ ਦੇ ਘਰੇ ਤਾਂ ਬਸੰਤਰ ਹੀ ਲੱਗਦੀ ਹੈ ਜੀ। ਮਿਹਰਬਾਨੀ ਬਰਾੜ ਸਾਹਿਬ, ਥੈਂਕ ਯੂ ਜੀ। ਬੜਾ ਦੁੱਖ ਹੋਇਆ ਜੀ ਭੰਮ ਸਾਹਿਬ ਸੁਣ ਕੇ ਖਬਰ ਜੀ। ਇਹ ਸਰਕਾਰਾਂ ਨੂੰ ਕੋਈ ਉਪਰਾਲੇ ਕਰਨੇ ਚਾਹੀਦੇ ਹੈ। ਬਿਲਕੁਲ, ਮਨੁੱਖੀ ਜੀਵਨ ਜੀ। ਜੀ ਥੈਂਕ ਯੂ ਬਰਾੜ ਸਾਹਿਬ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਾਨ ਸਾਹਿਬ, ਵਾਕਿਆ ਹੀ ਇਹੋ ਜਿਹੇ ਜਿਹੜੇ ਲੋਕ ਜਿਹੜੇ ਲਾਲਚ ਵਸ ਜ਼ਹਿਰ ਵੱਢੀ ਜਾਂਦੇ ਆ, ਜ਼ਹਿਰ ਖਵਾਈ ਜਾ ਰਹੇ ਆ, ਇਹ ਜ਼ਹਿਰ ਸਿਰਫ ਦਵਾਈਆਂ 'ਚ ਨਹੀਂ ਹੈ ਜੀ, ਇਹ ਜ਼ਹਿਰ ਤਾਂ ਸਾਡੇ ਖਾਣ ਵਾਲੀਆਂ ਚੀਜ਼ਾਂ ਦੇ ਜਿਹੜੀਆਂ ਆਮ ਖਾਂਦੇ ਆ ਅਸੀਂ, ਜੀ ਉਹਨਾਂ ਦੇ ਵਿੱਚ ਵੀ ਹਰ ਤਰ੍ਹਾਂ ਦਾ ਜ਼ਹਿਰ ਜਿਹੜਾ ਉਹ ਮਿਲਾਇਆ ਜਾ ਰਿਹਾ। ਤੁਸੀਂ ਦੇਖੋ ਵੀ ਦੁੱਧ ਵੀ ਸਾਡੇ ਜਿਹੜਾ ਬਣਦਾ ਹੈ ਉਹ ਵੀ ਯੂਰੀਆ ਦਾ ਪਾ ਕੇ ਤੇ ਸਾਡਾ ਦੁੱਧ ਬਣ ਰਿਹਾ। ਇਹ ਕਾਲਰ ਹੋਰ ਜੁੜ ਗਏ ਨੇ ਜੀ। ਸੁਣੋ ਜੀ। ਜੀ ਕੱਟਿਆ ਗਿਆ ਜੀ। ਦੁੱਧ ਵੀ ਜਿਹੜਾ ਉਹ ਯੂਰੀਆ ਤੇ ਲੀਸਾਪੋਲ ਘਰਾਂ ਦੇ ਵਿੱਚ ਹੀ ਦੁੱਧ ਬਣਾ ਲੈਂਦੇ ਆ। ਘਰਾਂ ਦੇ ਵਿੱਚ ਦੁੱਧ ਬਣ ਜਾਂਦਾ ਵੀ ਜਿੰਨੀ ਵੱਡੀ ਪੱਧਰ ਤੇ ਦੁੱਧ ਦਾ ਇਸਤੇਮਾਲ ਹੁੰਦਾ ਹੈ, ਜਿੰਨੀ ਵੱਡੇ ਪੱਧਰ ਤੇ ਉਹਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ, ਉਹ ਉਹਨਾਂ ਦੁੱਧ ਪੈਦਾ ਨਹੀਂ ਹੋ ਰਿਹਾ। ਚੌਥਾ ਹਿੱਸਾ ਵੀ ਨਹੀਂ ਪੈਦਾ ਹੋ ਰਿਹਾ। ਚੌਥਾ ਹਿੱਸਾ ਵੀ ਨਹੀਂ ਪੈਦਾ ਹੋ ਰਿਹਾ। ਵੀ ਵੇਖੋ, ਜੇ 25% ਦੁੱਧ ਪੈਦਾ ਹੁੰਦਾ, 100% ਦੀ ਸਾਨੂੰ ਲੋੜ ਹੈ, ਤੇ 75% ਅਕਸਰ ਆ ਕਿੱਥੋਂ ਰਿਹਾ ਜੀ? ਫਿਰ ਅਸੀਂ ਕਹਿੰਦੇ ਆ ਵੀ ਸਾਡੀਆਂ ਜਿਹੜੀਆਂ ਬੀਕਾਨੇਰ ਨੂੰ ਟ੍ਰੇਨ ਸਪੈਸ਼ਲ ਕਿਉਂ ਜਾਂਦੀ ਹੈ? ਠੀਕ ਹੈ, ਹੁਣ ਤਾਂ ਬਠਿੰਡੇ ਨੂੰ ਜਾਣ ਲੱਗ ਪਈ, ਹੁਣ ਬਠਿੰਡੇ ਦੇ ਵਿੱਚ ਹੀ ਹਸਪੀਟਲ। ਬਠਿੰਡੇ 'ਚ ਵੀ ਹੁਣ ਬੀਕਾਨੇਰ ਵਾਲੇ 'ਚ ਘਟ ਗਈਆਂ, ਹੁਣ ਬਠਿੰਡੇ ਵਾਲੇ 'ਚ ਜਿਹੜਾ ਹੈਗਾ ਉਹ ਗਿਣਤੀਆਂ ਵਧਣੀਆਂ ਸ਼ੁਰੂ ਹੋ ਗਈਆਂ ਜੀ। ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਸਤਿ ਸ਼੍ਰੀ ਅਕਾਲ ਜੀ ਭੰਮ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ, ਰੇਡੀਓ ਇੰਡੀਆ ਦੇ ਜੀ। ਮਿਹਰਬਾਨੀ ਜੀ। ਮਾਨ ਸਾਹਿਬ ਹੋਰੀ ਵੀ ਆਏ ਹੋਏ ਨੇ ਤੇ ਡਾਕਟਰ ਸਾਹਿਬ ਵੀ ਗੱਲ ਕਰਕੇ ਗਏ ਨੇ ਆਪਣੀ ਮੈਡੀਕਲ ਦੇ ਬਾਰੇ। ਬਿਲਕੁਲ ਜੀ, ਬਿਲਕੁਲ। ਜਿਹੜੀ ਇਹ ਬੱਚਿਆਂ ਨਾਲ ਜਿਹੜੀ ਕਫ ਕਰਕੇ ਜਿਹੜੀ ਘਟਨਾ ਵਾਪਰੀ ਹੈ, ਬਹੁਤ ਨਿੰਦਣਯੋਗ ਹੈ ਜੀ ਕਿ ਇੱਕ ਇਸ ਕੰਟਰੀ ਨੇ ਇੱਕ ਗਰੀਬ ਕੰਟਰੀ ਨੂੰ ਵੈਸਟ ਅਫਰੀਕਾ ਦੇ ਜ਼ੈਂਬੀਆ 'ਚ ਭੇਜੀ ਹੈ ਦਵਾਈ ਜੀ, ਤੇ ਜਿਹਦੇ ਕਰਕੇ ਇਹ ਬੱਚੇ ਜਿਹੜੇ ਦਵਾਈ ਦਾ ਸਟੈਂਡਰਡ ਹੈ ਅਪ ਟੂ ਮੈਡੀਕਲ ਲੈਵਲ ਨਹੀਂ ਸੀਗਾ ਜੀ, ਐਕਸੈਸ ਉਹਦੇ 'ਚ ਤੁਸੀਂ ਐਕਸਪਲੇਨ ਕੀਤਾ ਹੈਗਾ। ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ ਵੀ ਕੀ ਕੁਛ ਉਹਦੇ 'ਚ ਕੀਤਾ, ਕਿ ਜੋ ਕੁਛ ਵੀ ਜਿਹੜਾ ਅਸਾਲਟ ਉਹਨਾਂ ਨੇ ਦਿੱਤਾ ਹੈ, ਉਹ ਜਿਹੜੀ
WHO ਦੇ ਸਟੈਂਡਰਡ ਹੁੰਦੇ ਆ, ਆਪਣੇ ਮੈਡੀਕਲ ਸਟੈਂਡਰਡ ਹੁੰਦੇ ਜਿਹੜੇ, ਉਹਨਾਂ ਨੂੰ ਓਵਰ ਐਂਡ ਐਕਸੈਸ ਪਾਇਆ ਗਿਆ ਜੀ। ਜਿਹੜੇ ਉਹਨਾਂ ਨੇ 24 ਸੈਂਪਲ ਲਿੱਤੇ ਆ WHO ਨੇ, ਉਹਦੇ 'ਚ ਸੈਂਪਲ 14 ਸੈਂਪਲ ਫੇਲ ਹੋ ਚੁੱਕੇ ਨੇ ਇਹਨਾਂ ਦੇ ਜੀ। ਫਿਰ ਵੀ ਜਦੋਂ ਇੰਡੀਆ ਦੇ ਵਿੱਚ ਇਹ ਗੱਲ ਪਹੁੰਚੀ ਕੰਪਨੀ ਕੋਲੇ ਜੀ, ਕੰਪਨੀ ਦੇ ਡਾਇਰੈਕਟਰ ਨੂੰ ਇਸ ਬਾਰੇ ਅਵੇਅਰਨੈਸ ਨਹੀਂ ਸੀ ਕਿ ਸਾਡੀ ਇਹ ਦਵਾਈ ਕਰਕੇ ਵੀ ਇਸ ਤਰ੍ਹਾਂ ਹੋ ਗਈ ਜੀ। ਇਹ ਦਵਾਈ ਦਾ ਤੁਸੀਂ ਹੁਣ ਅਸਰ ਦੇਖੋ ਵੀ ਕਿਸ ਤਰ੍ਹਾਂ ਆਪਣੀ ਸਰਕਾਰਾਂ ਦਾ ਕਿੰਨਾ ਕੰਟਰੋਲ ਹੈ, ਇਹਨਾਂ ਸਪਲਾਈ ਕਰਨਾ ਹੈ, ਉਹ ਡਰੱਗ ਜਿਹੜੀ ਵੀ ਕੋਈ ਪਹਿਲਾਂ ਜਾਣੀ ਹੈਗੀ ਹੈ, ਕੋਈ ਵੀ ਜਾਣਾ ਹੈ, ਉਹਦਾ ਕੋਈ ਕੰਟਰੋਲ ਜੀ। ਇਸੇ ਤਰ੍ਹਾਂ ਹੀ ਆਪਣੇ ਮੈਡੀਕਲ ਪ੍ਰੋਫੈਸ਼ਨ ਦੀ ਜਿਹੜੀ ਗੱਲ ਚੱਲ ਰਹੀ ਸੀਗੀ ਵੀ ਮੈਡੀਸਨ ਜਾ ਰਹੀ ਹੈ, ਮੈਡੀਸਨ ਕੌਣ ਭੇਜਦਾ ਹੈ, ਸਰਕਾਰ ਦਾ ਕੰਟਰੋਲ ਹੀ ਨਹੀਂ ਹੈਗਾ। ਬਿਲਕੁਲ ਜੋ ਫਾਰਮਾਸੀ ਕੰਪਨੀਆਂ ਹੈਗੀਆਂ ਉਹ ਆਪਣੀ ਮਰਜ਼ੀ ਨਾਲ ਸੇਲ ਕਰੀ ਜਾਂਦੇ ਆ, ਤੁਹਾਡੇ ਨਾਲ ਬਣ ਸਬ ਸਟੈਂਡਰਡ ਹੈਗੀਆਂ, ਫੇਲ ਹੋਇਆ ਮਾਲ ਉਹ ਚੁੱਪ ਕਰਕੇ ਜਿਹੜਾ ਸਟੈਂਡਰਡ ਚ ਉਹਨਾਂ ਕੰਪਨੀਆਂ ਚੋਂ ਜੋ ਕੰਪਨੀਆਂ ਟੈਸਟਿੰਗ ਹੁੰਦਾ ਫੇਲ ਹੋ ਜਾਂਦਾ, ਚੁੱਪ ਕਰਕੇ ਉਹ 2 ਨੰਬਰ ਵਿੱਚ ਕੱਢ ਕੇ ਤੇ ਦੂਜੇ ਮਾਰਕੀਟ ਚਲੀ ਜਾਂਦੀ ਹੈ ਜੀ। ਬਿਲਕੁਲ ਉਹ ਲੋਕਾਂ ਨਾਲ ਖਿਲਵਾੜ ਹੋ ਰਿਹਾ। ਲੱਖਾਂ ਗੋਲੀਆਂ, ਜਿਵੇਂ ਨਿਊਮਰਸੇਟ ਗੋਲੀ ਹੈਗੀ ਹੈ ਉਹ ਬੰਦ ਹੈਗੀ ਹੈ, ਹਾਂਜੀ। ਪੈਰਾਸੀਟਾਮੋਲ ਦੀ ਇੱਕ ਗੋਲੀ ਆਈ ਸੀਗੀ, ਆ ਪਿੱਛੇ ਬੜਾ ਰੌਲਾ ਪਿਆ ਵੀ ਜਿਹੜਾ ਸਾਲਟ ਹੈਗਾ ਇਹਦਾ ਡੋਲੋ ਦਾ, ਡੋਲੋ ਤੁਸੀਂ ਸੁਣਿਆ ਹੋਣਾ ਪਿੱਛੇ ਜੀ। ਹਾਂ ਡੋਲੋ ਨੇ $10,000 ਸੀਗਾ ਕੋਈ ਨਹੀਂ, ਸੌਰੀ ਜ਼ਿਆਦਾ ਸੀ, ਇਹਦੀ ਕੁਆਂਟੀਟੀ ਜ਼ਿਆਦਾ ਸੀਗੀ, ਮਤਲਬ ਕਿ ਜਿੰਨਾ ਉਹਨਾਂ ਨੇ ਪੈਸਾ ਜਿਹੜਾ ਉਹ ਲੋਕਾਂ ਦੇ ਵਿੱਚ ਵੰਡਿਆ ਸੀਗਾ। ਹਾਂ ਤੇ ਇਸ ਤਰ੍ਹਾਂ ਜਿਹੜੀਆਂ ਮੈਡੀਸਨ ਜਿਹੜੀਆਂ ਹੈਗੀਆਂ ਸੈਂਪਲ ਚੋਂ ਫੇਲ ਹੋ ਜਾਂਦੀਆਂ ਨਾ, ਉਹ ਇਹ ਡਿਸਟਰੋਏ ਨਹੀਂ ਹੋ ਰਹੀਆਂ, ਇਹ ਮਾਰਕੀਟ ਜਾਂਦੀਆਂ, ਜਿਹਦਾ ਅਲਟੀਮੇਟਲੀ ਇਹ ਰਿਜ਼ਲਟ ਆਉਂਦਾ ਹੈਗਾ। ਸਰਕਾਰ ਨੇ ਹੁਣ ਦੇਖੋ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਇੰਡੀਆ ਦੇ ਵਿੱਚ ਜੀ, ਮੋਦੀ ਜੀ ਕਹਿ ਰਹੇ ਨੇ ਕਿ ਮੈਂ ਲੋਕਾਂ ਨੂੰ ਸਬਸਿਡਾਈਜ਼ ਜਿਹੜੀਆਂ ਦਵਾਈਆਂ ਦੇ ਰਿਹਾ 266 ਤਰ੍ਹਾਂ ਦੀਆਂ। ਮੈਂ ਉਹ ਡਾਕਟਰ ਸਾਹਿਬ ਨੂੰ ਇਹੀ ਗੱਲ ਕਰਨਾ ਚਾਹੁੰਦਾ ਸੀਗਾ, ਚਲੋ ਚਲੇ ਗਏ ਹੁਣ ਤਾਂ ਉਹ ਜੀ। ਹਾਂ ਗੱਲ ਕਰਨੀ ਹੈ, ਅੱਜ ਉਹਨਾਂ ਦਾ ਬਰਥਡੇ ਸੀ। ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਡਾਕਟਰ ਜਿਹੜੇ ਬੈਠੇ ਹੈ, ਜੇ ਪ੍ਰਧਾਨ ਮੰਤਰੀ ਨੇ ਜੇ ਉਹ ਦਵਾਈਆਂ ਸਬਸਿਡੀ ਰਹੀਆਂ ਹੈ, ਉਹ ਡਾਕਟਰ ਦਵਾਈਆਂ ਲਿਖ ਹੀ ਨਹੀਂ ਰਹੇ। ਬਿਲਕੁਲ ਉਹ ਦਵਾਈਆਂ ਲਿਖ ਹੀ ਨਹੀਂ ਰਹੇ, ਕਿਉਂਕਿ ਉਹ ਆਲਰੇਡੀ ਇੰਨੇ ਜਿਹੜੇ ਡਾਕਟਰ ਪ੍ਰੋਫੈਸ਼ਨ ਦੇ ਵਿੱਚ ਵੀ ਮੈਂ ਕਹਿਣਾ ਚਾਹੂੰਗਾ ਵੀ ਇਹ ਜਿਹੜੇ ਫਾਰਮਾਸਿਊਟੀਕਲ ਕੰਪਨੀਆਂ ਨੇ ਇੰਨੇ ਉਹਨਾਂ ਨੂੰ ਇਨਸੈਂਟਿਵ ਦੇ ਰੱਖੇ ਹੈ ਕਿ ਡਾਕਟਰ ਬੱਝੇ ਪਏ ਹੈ ਕਿ ਉਹ ਦੂਜੀਆਂ ਦਵਾਈਆਂ ਲਿਖਣ ਨੂੰ ਤਿਆਰ ਹੀ। ਬਿਲਕੁਲ ਕਿਉਂਕਿ ਉਹਨਾਂ ਨੇ MBBS ਔਰ MD ਵਗੈਰਾ ਹੋਰ ਜਿਹੜੀਆਂ ਡਾਕਟਰ ਸਾਹਿਬ ਉਹ ਕਰੋੜਾਂ ਰੁਪਏ ਲਾਏ ਹੁੰਦੇ ਆ, ਫਿਰ ਉਹ ਕਹਿੰਦੇ ਆ ਵੀ ਬਣਾਈਏ ਵੀ ਹੁਣ ਆਪਾਂ ਇਹਦੇ ਚੋਂ। ਹਾਂ ਬਿਲਕੁਲ ਬਹੁਤ ਸਾਰੇ ਡਾਕਟਰ ਨੇ ਸਿਵਲ ਹਸਪਤਾਲਾਂ ਦੇ ਵਿੱਚ ਵੀ ਨਾ ਜੀ ਵੇਖਿਆ ਵੀ ਡਾਕਟਰਾਂ ਨੇ ਆਪਣੀਆਂ ਕੰਪਨੀਆਂ ਬਣਾਈਆਂ ਔਰ ਆਪਣੇ ਹੀ ਨਾਮ ਦਿੱਤੇ ਹੁੰਦੇ ਆ ਦਵਾਈ ਨੂੰ, ਔਰ ਉਹ ਕਿਤੋਂ ਨਾ ਬਾਹਰੋਂ ਮਿਲਣੀ ਹੈ, ਉਹ ਆਪਦੀ ਜਿਹੜਾ ਪ੍ਰੋਡਕਟ ਹੈ ਉਹੀ ਨਾਂ ਲਿਖ ਕੇ ਦਿੰਦੇ ਆ ਔਰ ਉਹੀ ਅੱਗੇ ਜਾਂਦਾ ਹੈ। ਤੇ ਫਿਰ ਉਹ ਪੰਪ ਸਾਹਿਬ ਇੱਕ ਮੈਂ ਤੁਹਾਨੂੰ ਬੜੀ ਹੈਰਾਨੀਜਨਕ ਗੱਲ ਦੱਸਦਾ ਜੀ। ਸਾਡੇ ਗੁਆਂਢ ਦੇ ਵਿੱਚ ਇੱਕ ਪਹਿਲਾਂ ਸਾਡਾ ਪੁਰਾਣਾ ਘਰ ਸੀ, ਉੱਥੇ ਗੁਆਂਢ ਦੇ ਵਿੱਚ ਦਵਾਈਆਂ ਵਾਲਿਆਂ ਦਾ ਘਰ ਸੀਗੇ, ਉਹਨਾਂ ਦੇ 2 ਜਣਿਆਂ ਦੇ। ਉਹ ਜਦੋਂ ਬੱਚੇ ਖੇਡਦੇ ਉੱਥੇ ਚਲੇ ਜਾਂਦੇ ਤੇ ਉਹ ਅਸੀਂ ਦੇਖਦੇ ਵੀ ਚੱਕਰ ਕੀ ਹੈ ਇਹ, ਉਹ ਵੱਡਾ ਸਾਰਾ ਟੱਬ ਦੇ ਵਿੱਚ ਗਰਮ ਪਾਣੀ ਪਾ ਕੇ ਤੇ ਵਿੱਚ ਦਵਾਈਆਂ ਸੁੱਟੀਆਂ ਹੁੰਦੀਆਂ। ਜਦੋਂ ਹੌਲੀ ਹੌਲੀ ਸਮਝ ਆਇਆ ਕਿ ਉਹ ਜਿਹੜੀਆਂ ਦਵਾਈਆਂ ਦੀ ਡੇਟ ਐਕਸਪਾਇਰ ਹੋ ਜਾਂਦੀ ਸੀ, ਉਹਨਾਂ ਨੂੰ ਲਿਆ ਕੇ ਉਹਦੇ ਸਿੱਟ ਲੈਂਦੇ ਸੀ, ਉਹਦਾ ਪੁਰਾਣਾ ਰੈਪਰ ਲਾ ਕੇ ਤੇ ਨਵੇਂ ਰੈਪਰ ਉਹਨਾਂ ਕੋਲੇ ਹੁੰਦੇ ਸੀ ਤੇ ਉਹ ਉਹਦੇ ਤੇ ਚਿਪਕਾਈ ਜਾਂਦੇ ਸੀ ਨਵੀਂ ਡੇਟ ਵਾਲੇ ਉਹਦੇ ਚ। ਅੱਛਾ, ਸੋ ਦੇਖੋ ਤੁਸੀਂ ਦਵਾਈਆਂ ਦੀ ਡੇਟ ਹੈ ਜਿਹੜੀ ਉਹ ਲੰਘ ਗਈ, ਉਸ ਤੋਂ ਬਾਅਦ ਉਹ ਫੇਰ ਬੰਦੇ ਵੇਚੀ ਜਾਂਦੇ ਆ। ਬਿਲਕੁਲ। ਔਰ ਇਹ ਚੀਜ਼ ਹੈ ਜਿਹੜੀ ਤੁਸੀਂ ਇਹ ਦੇਖਿਆ ਹੋਣਾ ਕਿ ਸਮੁੰਦਰ ਦੇ ਵਿੱਚ ਬਰਫ਼ ਦਾ ਇੱਕ ਤੋਦਾ ਹੁੰਦਾ ਜਿਹਦੇ ਨਾਲ ਟਾਈਟੈਨਿਕ ਵਰਗਾ ਜਹਾਜ਼ ਆ ਜਿਹੜਾ ਉਹ ਵੀ ਜਿਹੜਾ ਕਹਿੰਦੇ ਸੀ ਡੁੱਬ ਹੀ ਨਹੀਂ ਸਕਦਾ, ਉਹ ਡੁੱਬ ਗਿਆ ਸੀ। ਉਹ ਇਸ ਕਰਕੇ ਡੁੱਬ ਗਿਆ ਸੀ ਕਿ ਉਹ ਜਿਹੜਾ ਬਰਫ਼ ਦਾ ਤੋਦਾ ਹੁੰਦਾ ਹੈ, ਬਰਫ਼ ਦਾ ਪਹਾੜ ਹੀ ਹੁੰਦਾ ਇੱਕ ਤਰ੍ਹਾਂ ਨਾਲ ਸਮੁੰਦਰ ਦੇ ਵਿੱਚ, ਉਹਦਾ ਸਿਰਫ 10% ਹਿੱਸਾ ਉੱਤੇ ਦਿਸਦਾ ਹੁੰਦਾ ਹੈ, 90% ਹਿੱਸਾ ਉਹਦਾ ਪਾਣੀ ਦੇ ਵਿੱਚ ਡੁੱਬਿਆ ਹੁੰਦਾ ਹੈ। ਤੇ ਆਮ ਤੌਰ ਤੇ ਜਹਾਜ਼ਾਂ ਵਾਲਿਆਂ ਨੂੰ ਅੱਜ ਕੱਲ੍ਹ ਤਾਂ ਚਲੋ ਸਾਧਨ ਜ਼ਿਆਦਾ ਆ ਗਏ, ਪੁਰਾਣੇ ਜ਼ਮਾਨੇ 'ਚ ਸਾਧਨ ਘੱਟ ਸੀ, ਪਤਾ ਨਹੀਂ ਸੀ ਲੱਗਦਾ ਕਿ ਕਿੱਡਾ ਕੁ ਵੱਡਾ ਤੋਦਾ ਹੈਗਾ, ਜਹਾਜ਼ ਉਹਦੇ ਨਾਲ ਟਕਰਾ ਕੇ ਡੁੱਬ ਜਾਂਦਾ ਸੀ। ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਬਰਫ਼ ਦਾ ਤੋਦਾ ਹੈ ਜਿਹਦਾ ਸਾਨੂੰ 10% ਹਿੱਸਾ ਅੱਜ ਪਤਾ ਲੱਗਿਆ ਦਿਸ ਰਿਹਾ ਜਿਹੜਾ, ਤੇ ਥੱਲੇ ਜਿਹੜਾ 90% ਹਿੱਸਾ ਹੈਗਾ ਉਹ ਹਜੇ ਛੁਪਿਆ ਹੋਇਆ, ਜਿਹੜਾ ਸਾਨੂੰ ਵੀ ਨਹੀਂ ਪਤਾ, ਕਿਸੇ ਨੂੰ ਨਹੀਂ ਪਤਾ। ਕੁਝ ਜਿਹੜੇ ਆ ਖਾਸ ਕੰਪਨੀਆਂ ਵਾਲੇ ਉਹਨਾਂ ਨੂੰ ਪਤਾ ਹੈ, ਸਰਕਾਰਾਂ ਨੂੰ ਪਤਾ ਹੈ ਕਿ ਕਿੱਡਾ ਵੱਡਾ ਜਿਹੜੇ ਯੰਤਰ ਆ ਉਹਨੂੰ ਲੱਭਣ ਵਾਲੇ, ਉਹ ਸਰਕਾਰੀ ਤੰਤਰ ਸਾਡਾ ਉਹ ਜਿਹੜਾ ਉਹ ਖਰਾਬ ਹੈ। ਜੀ ਕਿਤੇ ਅਸੀਂ ਇਹ ਸਮਝਦੇ ਆ ਵੀ ਸਾਡਾ ਸਦੀਆਂ ਪੁਰਾਣਾ ਇਹ ਜਹਾਜ਼ ਹੈ, ਸਾਡਾ ਦੇਸ਼ ਹੈ ਜਿਹੜਾ ਇਹ ਟਾਈਟੈਨਿਕ ਵਰਗਾ ਦੇਸ਼ ਹੈ, ਡੁੱਬ ਨਹੀਂ ਸਕਦਾ। ਤੇ ਇਹ ਨਾ ਹੋਵੇ ਕਿ ਇਸ ਤੋਦੇ ਦੇ ਨਾਲ ਡੁੱਬ ਕੇ ਵੱਜ ਕੇ ਹੀ ਸਾਡਾ ਜਹਾਜ਼ ਹੈ ਜਿਹੜਾ ਉਹ ਸਾਡਾ ਦੇਸ਼ ਰੂਪੀ ਜਹਾਜ਼ ਹੈ ਜਿਹੜਾ ਉਹ ਡੁੱਬ ਜੇ। ਬਿਲਕੁਲ। ਮੈਂ ਸਮਝਦਾ ਵੀ ਕੋਈ ਬਹੁਤੀ ਅਤਕਥਨੀ ਨਹੀਂ ਹੈਗੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਹੈ ਗੱਲ। ਬਿਲਕੁਲ।
ਸੋ ਇਸ ਜਿਹੜਾ ਸਾਰੀ ਘਟਨਾ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਸੀ ਮਾਨ ਸਾਹਿਬ ਕਿ ਜਿਹੜਾ ਮਨੁੱਖਾਂ ਦੇ ਉੱਤੇ ਪ੍ਰਭਾਵ ਇਹਦਾ ਹੁੰਦਾ ਹੈ, ਇਹ ਪਹਿਲੇ ਪੜਾਅ ਦੇ ਵਿੱਚ ਇਹ ਹੁੰਦਾ ਹੈ ਕਿ ਪਹਿਲੇ 2 ਦਿਨਾਂ ਦੇ ਵਿੱਚ ਉਲਟੀਆਂ ਦੀ ਜਿਹੜੀ ਕਾਰਵਾਈ ਹੁੰਦੀ ਹੈ ਜੀ। ਉਸ ਤੋਂ ਬਾਅਦ ਇਹ ਗੁਰਦੇ ਜਿਹੜੇ ਆ ਫੇਲ ਹੋਣੇ ਸ਼ੁਰੂ ਹੋ ਜਾਂਦੇ ਆ ਜੀ। ਉਹ ਬੰਦਾ ਨਾਲ ਦੀ ਨਾਲ ਉਲਟੀਆਂ ਦੀ ਦਵਾਈ ਲੈਣੀ ਸ਼ੁਰੂ ਕਰ ਦਿੰਦਾ, ਤੀਜੇ ਚੌਥੇ ਦਿਨ ਗੁਰਦਿਆਂ ਦੀ ਦਵਾਈ ਲੈਣੀ ਸ਼ੁਰੂ ਕਰ ਦਿੰਦਾ। ਇਹ ਤੀਜੇ ਚੌਥੇ ਦਿਨ ਇਹ ਵਾਪਰਨਾ ਸ਼ੁਰੂ ਹੋ ਜਾਂਦਾ ਕਿ ਗੁਰਦੇ ਜਿਹੜੇ ਆ ਫੇਲ ਹੋਣ ਲੱਗ ਪੈਂਦੇ ਆ, ਪਿਸ਼ਾਬ ਜਿਹੜਾ ਉਹਦਾ ਬੰਨ ਪੈ ਜਾਂਦਾ ਔਰ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਦਿਲ ਦੀ ਧੜਕਣ ਜਿਹੜੀ ਹੈ ਉਹ ਵੱਧ ਜਾਂਦੀ ਹੈ। ਇਸ ਤਰ੍ਹਾਂ ਦੀਆਂ ਅਲਾਮਤਾਂ ਜਿਹੜੀਆਂ ਉਹ ਦੂਸਰੇ ਪੜਾਅ 'ਚ ਆਉਂਦੀਆਂ ਨੇ। ਤੇ ਜਦੋਂ ਤੀਸਰਾ ਪੜਾਅ ਆਉਂਦਾ ਫਿਰ ਉਹ ਬੰਦੇ ਨੂੰ ਅਧਰੰਗ ਹੋ ਜਾਂਦੀ ਹੈ ਜੀ। 10ਵੇਂ ਦਿਨ ਤੱਕ ਤਾਂ ਮਤਲਬ ਕਿ ਉਹ 5 ਤੋਂ ਲੈ ਕੇ 10ਵੇਂ ਦਿਨਾਂ ਦੇ ਵਿੱਚ ਉਹਨੂੰ ਅਧਰੰਗ ਹੋ ਜਾਂਦੀ ਹੈ ਜੀ। ਤੁਸੀਂ ਦੇਖੋ ਵੀ ਐਡੀਆਂ ਖਤਰਨਾਕ ਦਵਾਈਆਂ ਹੈ ਤੇ ਉਹ ਕੋਮਾ ਦੇ ਵਿੱਚ ਚਲਾ ਜਾਂਦਾ ਤੇ ਮੌਤ ਵੀ ਹੋ ਸਕਦੀ ਹੈ। ਇੰਨੀਆਂ ਖਤਰਨਾਕ ਦਵਾਈਆਂ ਨੂੰ ਅਸੀਂ ਇੰਨਾ ਰੱਬ ਹੀ ਬਚਾਵੇ, ਬੰਦੇ ਨੂੰ ਜਿਹਨੇ ਦਵਾਈਆਂ ਲੈ ਲਈਆਂ ਬਿਲਕੁਲ ਉਹ ਤਾਂ ਪ੍ਰਮਾਤਮਾ ਹੀ ਬਚਾ ਸਕਦਾ, ਹੋਰ ਕੋਈ ਸਾਧਨ ਹੈ ਨਹੀਂ ਉਹਦੇ ਬਚਣ ਦਾ। ਬਿਲਕੁਲ ਮਾਨ ਸਾਹਿਬ, ਜਿਵੇਂ ਕਿ ਮਾਨ ਸਾਹਿਬ ਆਪਾਂ ਨੂੰ ਡਾਕਟਰ ਸਾਹਿਬ ਨੇ ਵੀ ਦੱਸਿਆ ਸੀ ਕਿ ਹੋਰ ਵੀ ਕਈ ਘਟਨਾਵਾਂ ਜਿਹੜੀਆਂ ਵਾਪਰ ਚੁੱਕੀਆਂ ਨੇ, ਭਾਰਤ ਦੇ ਵਿੱਚ ਵੀ ਵਾਪਰ ਚੁੱਕੀਆਂ ਨੇ ਜੀ। 1986 ਦੇ ਵਿੱਚ ਮੁੰਬਈ ਦੇ ਇੱਕ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਕਈ ਮਰੀਜ਼ਾਂ ਨੂੰ ਗਲੈਸਰੀਨ ਦਿੱਤੀ ਗਈ ਸੀ ਜੀ। ਇਸ ਤੋਂ ਬਾਅਦ ਕਿਡਨੀ ਫੇਲ ਹੋਣ ਕਾਰਨ 21 ਮਰੀਜ਼ਾਂ ਦੀ ਮੌਤ ਹੋਈ ਸੀਗੀ ਉਸ ਦਿਨ। ਜਾਂਚ ਵਿੱਚ ਪਾਇਆ ਗਿਆ ਕਿ ਉਸ ਨੂੰ ਦਿੱਤੀ ਗਈ ਗਲੈਸਰੀਨ ਵਿੱਚ ਡਾਇਥੀਲੀਨ ਗਲਾਈਕੋਲ ਸੀਗਾ। ਮਤਲਬ ਕਿ ਇਹ ਨਹੀਂ ਸਿਰਫ ਆਮ ਹੀ ਵਰਤੇ ਘਰਾਂ ਦੇ ਵਿੱਚ ਪਈ ਹੁੰਦੀ ਆ। ਹਾਂ ਬਿਲਕੁਲ ਉਹਦੇ ਵਿੱਚ ਵੀ ਇਹ ਦਵਾਈ ਦਾ ਮਿਸ਼ਰਣ ਹੁੰਦਾ ਜੀ। ਜੇ ਉਹਦੇ 'ਚ ਵੀ ਹੁਣ ਕਿਸੇ ਨੇ ਵੱਧ ਪਾਤੀ, ਪਹਿਲੀ ਗੱਲ ਤਾਂ ਉਹਨੂੰ ਮਿੱਠਾ ਉਹਦਾ ਹੋਣ ਦਾ ਕਾਰਨ ਵੀ ਮੇਰਾ ਖਿਆਲ ਸ਼ਾਇਦ ਇਹੀ ਹੋਵੇ। ਗਲੈਸਰੀਨ ਜਿਹੜੀ ਥੋੜੀ ਮਿੱਠੀ ਹੁੰਦੀ ਹੈ ਉਹਦਾ ਵੀ ਕਾਰਨ ਇਹੀ ਹੋ ਸਕਦਾ ਹੈ ਕਿ ਉਹਦੇ ਵਿੱਚ ਵੀ ਡਾਇਥੀਲੀਨ ਜਿਹੜੀ ਹੈ ਗਲਾਈਕੋਲ ਦਾ ਮਿਸ਼ਰਣ ਹੋਣ ਕਰਕੇ ਹੀ ਉਹ ਮਿੱਠੀ ਹੁੰਦੀ ਹੋਵੇ ਜੀ। ਔਰ ਇਸ ਤੋਂ ਇਲਾਵਾ 2020 ਦੇ ਵਿੱਚ ਚੰਡੀਗੜ੍ਹ ਦੇ ਵਿੱਚ PGI ਦੇ ਵਿੱਚ ਵੀ ਹੋਇਆ ਸੀ ਜੀ। PGI ਦੇ ਕੇਂਦਰੀ ਡਰੱਗ ਅਥਾਰਟੀ ਨੂੰ ਖੰਘ ਦੀ ਇੱਕ ਦਵਾਈ ਸੀਗੀ ਕੋਲਡ ਬੈਸਟ ਜੀ, ਉਹਦੀ ਸ਼ਿਕਾਇਤ ਕੀਤੀ ਸੀ। ਜੰਮੂ ਕਸ਼ਮੀਰ ਦੇ ਉਧਮ ਨਗਰ ਦੇ 12 ਬੱਚੇ ਜਿਹੜੇ ਹੈ ਇਸ ਖੰਘ ਦੀ ਦਵਾਈ ਦੀ ਵਰਤੋਂ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਜੀ। ਤੇ ਇਹ ਖੰਘ ਦੀ ਜਿਹੜੀ ਸ਼ਰਬਤ ਸੀਗੀ ਇਹਦੇ 'ਚ ਵੀ ਡਾਇਥੀਲੀਨ ਗਲਾਈਕੋਲ ਜਿਹੜਾ ਉਹ ਮਿਲਾਇਆ ਗਿਆ ਸੀ। ਮਤਲਬ ਕਿ ਸਿਰਫ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਕਿਸੇ ਇੱਕ ਦਵਾਈ ਦੇ ਵਿੱਚ ਹੀ ਸੀ ਤੇ ਔਰ ਇਹਦੀ ਹੋ ਸਕਦਾ ਪੰਜ ਸਾਹਿਬ ਇੱਕ ਦੂਜੇ ਤੋਂ ਵੱਧ ਕੇ ਮਿਲਾਉਂਦੇ ਹੋਣ। ਵੀ ਬੱਚੇ ਆ ਜਿਹੜੇ ਉਹ ਘੱਟ ਮਿੱਠੀ ਹੈ ਸਾਡੀ ਦਵਾਈ ਉਹ ਪੀਂਦੇ ਨਹੀਂ, ਥੋੜਾ ਜਿਹਾ ਹੋਰ ਵਧਾ ਦਿਓ। ਬਿਲਕੁਲ ਥੋੜਾ ਜਿਹਾ ਮਾਤਰਾ ਵਧਾ ਦਿਓ। ਇਹਦਾ ਅਸਰ ਕੀ ਹੋਊਗਾ? ਉਹ ਇਹ ਵੇਂਦੇ ਆ ਵੀ ਨਾ ਇੱਕ ਕਾਰਨ ਹੁੰਦਾ ਮਾਨ ਸਾਹਿਬ ਵੀ ਜਦੋਂ ਦਵਾਈ ਲਵੇ ਬੱਚਾ ਤੇ ਉਹ ਨੈਚੁਰਲੀ ਜਿਸ ਕੰਮ ਵਾਸਤੇ ਦਵਾਈ ਬਣਾਈ ਗਈ ਹੈ ਉਹਦੀ ਮਾਤਰਾ ਜਦੋਂ ਵਧੂਗੀ ਤਾਂ ਉਹ ਛੇਤੀ ਠੀਕ ਹੁੰਦਾ ਹੈ ਨਾ। ਲੇਕਿਨ ਉਹਦੇ ਨਾਲ ਹੋਰ ਥਾਵਾਂ ਤੇ ਜਿਹੜੇ ਅਸਰ ਹੋਣੇ ਉਹ ਬਾਅਦ ਦੀ ਗੱਲ ਹੈ। ਅਸੀਂ ਬਹੁਤੇ ਲੋਕ ਜਿਹੜੇ ਸਾਡਾ ਇਮਿਊਨ ਸਿਸਟਮ ਇਸ ਤਰ੍ਹਾਂ ਦਾ ਹੁੰਦਾ ਹੈ ਵੀ ਅਸੀਂ ਬਹੁਤੀ ਪ੍ਰਵਾਹ ਨਹੀਂ ਕਰਦੇ। ਔਰ ਦਵਾਈ ਜਿਹੜੀ ਤੁਸੀਂ ਸਾਹਮਣੇ ਦੇਖਿਆ ਆਪਾਂ ਜਦੋਂ ਵੀ, ਹਾਲਾਂਕਿ ਜਿਹੜੀ ਖੰਘ ਦੀ ਦਵਾਈ ਹੈ ਇਹਨੂੰ ਆਪਾਂ ਇੱਕ ਅੱਧਾ ਚਮਚਾ ਹੀ ਲੈਣਾ ਹੁੰਦਾ। ਉੱਤੇ ਜਿਹੜੀ ਪੈਕਿੰਗ ਹੈ ਉਹਦੇ ਉੱਤੇ ਲਿਖਿਆ ਹੁੰਦਾ ਬਕਾਇਦਾ ਵੀ ਤੁਸੀਂ 4-4 ਘੰਟੇ ਦੇ ਵਕਫੇ ਬਾਅਦ ਲੈਣਾ ਹੈ ਜਾਂ ਤੁਸੀਂ ਦਿਨ ਵਿੱਚ ਦੀ ਇੰਨੇ ਵਾਰੀ ਇੰਨੀ ਖੁਰਾਕ ਹੀ ਲੈ ਸਕਦੇ ਹੋ, ਇੰਨੀ ml ਜਿਹੜੀ ਖੁਰਾਕ ਲੈ ਸਕਦੇ ਹੋ। ਪਰ ਆਪਾਂ ਕਦੇ ਕੀਤੀ ਹੈ ਆਪਾਂ ਸ਼ੀਸ਼ੀ ਨੂੰ ਮੂੰਹ ਲਾ ਕੇ ਤੇ ਦਵਾਈ ਪੀ ਲੈਂਦੇ ਹਾਂ। ਆਪਾਂ ਨਾ ਕਹੀਏ ਆਪਾਂ ਵੀ ਮੈਂ ਪੀਤੀ ਹੈ ਨਾ, ਮੈਨੂੰ ਤਾਂ ਪਤਾ। ਮੈਂ ਵੇਖੋ ਮੇਰੀ ਗੱਲ ਮਨ ਇਹ ਸਵੀਕਾਰ ਕਰ ਲੈਣੀ ਚਾਹੀਦੀ ਹੈ। ਹੁਣ ਇਹ ਜਿਹੜੀਆਂ ਗੱਲਾਂ ਸੁਣ ਕੇ, ਇਹ ਜਿਹੜੀਆਂ ਗੱਲਾਂ ਦੀ ਅਸੀਂ ਸਰਚ ਕੀਤੀ ਹੈ, ਇਹਦੇ ਤੋਂ ਬਾਅਦ ਸਾਨੂੰ ਡਰ ਲੱਗਣ ਲੱਗਿਆ ਕਿ ਵਾਕਿਆ ਹੀ ਯਾਰ ਇਹ ਤਾਂ ਬਹੁਤ ਖਤਰਨਾਕ ਕੰਮ ਹੈ ਜੀ। ਤੁਹਾਡਾ ਸਵਾਗਤ ਹੈ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਭੰਮ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੰਮ ਸਾਹਿਬ ਗੱਲ ਇਹ ਹੈ ਵੀ ਆਪਾਂ ਤੁਸੀਂ ਸਾਰੇ ਇਸ ਗੱਲ ਤੇ ਡਿਸਕਸ ਕਰ ਰਹੇ ਹਾਂ ਵੀ ਸਿਰਪ ਦੇ ਬਾਰੇ ਜੀ। ਤੁਸੀਂ ਕਦੇ ਇਹ ਦੇਖਿਆ ਜੀ ਨਸ਼ੇੜੀ ਹੁੰਦੇ ਆ ਜੀ ਇਹ ਕੱਪ ਸਿਰਪ ਦੀਆਂ ਕਿਵੇਂ ਦਵਾਈਆਂ ਜਿਹੜੀ ਕੈਮਿਸਟ ਤੋਂ ਖਰੀਦਦੇ ਆ ਬਲੈਕ ਦੇ ਵਿੱਚ ਲੈ ਕੇ ਇਹਨੂੰ ਕਰਦੇ ਸੀਗੇ? ਬਿਲਕੁਲ ਸ਼ੀਸ਼ੀਆਂ ਪੀ ਜਾਂਦੇ ਸੀ। ਬਿਲਕੁਲ ਹਾਂ ਸਹੀ ਗੱਲ ਹੈ। ਦੇਖੋ ਇਹ ਡਰੱਗ ਜਿਹੜੀ ਹੈਗੀ ਹੈ ਨਾ, ਇਹ ਕੋਈ ਏਦਾਂ ਨਾਰਮਲ ਡਰੱਗ ਨਹੀਂ ਹੈਗੀ ਹੈ। ਜੇ ਆਪਾਂ ਬੱਚਿਆਂ ਨੂੰ ਵੀ ਜੇ ਇਹ ਡਰੱਗ ਦਈਏ ਨਾ, ਆਪਣੀ ਇਹ ਦਵਾਈ ਦਈਏ, ਆਪਾਂ ਤਾਂ ਟ੍ਰੀਟਮੈਂਟ ਵਾਸਤੇ ਦਿੰਦੇ ਆ। ਜੇ ਮਾੜਾ ਜਿਹਾ ਵੀ ਇਹਦੀ ਡੋਜ਼ ਜ਼ਿਆਦਾ ਦਿੱਤੀ ਜਾਵੇ ਬੱਚਿਆਂ ਦੇ ਹੱਥ ਜਿਹੜੇ ਆ ਨਾ ਉਹ ਕੰਮਣ ਲੱਗ ਪੈਂਦੇ ਆ। ਪੌਂਗ ਦੀ ਆਵਾਜ਼ ਹੈ ਜਿਹੜੀ ਤੁਸੀਂ ਪਹਿਲਾਂ ਐਕਸਪਲੇਨ ਕਰਕੇ ਹਟਿਓ ਉਹ ਹੈ। ਇਹ ਜਿਹੜੀ ਬੱਚਿਆਂ ਲਈ ਸਪੈਸ਼ਲਾਈਜ਼ਡ ਦਵਾਈਆਂ ਹੁੰਦੀਆਂ ਜਿਹੜੀਆਂ ਕਿ ਆਮ ਗਲਤੀ ਲੱਗਦੀ ਹੈ, ਜਿਹੜੇ ਮਾਰਕੀਟ ਦੇ ਵਿੱਚ ਜਿਹੜੇ ਹੁੰਦੇ ਆ ਕੈਮਿਸਟ ਹੈ ਉਹ ਸੇਲ ਕਰਦੇ ਆ ਤੇ ਉਹ ਦਿੰਦੇ ਆ ਜਦੋਂ ਲੈਣ ਜਾਂਦੇ ਆ ਉਹ ਨਹੀਂ ਦੇਖਦੇ ਵੀ ਇਹ ਬੱਚੇ ਵਾਸਤੇ ਕਿ ਮੈਂ ਅਡਲਟਸ ਵਾਸਤੇ ਹੈਗੀ ਆ।
ਉਹ ਚੱਕ ਕੇ ਉਹ ਦਵਾਈ ਫੜਾ ਦਿੰਦੇ ਨੇ। ਡਾਕਟਰ ਨੇ ਉਹ ਲਿਖਿਆ ਹੁੰਦਾ ਵੀ ਅੱਧਾ ਤੁਸੀਂ ਇਹਨੂੰ 1 ਚਮਚਾ 5 ml ਦਾ ਦੇਣਾ ਹੈ, ਇਹ ਵੀ ਤੁਸੀਂ 2 ਵਾਰੀ ਦੇਣਾ ਹੈ। ਉਹ ਦਵਾਈ ਦਾ ਵੀ ਸਾਈਡ ਇਫੈਕਟ ਹੁੰਦਾ ਹੈਗਾ। ਬਿਲਕੁਲ। ਬਾਕੀ ਜਿਹੜਾ ਕੰਟਰੋਲ ਹੈ ਨਾ ਆਪਣੇ, ਜਿਵੇਂ ਪਹਿਲਾਂ ਗੱਲਬਾਤ ਚੱਲਦੀ ਪਈ ਸੀਗੀ, ਦੱਸ ਰਹੇ ਸਾਰੇ ਆਪਾਂ, ਆਪਣਾ ਜਿਹੜਾ ਮੈਡੀਕਲ ਪ੍ਰੋਫੈਸ਼ਨ ਹੈ ਨਾ ਉਹ ਵੀ ਇੰਨਾ ਗਿਰ ਗਿਆ ਹੈ ਨਾ, ਉਹਦੇ ਬਾਰੇ ਹੁਣ ਡਾਕਟਰਾਂ ਦੇ ਇਹ ਸਿਸਟਮ ਬਣਿਆ ਪਿਆ ਹੈ, ਜੇ ਤੁਸੀਂ ਬਲੱਡ ਟੈਸਟ ਕਰਾਉਣਾ ਹੈ ਉਹ ਸ਼ਾਪ ਤੇ ਜਾਣਾ ਹੈ, ਦਵਾਈ ਲੈਣੀ ਹੈ ਉਹ ਸ਼ਾਪ ਤੇ ਜਾਣੀ ਹੈ, ਤੁਸੀਂ ਐਕਸਰੇ ਕਰਾਉਣਾ ਹੈ ਉੱਥੇ ਆ ਰਿਹਾ। ਹਰ ਥਾਂ ਦੇ ਸਿਸਟਮ ਦੇ ਵਿੱਚ ਕਮਿਸ਼ਨ ਬੰਨਿਆ ਪਿਆ ਹੈ। ਮੈਡੀਕਲ ਦਾ ਲੋਕਾਂ ਦਾ ਜਿਹੜਾ ਆਮ ਲੋਕਾਂ ਦਾ ਜਿਉਣਾ ਹੈ ਇਸ ਟਾਈਮ ਤੇ ਇੰਡੀਆ ਦੇ ਵਿੱਚ ਬਹੁਤ ਹੀ ਮਹਿੰਗਾ ਹੋ ਚੁੱਕਿਆ ਹੈ ਤੇ ਬੜਾ ਦਰਦਨਾਕ ਹੈ। ਬਿਲਕੁਲ। ਸੋ ਮਿਹਰਬਾਨੀ। ਹੁਣ ਬਠਿੰਡੇ ਇਲਾਕੇ ਦੇ ਵਿੱਚ ਏਮਜ਼ ਹਸਪੀਟਲ ਆਇਆ ਹੈ, ਉਹਦੇ ਵਿੱਚ ਲੋਕਾਂ ਦੀ ਹੁਣ ਭਰਮਾਰ ਇੰਨੀ ਲੱਗੀ ਹੋਈ ਹੈ ਕਿਉਂਕਿ ਬਿਲਕੁਲ ਉਹ ਇਹਨਾਂ ਦਵਾਈਆਂ ਦਾ ਕਾਰਨ ਹੀ ਹੈ ਜੀ। ਸਾਨੂੰ ਪਤਾ ਹੈ ਵੀ ਇਹ ਦਵਾਈ, ਇੱਕ ਚੀਜ਼ ਦੀ ਦਵਾਈ ਲੈ ਕੇ ਅਸੀਂ 10 ਬਿਮਾਰੀਆਂ ਸਹੇੜਦੇ ਹਾਂ, ਇਹ 'ਚ ਕੋਈ ਸ਼ੱਕ ਨਹੀਂਗਾ। ਔਰ ਉੱਥੋਂ ਦੀ ਮੈਂ ਇੱਕ ਇੰਟਰਵਿਊ ਕਰਦਾ ਤੁਹਾਡੀ ਜੀ ਗੱਲ ਦਾ ਜੀ, ਵੀ ਉਹ ਡਾਕਟਰ ਉੱਥੇ ਲੋਕ ਜਦੋਂ ਪੇਸ਼ੈਂਟ ਆਉਂਦੇ ਉਹ ਕਹਿੰਦੇ ਜੀ ਮੈਨੂੰ ਡਾਕਟਰ ਨੇ ਕਹਿਤਾ ਕਿਡਨੀ ਦਾ ਤੂੰ ਹੁਣੇ ਆਪਰੇਸ਼ਨ ਕਰਾ ਲੈ, ਇਹ ਸਟੋਨ ਕਢਾ ਲੈ, ਨਹੀਂ ਤਾਂ ਤੇਰੇ ਐਂ ਹੋ ਜੂ ਫਲਾਨਾ ਹੋ ਜੂਗਾ, ਅਜੇ ਤੈਨੂੰ ਬਿਮਾਰੀ ਤੇਰੇ ਗੈਗਰੀਨ ਅੰਦਰ ਤੇ ਜ਼ਖਮ ਹੋ ਜਾਣਗੇ। ਉਹ ਕਹਿੰਦਾ ਨਥਿੰਗ ਟੂ ਵਰੀ, ਤੁਸੀਂ ਆਹ ਕਰੋ। ਹਾਂਜੀ, ਹਾਰਟ ਵਾਲੇ ਤਾਂ ਕੋਈ ਸਟੰਟ ਪਾਉਣ ਨੂੰ ਕਹਿੰਦੇ, ਉਹ ਡਾਕਟਰ ਕਹਿੰਦੇ ਵੀ ਇਮੀਡੀਏਟਲੀ ਪਵਾਓ। ਉੱਥੇ ਮੈਂ ਦੇਖ ਰਿਹਾ ਕਈ ਵਾਰੀ, ਮੈਂ ਵੀ ਵਿਜ਼ਿਟ ਕੀਤਾ ਹੈ, ਉਹ ਡਾਕਟਰ ਐਕਸਪਲੇਨ ਕਰ ਰਿਹਾ ਕਹਿੰਦੇ ਤੁਸੀਂ ਇਹ ਦਵਾਈਆਂ ਲਓ, ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਤੁਹਾਨੂੰ ਐਡੀ ਸਟੰਟ ਵਾਲੀ ਕੋਈ ਪ੍ਰੋਬਲਮ ਨਹੀਂ। ਹਾਂਜੀ, ਬਿਲਕੁਲ ਬਿਲਕੁਲ। ਹਾਂ, ਇਸ ਤਰੀਕਾ ਇਹ ਸਿਸਟਮ ਆਪਣਾ ਇਹ ਜਿਹਾ ਬਣਿਆ ਪਿਆ। ਬਾਹਰ ਪ੍ਰਾਈਵੇਟ ਡਾਕਟਰਾਂ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਹੈ ਨਾ, ਉਹ ਪਹਿਲਾਂ ਕੁਝ ਹੁੰਦਾ ਸੀ, ਹੁਣ ਤਾਂ ਇਹ ਹੈ ਵੀ ਬਸ ਇਹ ਕਹਿੰਦੇ ਵੀ ਡਾਕਟਰ ਦੇ ਜੇ ਚੱਕਰ ਚ ਪੈ ਗਿਆ ਸਮਝ ਲਓ ਵੀ ਕਮਰ ਪੂਰੀ ਚ ਪੈ ਗਿਆ। ਆਟੇ ਚ ਲੂਣ ਵਰਗੇ ਜਿਹੜੇ ਉਹ ਰਹਿ ਗਏ, ਇੰਨੇ ਰਹਿ ਗਏ ਡਾਕਟਰ ਜਿਹੜੇ ਸਹੀ ਡਾਕਟਰ ਹੈ ਜੀ। ਬਾਕੀ ਤਾਂ ਸਿਸਟਮ। ਮਿਹਰਬਾਨੀ ਸੋਲ ਸਾਹਿਬ, ਸਾਡੇ ਕੋਲ ਸਮਾਂ ਕਾਫੀ ਘੱਟ ਰਹਿ ਗਿਆ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਜੀ ਹੈਲੋ ਜੀ 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 ਬੋਲੋ। ਹੈਲੋ ਜੀ ਬੋਲੋ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਰਿਹਾ ਨਹੀਂ ਗਿਆ ਕਿਉਂਕਿ ਵਿਸ਼ਾ ਹੀ ਐਸਾ ਚੱਲ ਰਿਹਾ, ਇੰਨੀ ਵਿਸ਼ਾ ਹੈ ਤੇ ਦੁਬਾਰਾ ਫੇਰ ਹਾਜ਼ਰੀ ਲਵਾਉਣ ਨੂੰ ਜੀ। ਅੱਗੇ ਸਾਡੇ ਪੁਰਾਣੇ ਬਜ਼ੁਰਗ ਜਿਹੜੀ ਸਾਡੇ ਦਾਦੀਆਂ ਨਾਨੀਆਂ ਹੁੰਦੀਆਂ ਸੀ, ਬੱਚਿਆਂ ਨੂੰ ਸੁਹਾਗੇ ਦੀ ਖਿੱਲ ਬਣਾ ਕੇ ਸ਼ਾਇਦ ਇਹੋ ਜਿਹਾ ਕੁਛ ਦਿੰਦੀਆਂ ਸੀਗੀਆਂ ਜਿਹੜਾ ਸਿਹਤ ਲਈ ਹਾਨੀਕਾਰਕ ਨਹੀਂ ਹੁੰਦਾ ਸੀਗਾ, ਔਰ ਬੜੀ ਵਧੀਆ ਬੱਚਿਆਂ ਦੀ ਸਿਹਤ ਹੋ ਜਾਂਦੀ ਸੀ, ਗਰੋਥ ਹੁੰਦੀ ਸੀ ਉਹਦੇ ਨਾਲ। ਉਹ ਅਸੀਂ ਹੁਣ ਭੁੱਲ ਚੁੱਕੇ ਹਾਂ, ਅਸੀਂ ਐਲੋਪੈਥੀ ਦੇ ਪਿੱਛੇ ਪੈ ਗਏ ਹਾਂ ਤੇ ਸਾਡੇ ਓਨਾ ਹੀ ਜ਼ਿਆਦਾ ਨੁਕਸਾਨ ਹੋ ਰਿਹਾ। ਬਿਲਕੁਲ। ਅਸੀਂ ਜਿਹੜੇ ਸਾਡੇ ਨੁਕਸੇ ਸੀ ਜਿਹੜੇ ਬਜ਼ੁਰਗਾਂ ਦੇ, ਉਹ ਤਾਂ ਅਸੀਂ ਲੁਪਤ ਹੀ ਕਰਤੇ, ਖਤਮ ਹੀ ਕਰਤੇ ਅਸੀਂ। ਕਿਉਂਕਿ ਅੱਜ ਕੱਲ ਦੇਖ ਲਓ ਤੁਸੀਂ ਵੀ ਅੱਗੇ ਬੱਚੇ ਨੂੰ ਪੋਤੜਾ ਬੰਨ੍ਹਦੀਆਂ ਹੁੰਦੀਆਂ ਸੀਗੀਆਂ ਲੇਡੀਜ਼, ਅੱਜ ਕੱਲ ਡਾਈਪਰ ਆ ਗਏ ਆ, ਬੱਚੇ ਤੇ ਇੰਨਾ ਅਤਿਆਚਾਰ ਹੋ ਰਿਹਾ, ਉਹ ਡਾਈਪਰ ਮੁਕਤੀ ਨਹੀਂ ਕਰਦੀਆਂ ਬੱਚੇ ਨੂੰ ਵਿਚਾਰੇ ਨੂੰ, ਉਹ ਉਵੇਂ ਗੰਦਗੀ ਲੈ ਕੇ ਤੁਰੇ ਫਿਰਦੇ ਸਾਰਾ ਦਿਨ, ਨਾਲ ਪਤਾ ਨਹੀਂ ਕੀ ਕੁਛ ਹੈ। ਸਾਡੇ ਵੀ ਜਿਹੜਾ ਹੈਗਾ ਲੋਕਾਂ ਦਾ ਆਪਸ ਦੇ ਵਿੱਚ ਰਹਿਣਾ ਸਹਿਣਾ ਜਾਂ ਇਹ ਸਾਰਾ ਬਦਲ ਚੁੱਕਿਆ ਜੀ ਇਹ, ਇਸ ਕਰਕੇ ਸਾਰੀਆਂ ਬਿਮਾਰੀਆਂ ਵੱਧ ਰਹੀਆਂ ਤੇ ਔਰ ਕੰਪਨੀਆਂ ਇਸ ਚੀਜ਼ ਦਾ ਫਾਇਦਾ ਉਠਾ ਰਹੀਆਂ ਜੀ, ਸਾਨੂੰ ਲੋਕਾਂ ਨੂੰ ਹੋਰ ਹੀ ਪਾਸੇ ਨੂੰ ਤੋਰੀ ਜਾਂਦੀਆਂ ਤੇ ਸਾਡੇ ਲੋਕ ਬੜੇ ਸਿਆਣੇ ਬਣਦੇ ਤੁਰੇ। ਜੀ ਮਿਹਰਬਾਨੀ ਜੀ, ਥੈਂਕ ਯੂ, ਧੰਨਵਾਦ, ਥੈਂਕ ਯੂ। ਸੋ ਮਾਨ ਸਾਹਿਬ ਜੀ, ਵਾਕਿਆ ਹੀ ਮਸਲਾ ਬੜਾ ਗੁੰਝਲਦਾਰ ਹੈ ਔਰ ਲੋਕਾਂ ਦੇ ਵਿੱਚ ਉਤਸੁਕਤਾ ਵੀ ਵਧੀ ਹੈ ਔਰ ਡਰ ਵੀ ਵਧਿਆ। ਪੰਜ ਸਾਹਿਬ, ਮੈਂ ਨਾ ਇੱਕ ਵਾਰੀ ਲੇਹ ਲਦਾਖ ਗਿਆ ਮੋਟਰਸਾਈਕਲ ਦੇ ਉੱਤੇ, ਤੇ ਉੱਥੇ ਅਸੀਂ ਇੱਕ ਜਗ੍ਹਾ ਤੇ ਗਏ ਜਿਹੜੀ ਲੇਕ ਹੈ ਆਪਣੀ ਬਹੁਤ ਮਸ਼ਹੂਰ, ਜਿੱਥੇ 3 ਇਡੀਅਟਸ ਫਿਲਮ ਦੀ ਸ਼ੂਟਿੰਗ ਵੀ ਹੋਈ ਹੈ, ਤੁਸੀਂ ਦੇਖਿਆ ਹੋਣਾ, ਪੈਂਗੋਂਗ ਲੇਕ ਜੀ। ਉੱਥੇ ਗਏ ਤੇ ਉੱਥੋਂ ਜਦੋਂ ਵਾਪਸ ਆ ਰਹੇ ਸੀ ਅਸੀਂ, ਤੇ ਕੁਦਰਤੀ ਥੋੜਾ ਜਿਹਾ ਮੀਂਹ ਪੈ ਗਿਆ। ਮੀਂਹ ਮਤਲਬ ਜਿਵੇਂ ਕੁਝ ਕਣੀਆਂ ਟਾਈਪ। ਅਸੀਂ ਉਸ ਜਿਹੜੇ ਰਸਤੇ ਗਏ ਸੀ, ਸੜਕ ਬੜੀ ਵਧੀਆ ਸੀ, ਜਦੋਂ ਵਾਪਸ ਆਏ ਉਹ ਸਾਰੇ ਰਸਤੇ ਦੇ ਉੱਤੇ ਬਜਰੀ ਨੁਮਾ ਸੀਮੈਂਟ ਬਹਿ ਰਿਹਾ ਸੀਗਾ, ਜਿਸ ਤਰ੍ਹਾਂ ਦੀ ਆਪਾਂ ਬਜਰੀ ਦੇ ਸੀਮੈਂਟ ਰਲਾ ਕੇ ਛੱਤਾਂ ਦੇ ਉੱਤੇ ਪਾਉਨੇ ਆ ਲੈਂਟਰ ਦੇ ਵਿੱਚ, ਉਸ ਤਰ੍ਹਾਂ ਦਾ। ਬੜੀ ਮੁਸ਼ਕਲ ਦੇ ਨਾਲ ਅਸੀਂ ਉੱਥੋਂ ਗੱਡੀਆਂ ਕੱਢ ਕੇ, ਆਪਦੇ ਮੋਟਰਸਾਈਕਲ ਕੱਢ ਕੇ ਉੱਥੋਂ ਆਏ
ਅੱਗੇ ਜਾ ਕੇ ਇੱਕ ਜਦੋਂ ਸਹੀ ਥਾਂ ਤੇ ਆਏ, ਅਸੀਂ ਇੱਕ ਚਾਹ ਦੀ ਦੁਕਾਨ ਸੀ, ਚਾਹ ਪੀਣ ਬਹਿ ਕੇ ਥੱਕੇ ਹੋਏ ਸੀ ਕਿਉਂਕਿ ਬੜੀ ਮੁਸ਼ਕਲ ਨਾਲ ਉਸ ਸੀਮੈਂਟ ਦੇ ਵਿੱਚ ਦੀ ਅਸੀਂ ਗੱਡੀਆਂ ਲੈ ਕੇ ਆਏ ਸੀ। ਉੱਥੇ ਮੈਂ ਗੱਲ ਛੇੜ ਲਈ, ਲੋਕਲ ਕੁਝ ਲੋਕ ਬੈਠੇ ਸੀ, ਮੈਂ ਕਿਹਾ ਯਾਰ ਇਹ ਤੁਹਾਡੇ ਕੀ ਇਲਾਕੇ ਦੇ ਵਿੱਚ ਥੋੜਾ ਜਿਹਾ ਮੀਂਹ ਪਿਆ ਤੇ ਆਹ ਬੱਜਰੀ ਦੇ ਵਿੱਚੋਂ ਦੀ, ਸੀਮੈਂਟ ਦੇ ਵਿੱਚੋਂ ਦੀ ਅਸੀਂ ਬੜੀ ਮੁਸ਼ਕਲ ਨਾਲ ਲੰਘ ਕੇ ਆਏ ਆ। ਉਹ ਕਹਿੰਦਾ ਜੀ ਇਹ ਕਰੋੜਾਂ ਸਾਲ ਪੁਰਾਣੇ ਇਹ ਹੈਗੇ ਆ ਪਹਾੜ ਹੈ, ਇਹ ਕਹਿੰਦੇ ਅਸਲ ਦੇ ਵਿੱਚ ਤੁਹਾਨੂੰ ਪੱਥਰ ਦਿਸਦੇ ਆ, ਪੱਥਰ ਹੈ ਨਹੀਂ, ਇਹ ਅਸਲ ਮਿੱਟੀ ਬਣੀ ਹੋਈ ਹੈ, ਬੱਜਰੀ ਬਣੀ ਹੋਈ ਹੈ ਇਹਦੀ। ਜਦੋਂ ਥੋੜਾ ਜਿਹਾ ਦਬਾਅ ਪੈਂਦਾ ਮੀਂਹ ਦਾ ਇਹਦੇ ਉੱਤੇ ਤੇ ਇਹ ਪਾਣੀ ਦੇ ਨਾਲ ਵਹਿਣੀ ਸ਼ੁਰੂ ਹੋ ਜਾਂਦੀ ਹੈ ਤੇ ਹੌਲੀ ਹੌਲੀ ਵਹਿ ਕੇ ਜਿਹੜੀ ਹੈ ਉਹ ਨਾਲੇ ਨਦੀ ਨਾਲਿਆਂ ਦੇ ਵਿੱਚ ਦੀ ਪਹੁੰਚ ਕੇ ਹੌਲੀ ਮੈਦਾਨੀ ਇਲਾਕੇ ਦੇ ਵਿੱਚ ਪਹੁੰਚ ਜਾਂਦਾ, ਰੇਤਾ ਬਣ ਜਾਂਦਾ। ਉਦੋਂ ਤੱਕ ਇਹ ਖੁਰ ਰਹੇ ਆ ਕਹਿੰਦੇ। ਤੇ ਕਹਿੰਦੇ ਜੇ ਤਗੜਾ ਮੀਂਹ ਪੈ ਜੇ, ਮੀਂਹ ਇੱਥੇ ਪੈਂਦੇ ਨਹੀਂ ਹੈ ਲੇਹ ਲਦਾਖ, ਤਗੜਾ ਮੀਂਹ ਪੈ ਜੇ ਤੇ ਕਹਿੰਦੇ ਸਾਰੇ ਦਾ ਸਾਰਾ ਪਹਾੜ ਪਤਾ ਨਹੀਂ ਤੁਹਾਡੇ ਪੰਜਾਬ 'ਚ ਹੀ ਆ ਕੇ ਸਾਰਿਆਂ ਨੂੰ ਦੱਬ ਲੂਗਾ ਤੁਹਾਨੂੰ ਸੁੱਤੇ ਪਿਆ ਨੂੰ। ਬਿਲਕੁਲ ਬਿਲਕੁਲ। ਮੇਰੇ ਮਨ 'ਚ ਉੱਥੋਂ ਆਈਡੀਆ ਆਇਆ ਪੰਮ ਸਾਹਿਬ, ਜਿਹੜਾ ਮੈਂ ਆਪਣੀ ਕਿਤਾਬ ਦੇ ਵਿੱਚ ਵੀ ਇਹ ਸਾਂਝਾ ਕੀਤਾ, ਮੇਰੀ ਮੁਹਿੰਮਬਾਜ਼ ਇੱਕ ਕਿਤਾਬ ਹੈ ਜਿਹੜੀ, ਮੇਰੇ ਮਨ 'ਚ ਆਈਡੀਆ ਆਇਆ ਕਿ ਯਾਰ ਕੱਲਾ ਇਹ ਕਿਉਂ, ਸਾਡਾ ਸਾਰਾ ਸਿਸਟਮ ਹੈ ਜਿਹੜਾ ਉਹ ਲੱਖਾਂ ਸਾਲ ਪੁਰਾਣਾ ਹੈ। ਬਿਲਕੁਲ। ਸਾਡਾ ਐਜੂਕੇਸ਼ਨ ਸਿਸਟਮ ਲੱਖਾਂ ਸਾਲ ਪੁਰਾਣਾ ਹੋ ਗਿਆ ਔਰ ਸਾਡਾ ਆਰਥਿਕ ਸਿਸਟਮ ਹੈ ਜਿਹੜਾ ਉਹ ਵੀ ਹੈ ਔਰ ਸਾਡਾ ਇਹ ਜਿਹੜਾ ਹੈਲਥ ਸਿਸਟਮ ਹੈ ਪਤਾ ਨਹੀਂ ਕਦੋਂ ਦਾ ਚੱਲਿਆ ਆ, ਕਿੰਨੇ ਇਹਦੇ ਤੇ ਦਬਾਅ ਪੈਂਦੇ ਆ, ਕਿੰਨੀਆਂ ਸੱਟਾਂ ਪੈਂਦੀਆਂ ਔਰ ਹੁਣ ਮੈਨੂੰ ਇਹ ਲੱਗਦਾ ਕਿ ਅੰਦਰੋਂ ਇਹ ਚੀਨਾ ਹੋ ਚੁੱਕਿਆ, ਬੱਜਰੀ ਹੋ ਚੁੱਕਿਆ। ਜਦੋਂ ਇਹਦੇ ਤੇ ਕੋਈ ਥੋੜਾ ਜਿਹਾ ਦਬਾਅ ਪੈਂਦਾ ਉਦੋਂ ਇਹ ਬੱਜਰੀ ਬਣ ਕੇ ਬਹਿਣਾ ਸ਼ੁਰੂ ਹੋ ਜਾਂਦਾ ਤੇ ਫਿਰ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਆਪਦੀ ਜਿਗਰ ਦੇ ਵਿੱਚ ਲੈਂਦਾ ਇਹ, ਕਿੰਨੇ ਲੋਕਾਂ ਨੂੰ ਆਪਣੇ ਥੱਲੇ ਦੱਬ ਲੈਂਦਾ, ਕਿੰਨੀਆਂ ਕੀਮਤੀ ਜਾਨਾਂ ਹੈ ਜਿਹੜੀਆਂ ਇਹਦੇ ਵਿੱਚ ਜਾਂਦੀਆਂ, ਪਰ ਪੁੱਛਣ ਵਾਲਾ ਕੋਈ ਨਹੀਂ ਹੈ ਕਿਉਂਕਿ ਸਿਸਟਮ ਸਾਡਾ ਖਤਮ ਹੋ ਰਿਹਾ। ਸਾਨੂੰ ਸਿਸਟਮ ਨਵਾਂ ਬਣਾਉਣਾ ਪਊਗਾ। ਸਭ ਤੋਂ ਵੱਡੀ ਗੱਲ ਇਹ ਹੈ ਵੀ ਪੁੱਛਣ ਵਾਲਾ ਕੋਈ ਨਹੀਂ, ਪੁੱਛਣ ਵਾਲਾ ਕੋਈ ਸਾਡਾ ਕੋਈ ਵਾਲੀ ਵਾਰਸੀ ਹੈ ਨਹੀਂਗਾ। ਸੋ ਜਿਹੜੀ ਗੱਲ ਮਾਨ ਸਾਹਿਬ ਇੱਥੇ ਵਿਚਾਰਨ ਵਾਲੀ ਇਹ ਹੈ, ਇੱਕ ਸਵਾਲ ਦੇ ਰੂਪ ਵਿੱਚ ਸਾਡੇ ਸਾਹਮਣੇ ਖੜੀ ਹੈ ਕਿ ਵਿਸ਼ਵ ਸਿਹਤ ਸੰਗਠਨ ਕਹਿੰਦਾ ਹੈ ਕਿ 2022 ਦੇ ਵਿੱਚ ਗਾਂਬੀਆ 'ਚ ਜਿਹੜੀ ਖੰਘ ਦੀ ਦਵਾਈ ਭੇਜੀ ਗਈ ਹੈ ਇਹਦੇ ਟੈਸਟ ਹੋਏ ਉੱਥੇ ਤੇ ਉੱਥੇ ਮਾਪਦੰਡਾਂ ਤੇ ਖਰੀ ਨਹੀਂ ਉਤਰੀ। ਕਿਉਂ ਆਪਣੇ ਬੱਚਿਆਂ ਨੂੰ ਦਿੱਤੀ ਉਹਨਾਂ ਨੇ? ਫਿਰ ਉਹ WHO ਨੇ ਹੁਣ ਕੀਤਾ ਨਾ ਜੀ ਟੈਸਟ, ਇਹ WHO ਨੇ ਟੈਸਟ ਕਰਕੇ ਤਾਂ ਹੀ ਜਿਹੜੀ ਇਹ ਚੇਤਾਵਨੀ ਜਾਰੀ ਕੀਤੀ ਹੈ। ਉਹ ਕਹਿੰਦੇ ਜਿਹੜੇ ਗਾਂਬੀਆ 'ਚ ਭੇਜੀ ਸੀ ਉਹ ਮਾਪਦੰਡਾਂ ਤੇ ਖਰੀ ਨਹੀਂ ਉਤਰਦੀ। ਪ੍ਰਯੋਗਸ਼ਾਲਾ ਵਿੱਚ ਜਾਂਚ ਕਰਨ ਤੇ ਪਾਇਆ ਗਿਆ ਕਿ ਸਾਰੀਆਂ ਜਿਹੜੀਆਂ ਸ਼ਰਬਤਾਂ ਦੇ ਵਿੱਚ ਡਾਈਥੀਲੀਨ ਗਲਾਈਕੋਲ ਤੇ ਇਥੀਲੀਨ ਗਲਾਈਕੋਲ ਹੈ, ਇਹਦੀ ਮਾਤਰਾ ਇੰਨੀ ਜ਼ਿਆਦਾ ਸੀ ਕਿ ਇਹਨੂੰ ਸਵੀਕਾਰ ਹੀ ਨਹੀਂ ਕੀਤਾ ਜਾ ਸਕਦਾ। ਇਹ ਬਿਲਕੁਲ ਬੇਲੋੜੇ ਜਿਹੜਾ ਇਹਦੀ ਮਾਤਰਾ 'ਚ ਪਾਈ ਗਈ। ਇਹ ਦੋਵੇਂ ਸਮੱਗਰੀਆਂ ਮਨੁੱਖੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਤੇ ਘਾਤਕ ਹੈ। ਸੋ ਇਹ ਨਿਰਦੇਸ਼ ਦਿੱਤੇ ਗਏ ਸਨ ਕਿ ਬੱਚਿਆਂ ਨੂੰ ਸਭ ਤੋਂ ਵੱਧ ਜੋਖਮ ਹੁੰਦਾ ਹੈ ਇਹਨਾਂ ਉਤਪਾਦਾਂ ਦੇ। ਸੋ ਇਹ ਬੱਚਿਆਂ ਨੂੰ ਕਹਿੰਦੇ ਵੀ ਨਹੀਂ ਸੀ ਦੇਣੀਆਂ ਚਾਹੀਦੀਆਂ, ਲੇਕਿਨ ਅਗਿਆਨਤਾ ਕਰਕੇ ਕਹਿ ਲਓ ਜਾਂ ਉੱਥੋਂ ਦੇ ਸਿਸਟਮ ਕਰਕੇ ਕਹਿ ਲਓ ਗਾਂਬੀਆ ਦੇ, ਵੀ ਇਹ ਦਵਾਈ ਬੱਚਿਆਂ ਤੱਕ ਗਈ ਔਰ ਕਿੰਨਾ ਵੱਡਾ ਨੁਕਸਾਨ ਹੋਇਆ। ਜਦੋਂ ਤੁਸੀਂ ਤਸਵੀਰਾਂ ਦੇਖਦੇ ਨਾ ਉਹਨਾਂ ਬੱਚਿਆਂ ਦੀਆਂ ਤੇ ਮਾਨ ਸਾਹਿਬ ਵਾਕਿਆ ਹੀ ਗੱਚ ਭਰ ਆਉਂਦਾ ਬੰਦੇ ਦਾ, ਹਨਾ। ਹਾਂ, ਤੇ ਇਹ ਚਾਰੇ ਜਿਹੜੇ ਸਿਰਪ ਹੈ ਨਾ, ਇਹ ਮੇਡਨ ਫਾਰਮਾਸਿਊਟੀਕਲ ਕੰਪਨੀ ਹੈ ਹਰਿਆਣਾ ਦੀ ਜੀ, ਇਹ ਉਹਦੇ ਬਣੇ ਹੋਏ ਨੇ ਜੀ। ਤੇ ਇਹਨਾਂ ਦੇ ਇੱਕ ਯੂਨਿਟ ਪਹਿਲਾਂ ਵੀ ਦੱਸਿਆ ਸੀ ਕਿ ਇੱਕ ਹਿਮਾਚਲ ਦੇ ਵਿੱਚ ਵੀ ਬੜੀ ਸ਼ਾਇਦ ਹੈ, ਹਿਮਾਚਲ ਦੇ ਵਿੱਚ ਜੀ ਉੱਥੇ ਇਹਦਾ ਯੂਨਿਟ ਹੈ, ਪਰ ਮੇਨ ਜਿਹੜਾ ਅੰਬ ਦੇ ਨੇੜੇ ਹੋਣਾ। ਹਾਂ, ਤੇ ਔਰ ਉੱਥੇ ਇਹਨਾਂ ਨੇ ਇਹ ਸਾਰੀ ਦਵਾਈ ਬਣ ਰਹੀ ਸੀ। ਕਾਲਾ ਅੰਬ ਹੈਗਾ ਜੀ, ਬਿਲਕੁਲ ਬਿਲਕੁਲ। ਸੋ ਇਹ ਦਵਾਈ ਜਿਹੜੀ ਹੈ ਵਾਕਿਆ ਹੀ ਇਸ ਖਤਰਨਾਕ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਵਿੱਚ ਕਿਤੇ ਨਾ ਕਿਤੇ ਸਾਡੀ ਸਰਕਾਰਾਂ ਦਾ ਵੀ ਰੋਲ ਹੈ। ਹਰਿਆਣਾ ਦੀ ਸਰਕਾਰ ਹੁਣ ਕੀ ਕਹਿੰਦੀ ਹੈ, ਅਸੀਂ ਤੁਹਾਨੂੰ ਜ਼ਰੂਰ ਤੁਹਾਡੇ ਰੂਬਰੂ ਮੈਂ ਇਹ ਗੱਲ ਕਰਨੀ ਚਾਹੁੰਦਾ ਸੀ ਜੀ। ਹਰਿਆਣਾ ਦੇ ਸਿਹਤ ਮੰਤਰੀ ਜਿਹੜੇ ਨੇ ਅਨਿਲ ਵਿਜ ਜੀ, ਉਹ ਇਸ ਸੰਬੰਧ ਵਿੱਚ ਕੀ ਕਹਿੰਦੇ ਨੇ ਜੀ? जो मामला बताया जा रहा है हमने तुरंत संज्ञान लिया है और मैंने प्रातः उठते ही अपने ड्रग कंट्रोल को कहा कि जाकर इसकी कार्रवाई करें और केंद्र सरकार के अधिकारी भी इसकी पूरी जानकारी ले रहे हैं। केंद्र सरकार के हेल्थ सेक्रेटरी और फार्मास्यूटिकल सेक्रेटरी ने आज प्रातः ही हमारे जो हेल्थ सेक्रेटरी है उससे बात की है और ये निर्णय तय हुआ है कि पहले कोई कार्रवाई करने से पहले इसके हम सैंपल चेक करवा दें। तो इसके सैंपल लेके जो सेंट्रल ड्रग लेबोरेटरी है कैलकाटा में, वहां पर सैंपल भेजेंगे
वहां से रिपोर्ट आने के बाद अगर कोई चीज गलत हुई तो बहुत सख्त कार्रवाई करी जाएगी। ਸੋ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਹਰਿਆਣਾ ਦੇ ਕਿਉਂਕਿ ਇਹੋ ਜਿਹੀਆਂ ਗੱਲਾਂ ਤਾਂ ਮਾਨ ਸਾਹਿਬ ਅਕਸਰ ਹੀ ਜਦੋਂ ਹਾਦਸੇ ਵਾਪਰਦੇ ਆ ਤਾਂ ਅਸੀਂ ਇੰਨੀ ਗੱਲ ਕਹਿ ਕੇ ਖਹਿੜਾ ਛੁਡਾ ਲੈਂਦੇ ਕਿ ਇਹਦੀ ਜਾਂਚ ਕੀਤੀ ਜਾ ਰਹੀ ਹੈ, ਇਹਦੇ ਤੇ ਕਮਿਸ਼ਨ ਬਿਠਾਵਾਂਗੇ, ਇਹ ਤੇ ਸਿੱਟ ਬਿਠਾਵਾਂਗੇ, ਇਹ ਤੇ ਅਸੀਂ ਆਹ ਜਾਂਚ ਜਿਹੜੀਆਂ ਟੀਮਾਂ ਜਿਹੜੀਆਂ ਖੜੀਆਂ ਕਰ ਦਿਆਂਗੇ। ਪਰ ਅੱਜ ਤੱਕ ਕਦੇ ਵੀ ਕਿਸੇ ਜਾਂਚ ਦਾ ਕੋਈ ਸਿੱਟਾ ਤਾਂ ਸਾਹਮਣੇ ਆਇਆ ਨਹੀਂ ਜੀ ਮਾਨ ਸਾਹਿਬ। ਬਿਲਕੁਲ ਭਾਮ ਸਾਹਿਬ, ਉਹੀ ਗੱਲ ਹੈ ਕਿ ਸਾਡਾ ਸਿਸਟਮ ਹੈ ਜਿਹੜਾ ਉਹਦਾ ਇੰਨਾ ਪੱਠਾ ਬੈਠ ਗਿਆ ਹੈ ਕਿ ਅੱਜ ਤੱਕ ਕਦੇ ਸੁਣਿਆ ਨਹੀਂ ਕਿ ਕਿਸੇ ਨੂੰ ਕੋਈ ਗਲਤ ਦਵਾਈ ਬਣਾਉਣ ਕਰਕੇ ਕੋਈ ਸਜ਼ਾ ਹੋਈ ਹੋਵੇ। ਮੈਂ ਤੁਹਾਨੂੰ ਇੱਕ ਉਦਾਹਰਨ ਦੱਸ ਰਿਹਾ ਕਿ ਇੱਕ ਮੇਰਾ ਰੂਸੀ ਸਫ਼ਰਨਾਮਾ, ਮੈਨੂੰ ਇਸ ਵੇਲੇ ਉਹਦੇ ਲੇਖਕ ਦਾ ਨਾਮ ਬੜਾ ਮਸ਼ਹੂਰ ਹੈ, ਵੈਸੇ ਉਹ ਮੈਨੂੰ ਮੇਰਾ ਦਾਗਿਸਤਾਨ ਨਹੀਂ, ਮੇਰਾ ਰੂਸੀ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ, ਹਾਂ ਮੈਂ ਯਾਦ ਆ ਗਿਆ ਤਾਂ ਮੈਂ ਤੁਹਾਨੂੰ ਦੱਸੂਗਾ। ਉਹ ਬੰਦਾ ਗਿਆਨੀ ਜੈਲ ਸਿੰਘ ਜੀ ਹੋਰਾਂ ਦੇ ਨਾਲ ਗਿਆ ਸੀ। ਗਿਆਨੀ ਜੈਲ ਸਿੰਘ ਉਦੋਂ ਪੰਜਾਬ ਦੇ ਵਿੱਚ ਮੰਤਰੀ ਹੁੰਦੇ ਸੀਗੇ। ਉਹ ਰੂਸ ਦੇ ਵਿੱਚ ਗਿਆ ਤੇ ਉੱਥੇ ਜਾ ਕੇ ਦੋ ਉਦਾਹਰਨਾਂ ਮੈਂ ਦੇਵਾਂਗਾ, ਤਾਂ ਉਹਨਾਂ ਨੂੰ ਦੋ ਗੱਲਾਂ ਉਹਦੇ ਵਿੱਚ ਲਿਖੀਆਂ ਹੋਈਆਂ ਜਿਹੜੀਆਂ ਬਹੁਤ ਇੰਪੋਰਟੈਂਟ। ਉਹ ਕਹਿੰਦੇ ਵੀ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਉੱਥੇ 2 ਕੋਪਕ ਉਹਨਾਂ ਦੀ ਕਰੰਸੀ ਦਾ ਨਾਂ, ਜਿਵੇਂ ਆਪਣੇ ਪੈਸੇ ਹੈ, ਰੂਬਲ ਰੁਪਈਆ ਜਿਵੇਂ ਹੋ ਗਿਆ ਤੇ ਪੈਸੇ ਦੇ ਵਿੱਚ ਹੈਗਾ ਕੋਪਕ ਸੀਗੇ। ਉਹ ਕਹਿੰਦਾ ਵੀ 2 ਕੋਪਕ ਪਾਓ ਤੇ ਤੁਹਾਨੂੰ ਇੱਥੇ ਇਹਦੇ ਵਿੱਚ ਜੂਸ ਦਾ ਗਲਾਸ ਹੈ ਜਿਹੜਾ ਉਹ ਆਊਗਾ ਜੀ। ਉਹ ਕਹਿੰਦਾ ਮੈਂ ਆਖਿਆ ਵੀ ਦੇਖ ਲਈਏ ਆਉਂਦਾ ਕਿ ਨਹੀਂ ਆਏ। ਉਹਨੇ ਜਦੋਂ ਪੈਸੇ ਪਾਏ ਤੇ ਭਰਿਆ ਹੋਇਆ ਗਲਾਸ ਬਿਲਕੁਲ ਆ ਗਿਆ ਤੇ ਉਹ ਪੀਣ ਦੀ ਬਜਾਏ ਗਿਆਨੀ ਜੈਲ ਸਿੰਘ ਉਹਨੂੰ ਵੇਖ ਕੇ ਹੱਸਣ ਲੱਗ ਪਏ। ਕਹਿੰਦਾ ਮੈਂ ਕਿਹਾ ਯਾਰ ਗੱਲ ਕੀ ਹੈ ਗਿਆਨੀ ਜੀ, ਚੱਕਰ ਕੀ ਹੈ, ਤੁਸੀਂ ਹੱਸੀ ਜਾਂਦੇ ਹੋ, ਪੀ ਲਓ ਇਹਨੂੰ। ਕਹਿੰਦਾ ਯਾਰ ਮੈਂ ਹੱਸਦਾ ਇਸ ਕਰਕੇ ਆ ਵੀ ਜੇ ਇਹੀ ਮਸ਼ੀਨ ਸਾਡੇ ਦੇਸ਼ 'ਚ ਲੱਗੀ ਹੁੰਦੀ, ਇਹਨੂੰ 4 ਵਾਰੀ ਕਹਿਣਾ ਪੈਂਦਾ ਵੀ ਗਲਾਸ ਭਰ ਕੇ ਦੇ, ਤੇ ਇੱਥੇ ਡੁੱਲਦਾ ਗਲਾਸ ਆ ਗਿਆ ਸਾਡੇ ਕੋਲੇ। ਮਤਲਬ ਸਾਡੇ ਸਿਸਟਮ ਦੀ ਤੇ ਉਹਨਾਂ ਦੀ ਸਿਸਟਮ ਦੀ ਉਹਨਾਂ ਨੇ ਤੁਲਨਾ ਕੀਤੀ। ਬਿਲਕੁਲ। ਦੂਜੀ ਉਦਾਹਰਨ, ਉਹ ਜਦੋਂ ਹੋਟਲ ਦੇ ਵਿੱਚ ਖਾਣਾ ਖਾਣ ਲੱਗੇ ਤੇ ਉੱਥੇ ਦਹੀਂ ਲਿਆਂਦੀ ਬਹਿਰੇ ਨੇ ਤੇ ਗਿਆਨੀ ਜੈਲ ਸਿੰਘ ਕਹਿੰਦੇ ਵੀ ਦਹੀਂ ਬੜੀ ਵਧੀਆ ਹੈ। ਉਹ ਕਹਿੰਦਾ ਜੀ ਇਹ ਤੁਹਾਨੂੰ ਪਤਾ ਵੀ ਕਿਉਂ ਵਧੀਆ ਹੈ, ਇੰਨੀ ਵਧੀਆ ਦਹੀਂ ਕਿਉਂ ਹੈ? ਕਹਿੰਦਾ ਕਿਉਂ ਹੈ? ਕਹਿੰਦਾ ਇਸ ਕਰਕੇ ਹੈ ਕਿ ਜੇ ਇਹਦੇ 'ਚ 1% ਵੀ ਮਿਲਾਵਟ ਹੋ ਜੇ ਨਾ ਤੇ ਮਿਲਾਵਟ ਕਰਨ ਵਾਲੇ ਨੂੰ ਚੌਂਕ ਦੇ ਵਿੱਚ ਖਿਲਾਰ ਕੇ ਗੋਲੀ ਮਾਰ ਦਿੱਤੀ ਜਾਂਦੀ ਹੈ। ਇਸ ਕਰਕੇ ਡਰ ਇੰਨਾ ਲੋਕਾਂ ਦੇ ਵਿੱਚ, ਇਹਦੇ 'ਚ ਮਿਲਾਵਟ ਨਹੀਂ ਹੈ, ਇਹ ਸ਼ੁੱਧ ਹੈ ਦਹੀਂ, ਤਾਂ ਤੁਹਾਨੂੰ ਸਵਾਦ ਲੱਗੀ ਇੰਨੀ। ਤੇ ਇਹਦੇ ਮੁਕਾਬਲੇ 'ਚ ਭਾਮ ਸਾਹਿਬ ਆਪਣੇ ਸਿਸਟਮ ਦਾ, ਅਸੀਂ ਤਾਂ ਜਿਹੜੇ ਘਰੇ ਵੀ ਜਿਹੜੀ ਦਹੀਂ ਜਮਾਉਣੇ ਆ ਜੀ, ਉਹ ਵੀ ਮੱਝ ਨੂੰ ਪਹਿਲਾਂ ਟੀਕੇ ਲੱਗੇ ਹੁੰਦੇ 2। ਹਾਂ ਬਿਲਕੁਲ। ਤੇ ਫਿਰ ਅਸੀਂ ਉਹਦੇ ਤੋਂ ਦੁੱਧ ਲੈਂਦੇ ਆ ਤੇ ਤੁਸੀਂ ਦੇਖੋ ਵੀ ਉਹ ਟੀਕਾ ਐਡਾ ਜ਼ਬਰਦਸਤ ਔਰ ਖਤਰਨਾਕ ਹੁੰਦਾ ਹੈ ਵੀ ਉਹਦੇ ਨਾਲ ਬੰਦੇ ਦੀ ਮੌਤ ਵੀ ਹੋ ਸਕਦੀ ਹੈ। ਪਰ ਕਿਉਂਕਿ ਉਹ ਵਾਇਆ ਪਹੁੰਚਦਾ ਸਾਡੇ ਕੋਲੇ ਔਰ ਦੁੱਧ ਦੇ ਵਿੱਚ ਮਿਲਾਵਟ ਹੋ ਕੇ ਆਉਂਦਾ, ਫਿਰ ਉਹੀ ਚੀਜ਼ਾਂ ਜਿਹੜੀਆਂ ਉਹ ਕੈਂਸਰ ਦਾ ਕਾਰਨ ਉਹੀ ਬਣਦੀਆਂ ਨੇ। ਅਸੀਂ ਕਹਿੰਦੇ ਆ ਨਾ ਵੀ ਅਸੀਂ ਤਾਂ ਆਪਣੇ ਗੁਆਂਢੀਆਂ ਤੋਂ ਲੈਂਦੇ ਆ ਜੀ ਦੁੱਧ, ਮੱਝ ਚੋ ਕੇ ਦਿੰਦੇ ਆ ਸਾਨੂੰ, ਅਸੀਂ ਤਾਂ ਆਪਣੇ ਰਿਸ਼ਤੇਦਾਰਾਂ ਤੋਂ ਲੈਂਦੇ ਆ ਦੁੱਧ। ਮੇਰੀ ਇੱਕ ਵਾਰੀ ਇਸ ਤਰ੍ਹਾਂ ਦੀ ਹੋਈ ਕਿ ਅਸੀਂ ਇੱਕ ਘਰੇ ਉਦੋਂ ਪਹਿਲਾਂ ਰਹਿੰਦੇ ਹੁੰਦੇ ਸੀ ਤੇ ਉਹ ਗੁਆਂਢ ਦੇ ਵਿੱਚ ਸਾਡਾ ਇੱਕ ਖਾਸ ਰਿਸ਼ਤੇਦਾਰ ਸੀ, ਉਹਨਾਂ ਕੋਲੇ ਮੱਝਾਂ ਰੱਖੀਆਂ ਹੁੰਦੀਆਂ ਸੀ। ਉਹਨਾਂ ਤੋਂ ਅਸੀਂ ਦੁੱਧ ਲੈਂਦੇ ਸੀ। ਦੁੱਧ ਲੈ ਲੈਂਦੇ, ਸਾਨੂੰ ਬੜਾ ਵਧੀਆ ਲੱਗਦਾ ਸੀ, ਬੜਾ ਵਧੀਆ ਦੁੱਧ ਹੈ, ਬੜੇ ਖੁਸ਼ ਹੋ ਕੇ ਪੀ ਲੈਂਦੇ ਸੀ, ਬੱਚੇ ਵੀ, ਅਸੀਂ ਵੀ ਪੀ ਲੈਂਦੇ ਸੀ। ਇੱਕ ਦਿਨ ਕੀ ਹੋਇਆ, ਦੁੱਧ ਅਸੀਂ ਰੱਖਤਾ, 10 ਮਿੰਟ ਬੀਤ ਗਏ, ਅੱਗ ਦੇ ਉੱਤੇ ਉਬਾਲ ਕੇ 10 ਮਿੰਟ ਬੀਤ ਗਏ, ਉਬਾਲਾ ਨਹੀਂ ਆਇਆ, ਘੰਟਾ ਬੀਤ ਗਿਆ, ਉਬਾਲਾ ਨਹੀਂ ਆਇਆ, 1.5-2 ਘੰਟੇ ਪਿਆ ਰਿਹਾ ਉੱਥੇ, ਸਿਮ ਤੇ ਕਰਕੇ ਰੱਖਤਾ ਲੇਡੀਜ਼ ਨੇ ਵੀ ਚਲੋ ਦੇਖੀ ਜਾਊਗੀ ਕੋਈ ਗੜਬੜ ਹੋਣੀ ਹੈ, ਹੋ ਸਕਦਾ ਦੁੱਧ ਜ਼ਿਆਦਾ ਗਾੜਾ ਹੋਵੇ, ਜ਼ਿਆਦਾ ਸ਼ੁੱਧ ਹੋਵੇ, ਲੇਟ ਹੋਵੇ। ਤੇ ਉਹ ਤਕਰੀਬਨ ਮਤਲਬ 1 ਘੰਟਾ 40-45 ਮਿੰਟਾਂ ਬਾਅਦ ਉਹਦੇ ਵਿੱਚ ਇੱਕ ਬਲਾਸਟ ਹੋਇਆ, ਉਹ ਫਟ ਕੇ ਸਾਰਾ ਦੁੱਧ ਹੈ ਜਿਹੜਾ ਉਹ ਰਸੋਈ ਨੂੰ ਚਿੰਬੜ ਗਿਆ। ਤਾਂ ਉਹਦੇ ਵਿੱਚ ਇੰਨਾ ਜਿਹੜਾ ਪਤਾ ਨਹੀਂ ਕੀ ਚੀਜ਼ ਸੀ। ਉਸ ਦਿਨ ਸਾਨੂੰ ਪਤਾ ਲੱਗਿਆ ਕਿ ਇਹ ਫੁੱਟ ਹੋ ਗਿਆ ਜਿਹੜਾ ਦੁੱਧ, ਇਹਦਾ ਮਤਲਬ ਇਹ ਹੈ ਕਿ ਇਹ ਕੈਮੀਕਲ ਹੈ, ਕਿਉਂਕਿ ਇਹ ਸ਼ੁੱਧ ਹੈ। ਹਾਂ, ਇਹ ਜ਼ਿਆਦਾ ਹੀ ਲੋੜ ਤੋਂ ਵੱਧ ਸ਼ੁੱਧ ਹੋ ਗਿਆ। ਫਿਰ ਅਸੀਂ ਹੱਥ ਜੋੜੇ ਕਿ ਯਾਰ ਅਸੀਂ ਹੁਣ ਜਿਹੜਾ ਨਾ ਇਹਨਾਂ ਤੋਂ ਦੁੱਧ ਨਹੀਂ ਲੈਣਾ, ਪਰ ਲਈਏ ਕੀ ਤੋਂ? ਇਸੇ ਤਰ੍ਹਾਂ ਹੀ ਹੈ ਵੀ ਇੱਕ ਡਾਕਟਰ ਤੋਂ ਅਸੀਂ ਕਹਿ ਦਿਆਂਗੇ ਵੀ ਇਹ ਡਾਕਟਰ ਮਾੜਾ ਯਾਰ, ਵੱਧ ਦਵਾਈਆਂ ਦੇ ਦਿੰਦਾ, ਤੇ ਫਿਰ ਕਿਹੜੇ ਡਾਕਟਰ ਤੋਂ ਦਵਾਈ ਲਈਏ? ਕਰੀਏ ਕੀ? ਘਰਾਂ ਦੇ ਵਿੱਚ ਅਸੀਂ ਪਸ਼ੂ ਰੱਖਣੇ ਬੰਦ ਕਰਤੇ ਨਾ ਜੀ, ਇਹ ਵੀ ਬੜੀ ਵੱਡੀ ਗੱਲ ਹੈ, ਕਿਉਂਕਿ ਹੁਣ ਸਾਨੂੰ ਕੰਮ ਦੀ ਆਦਤ ਨਹੀਂ ਰਹੀ, ਜਿਹਦੇ ਕਰਕੇ ਅਸੀਂ। ਉਸ ਲੇਖਕ ਦਾ ਨਾਮ ਸੀ ਬਲਰਾਜ ਸਾਹਨੀ ਜੀ। ਬਲਰਾਜ ਸਾਹਨੀ ਜੀ ਬੜੇ ਮਸ਼ਹੂਰ ਸਾਡੇ ਅਦਾਕਾਰ ਜਿਹੜੇ ਹੈਗੇ ਹੋਏ ਨੇ, ਉਹਨਾਂ ਦਾ। ਸੋ ਮਾਨ ਸਾਹਿਬ, ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਇਹ ਨਵਾਂ ਸਿਰਪ ਜਿਹੜਾ ਬਣਾਉਣ ਤੇ ਹੁਣ ਕੰਪਨੀ ਦੀ ਕਹਿੰਦੇ ਹੋਏ ਅਸੀਂ ਰੋਕ ਲਗਾਤੀ ਹੈ। ਠੀਕ ਹੈ। ਤੇ ਪੁਰਾਣਾ ਨਵਾਂ ਬਣਾਉਣਾ ਜਿਹੜਾ ਪੁਰਾਣਾ ਸੀ, ਜਿਹੜਾ ਕਹਿੰਦੇ ਸੀਲ ਕਰ ਦਿੱਤਾ, ਤੇ ਡਰੱਗ ਕੰਟਰੋਲਰ ਜਿਹੜਾ ਹਰਿਆਣੇ ਵਾਲਾ ਉਹ ਕਹਿ ਰਿਹਾ
ਤੇ ਉਹ ਕਹਿੰਦਾ ਵੀ ਉਹਦਾ ਨਾਮ ਮਨਮੋਹਨ ਤਨੇਜਾ ਹੈ ਤੇ ਉਹਨੇ ਕਿਹਾ ਵੀ ਕੁੰਡਲੀ ਸਥਿਤ ਜਿਹੜੀ ਕੰਪਨੀ ਸੀ ਉਹਦੇ ਤੇ ਛਾਪਾ ਮਾਰਿਆ ਗਿਆ, ਕੁਝ ਸੈਂਪਲ ਵੀ ਲਏ ਗਏ ਆ ਜਿਨ੍ਹਾਂ ਤੋਂ ਜਾਂਚ ਕੀਤੀ ਲਈ ਉਹਨਾਂ ਨੂੰ ਕਲਕੱਤੇ ਭੇਜ ਦਿੱਤਾ ਗਿਆ। ਕੰਪਨੀ ਜੋ ਸਿਰਪ ਤਿਆਰ ਕਰਦੀ ਹੈ ਕਹਿੰਦੇ ਉਹ ਬਣਾਉਣ ਤੋਂ ਹੁਣ ਰੋਕਿਆ ਗਿਆ ਉਹਨੂੰ, ਤੇ ਸੈਂਪਲ ਦੀ ਰਿਪੋਰਟ ਆਉਣ ਤੱਕ ਸਿਰਪ ਨੂੰ ਕੋਈ ਮਤਲਬ ਅੱਗੇ ਕਾਰਵਾਈ ਜਿਹੜੀ ਉਹ ਨਹੀਂ ਹੋਵੇਗੀ। ਤੇ ਇਸੇ ਤਰ੍ਹਾਂ DCGI ਦੇ ਨਿਰਦੇਸ਼ ਦੇ ਉੱਤੇ ਹਿਮਾਚਲ ਦੇ ਵਿੱਚ ਵੀ ਅਲਰਟ ਜਿਹੜਾ ਜਾਰੀ ਕੀਤਾ ਗਿਆ। WHO ਦੇ ਅਲਰਟ ਤੋਂ ਬਾਅਦ ਹਿਮਾਚਲ ਦੇ ਵਿੱਚ ਵੀ ਇਹਦੇ ਤੇ ਕਾਰਵਾਈ ਹੋਈ ਹੈ। ਭਾਵੇਂ ਉਹ ਕਹਿੰਦੇ ਵੀ ਜਿਹੜੀ ਕੰਪਨੀ ਹੈ ਉੱਥੇ ਕੰਪਨੀ ਦਾ ਯੂਨਿਟ ਜਿਹੜਾ ਹਿਮਾਚਲ ਵਾਲਾ ਬੱਦੀ ਦੇ ਵਿੱਚ ਜਿਹੜਾ ਉੱਥੇ ਇਸ ਕੰਪਨੀ ਇਸ ਮਤਲਬ ਕਿ ਪ੍ਰੋਡਕਟ ਦੀ ਕਹਿੰਦੇ ਨਿਰਮਾਣ ਨਹੀਂ ਸੀ ਹੋ ਰਿਹਾ, ਲੇਕਿਨ ਉਹਦੇ ਫਿਰ ਵੀ ਉਹਦੀ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ ਕਿ ਉੱਥੋਂ ਇਸ ਤਰ੍ਹਾਂ ਦਾ ਸਮਾਨ ਜਿਹੜੇ ਉਹ ਮਿਲਦੇ ਹੈ ਕਿ ਨਹੀਂ ਮਿਲਦੇ, ਇਸ ਤਰ੍ਹਾਂ ਦੀ ਜਾਂਚ ਹੈਗੀ ਹੈ। ਪਰ ਇਹ ਜਾਂਚਾਂ ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਵੀ ਇਹ ਜਾਂਚਾਂ ਦੇ ਕਿਸ ਤਰ੍ਹਾਂ ਦੇ ਸਿੱਟੇ ਹੁੰਦੇ ਆ ਜਾਂ ਕੀ ਇਹ ਕਰਦੀਆਂ ਨੇ, ਇਹ ਅਸੀਂ ਸਾਰੇ ਜਾਣਦੇ ਹਾਂ। ਇਹ ਕੰਪਨੀ ਜਿਹੜੀ ਹੈ 1990 ਦੀ ਬਣੀ ਹੋਈ ਹੈ ਜੀ। ਠੀਕ ਹੈ, 1990 ਦਾ ਤੋਂ ਇਹ 20 ਸਾਲ ਤਾਂ ਹੋ ਗਏ ਉਹਨੂੰ ਲੁੱਟਦਿਆਂ ਨੂੰ। 1990 ਤੋਂ ਇਹ ਕੰਮ ਕਰ ਰਹੀ ਹੈ ਔਰ ਇਹਨੇ ਦੇਖੋ ਵੀ ਕਿੰਨੇ ਲੋਕਾਂ ਨੂੰ ਕਿੰਨੇ ਨੁਕਸਾਨ ਪਹੁੰਚਾਇਆ ਹੋਊਗਾ, ਕਿੰਨੇ ਵਿਚਾਰੇ ਜਿਹੜੇ ਆ ਗਰੀਬ ਲੋਕ ਹੈ ਉਹਨਾਂ ਦੀ ਤਾਂ ਰਿਪੋਰਟ ਵੀ ਨਹੀਂ ਹੁੰਦੀ, ਉਹਨਾਂ ਦੀ ਤਾਂ ਜਾਂਚ ਵੀ ਨਹੀਂ ਹੁੰਦੀ ਵੀ ਇਹਦੀ ਡੈਥ ਕਿਉਂ ਹੋਈ ਹੈ, ਜਾਂਚ ਕੀ ਹੋਣੀ ਹੈ। ਵੀ ਡੈਥ ਕਿਉਂ ਹੋਈ ਹੈ। ਵਰਗੀ ਫੈਕਟਰੀ ਹੈ ਜਿਹੜੀ ਉੱਥੇ ਕੰਪਨੀ ਹੈ, ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੂੰਹ ਚ ਬਚਾ ਕੇ ਰਾਤੇ ਰਾਤ ਉਹਨੂੰ ਹਵਾਈ ਜਹਾਜ਼ ਚੜਾ ਦਿੱਤਾ ਜਾਂਦਾ ਹੈ ਜੀ। ਉਹਦਾ ਮੈਨੇਜਰ ਹੁੰਦਾ ਜਿਹੜਾ ਉਹਦੇ ਮਾਲਕ ਹੁੰਦੇ ਆ ਉਹ ਸਾਰੇ ਪਹਿਲਾਂ ਹੀ ਬਾਹਰਲੇ ਦੇਸ਼ਾਂ 'ਚ ਬੈਠੇ ਹੁੰਦੇ ਆ। ਅੱਜ ਤੱਕ ਉਸ ਬੰਦੇ ਨੂੰ ਕਦੇ ਕੋਈ ਸਜ਼ਾ ਨਹੀਂ, ਕਦੇ ਕੋਈ ਵਾਪਸ ਨਹੀਂ ਲਿਆਂਦਾ ਤੇ ਦੂਜਿਆਂ ਨੂੰ ਦੁੱਕੀ ਤਿੱਕੀ ਨੂੰ ਫੜ ਕੇ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਆਹ ਤਾਂ ਸਾਡੀਆਂ ਸਰਕਾਰਾਂ ਦਾ ਸਾਡੇ ਸਿਸਟਮ ਦਾ ਹਾਲ ਹੈ। ਤੇ ਹੁਣ ਸਰਕਾਰ ਨੂੰ ਇਹ ਚਾਹੀਦਾ ਕਿ ਜੇ ਕੋਈ ਆਪਣਾ ਉਦਾਹਰਨ ਰੱਖਣਾ ਚਾਹੁੰਦੀ ਹੈ ਸਰਕਾਰ ਸਾਹਮਣੇ ਕਿ ਅਸੀਂ ਲੋਕਾਂ ਦੀ ਸਿਹਤ ਵਾਸਤੇ ਕੁਛ ਨਾ ਕੁਛ ਸੋਚਦੇ ਹਾਂ ਤੇ ਇਹਨਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜਦੋਂ ਵਰਲਡ ਸਿਹਤ ਸੰਗਠਨ ਹੈ ਜਿਹੜਾ WHO ਨੇ ਕਹਿਤਾ ਕਿ ਬਈ ਇਹਦੇ ਵਿੱਚ ਗੜਬੜ ਸੀਗੀ ਤੇ ਫਿਰ ਵੇਟ ਕਿਹਨੂੰ ਕਰਦੇ ਹੋ, ਉਡੀਕਦੇ ਕਿਹਨੂੰ, ਕਿਸ ਚੀਜ਼ ਦੀ ਉਡੀਕ ਹੈ? ਤੁਹਾਨੂੰ ਫੜ ਕੇ ਬੰਦਿਆਂ ਨੂੰ ਅੰਦਰ ਕਰੋ ਇਸ ਤੋਂ ਪਹਿਲਾਂ ਕਿ ਉਹ ਵਿਦੇਸ਼ ਭੱਜ ਜਾਣ। ਇੱਥੇ ਤਾਂ ਉਹ ਹੈ ਕਿ ਕਰੋੜਾਂ ਰੁਪਈਏ ਅਰਬਾਂ ਰੁਪਈਆ ਲੈ ਕੇ ਵਿਦੇਸ਼ ਭੱਜ ਜਾਂਦੇ, ਉਹ ਨਹੀਂ ਲੱਭਦੇ। ਇਹ ਛੋਟੀਆਂ ਛੋਟੀਆਂ ਮੋਟੀਆਂ ਫੈਕਟਰੀਆਂ ਵਾਲੇ ਜਿਹੜੇ ਕਿਸ ਦੇਸ਼ ਦੇ ਵਿੱਚ ਜਾ ਕੇ ਲੁਕ ਜਾਣਗੇ ਉਦੋਂ ਬਾਅਦ ਕੀ ਕਿਹਾ ਜਾ ਸਕਦਾ ਹੈ? ਸਰਕਾਰ ਨੂੰ ਸਖਤ ਫੈਸਲੇ ਲੈਣੇ ਚਾਹੀਦੇ ਇਸ ਮਸਲੇ ਦੇ ਵਿੱਚ, ਲੋਕਾਂ ਦੀ ਸੰਤੁਸ਼ਟੀ ਫੇਰ ਹੋਊਗੀ। ਬਿਲਕੁਲ ਮਾਨ ਸਾਹਿਬ, ਜਿਸ ਤਰ੍ਹਾਂ ਦਾ ਹੁਣ ਅਸੀਂ ਸਾਰੀ ਇਹ ਪੜਚੋਲ ਕੀਤੀ ਹੈ, ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜਾ ਕੰਪਨੀ ਦੇ ਉੱਤੇ ਕੀ ਕਾਰਵਾਈ ਹੋ ਸਕਦੀ ਹੈ, ਪਲੱਸ ਭਵਿੱਖ ਦੇ ਵਿੱਚ ਇਹ ਵਰਤਾਰਾ ਕਿਵੇਂ ਰੋਕਿਆ ਜਾ ਸਕਦਾ ਜੀ? ਸਿਰਫ 5 ਮਿੰਟ ਸਾਡੇ ਕੋਲੇ ਬਾਕੀ ਰਹਿ ਗਏ ਨੇ। ਭਾਊ ਸਾਹਿਬ, ਮੈਂ ਵੈਸੇ ਜਿਹੜਾ ਸੰਵਿਧਾਨ ਦਾ ਮਾਹਰ ਤਾਂ ਹੈ ਨਹੀਂਗਾ, ਕਾਨੂੰਨ ਦਾ ਮਾਹਰ ਨਹੀਂ ਹਾਂ, ਪਰ ਮੈਨੂੰ ਇੱਕ ਦੇਸੀ ਜੱਕਾ ਹਿਸਾਬ ਇਹ ਲੱਗਦਾ ਕਿ ਜਦੋਂ ਤੁਹਾਡੇ ਤੇ ਇਲਜ਼ਾਮ ਲੱਗ ਗਿਆ, ਪਤਾ ਲੱਗ ਗਿਆ ਕਿ ਆਹ ਬੰਦਾ ਯਾਰ ਚੋਰ ਹੈ ਜਾਂ ਚੋਰ ਹੋ ਸਕਦਾ ਹੈ, ਤੇ ਸਭ ਤੋਂ ਪਹਿਲਾਂ FIR ਦਰਜ ਹੋਣੀ ਚਾਹੀਦੀ ਹੈ, ਜਿਹੜੀ ਕਿ ਉਹਨਾਂ ਨੇ ਮੰਤਰੀ ਜੀ ਨੇ, ਜਿਹੜੇ ਹਰਿਆਣੇ ਦੇ ਮੰਤਰੀ ਜੀ ਅਨਿਲ ਵਿਜ ਜੀ, ਮੈਨੂੰ ਉਹਨਾਂ ਦੀ ਗੱਲ ਦੇ ਵਿੱਚ ਇਹ ਲੱਗਿਆ ਨਹੀਂ ਕਿ ਇਹਨਾਂ ਨੇ FIR ਨਹੀਂ ਕੀਤੀ। ਉਹ ਕਹਿੰਦੇ ਚਲ ਜਾਂਚ ਕਰਾਂਗੇ, ਉਹ ਕਰਾਂਗੇ, ਵਾਹ ਕਰਾਂਗੇ। ਉਹ ਜਦੋਂ ਨੂੰ ਜਾਂਚ ਕਰਨਾ ਹੈ ਬੰਦੇ ਨੇ ਉਦੋਂ ਬਾਹਰ ਨਿਕਲ ਜਾਣਾ। ਬਿਲਕੁਲ, ਹਰਿਆਣੇ ਦੇ ਨਾਲ ਤਾਂ ਹਵਾਈ ਅੱਡਾ ਲੱਗਦਾ ਦਿੱਲੀ ਵਾਲਾ, ਹੋ ਸਕਦਾ ਉਹ ਬੰਦਾ ਬਾਹਰ ਨਿਕਲ ਗਿਆ ਹੋਵੇ। ਬਿਲਕੁਲ। ਉਸ ਤੋਂ ਬਾਅਦ ਫਿਰ ਤੁਸੀਂ ਜਾਂਚ ਕਰੀ ਜਾਓ, ਜੋ ਮਰਜ਼ੀ ਕਰੀ ਜਾਓ, ਦੇਸ਼ਾਂ ਦੀਆਂ ਟ੍ਰੀਟੀਆਂ ਨੂੰ ਦੇਖੀ ਜਾਓ ਵੀ ਸਾਡਾ ਉਹਦੇ ਨਾਲ ਜੀ ਕੈਦੀਆਂ ਦੇ ਵਿਚਾਰ ਵਟਾਂਦਰੇ ਦਾ ਆਦਾਨ ਪ੍ਰਦਾਨ ਦਾ ਹੈਗਾ ਕਿ ਨਹੀਂ ਹੈਗਾ। ਤੇ ਉਦੋਂ ਲੰਘ ਜਾਣਾ, ਉਦੋਂ ਨੂੰ 40-50 ਸਾਲ ਲੰਘ ਜਾਂਦੇ, ਉਹ ਬੰਦਾ ਮਰ ਜਾਂਦਾ, ਉਦੋਂ ਬਾਅਦ ਕਹਿੰਦੇ ਕੇਸ ਕਲੋਜ਼ ਕਰ ਦਿਓ। ਸੋ ਸਭ ਤੋਂ ਪਹਿਲਾਂ ਤਾਂ FIR ਦਰਜ ਹੋਣੀ ਚਾਹੀਦੀ ਹੈ। ਨਾਲ ਦੀ ਨਾਲ ਜਾਂਚ ਦਾ ਜਿਹੜਾ ਉਹਨੇ ਆਰਡਰ ਦਿੱਤਾ ਉਹ ਬਹੁਤ ਵਧੀਆ ਹੈ, ਉਹਨਾਂ ਨੂੰ ਦੇਣਾ ਚਾਹੀਦਾ ਸੀ, ਉਹਨਾਂ ਦਾ ਹੱਕ ਬਣਦਾ ਸੀ। ਬਿਲਕੁਲ। ਫੈਕਟਰੀ ਜਿਹੜੀ ਸੀਲ ਕੀਤੀ ਹੈ ਉਹਨਾਂ ਨੇ, ਉਹ ਬਹੁਤ ਵਧੀਆ ਗੱਲ ਹੈ, ਉਹ ਕਰਨੀ ਚਾਹੀਦੀ ਹੈ। ਉਹਨਾਂ ਦੀਆਂ ਸਾਰੀਆਂ ਦਵਾਈਆਂ ਜਿਹੜੀਆਂ ਮਾਰਕੀਟ ਦੇ ਵਿੱਚ, ਉਹਨਾਂ ਨੂੰ ਤੁਰੰਤ ਵਾਪਸ ਲੈ ਕੇ ਉਹਨਾਂ ਦਾ ਸਾਰਾ ਖਰਚਾ ਜਿਹੜਾ ਉਹ ਫੈਕਟਰੀ ਦੇ ਮਾਲਕਾਂ ਦੇ ਸਿਰ ਤੇ ਮਾਨ ਸਾਹਿਬ, ਇੱਕ ਖਤਰਨਾਕ ਗੱਲ ਹੈ ਵੀ ਡਾਈਥਿਲੀਨ ਗਲਾਈਕੋਲ ਹੈ ਜਿਹੜੀ, ਇਹ ਬੰਬ ਤੋਂ ਵੀ ਖਤਰਨਾਕ ਹੈ। ਇਹਦੇ ਰਸਾਇਣਿਕ ਮਿਸ਼ਰਣ ਜਿਹੜਾ ਆਟੋਮੋਟਿਵ ਉਦਯੋਗ ਦੇ ਵਿੱਚ ਵਰਤਿਆ ਜਾਂਦਾ ਜੀ। ਇੱਕ ਤਾਂ ਦੱਸੋ, ਦਵਾ ਇਹਨਾਂ ਦੇ ਵਿੱਚ ਜਿਹੜੇ ਆਪਾਂ ਪੇਂਟ ਵਗੈਰਾ ਕਰਦੇ ਆ, ਪੇਂਟ ਦੇ ਵਿੱਚ ਆਟੋਮੋਟਿਵ ਵਾਲਿਆਂ ਦੇ ਵਿੱਚ ਵੀ ਵਰਤਦੇ ਆ। ਉੱਥੇ ਜਿਸ ਤਰ੍ਹਾਂ ਉਹਨਾਂ ਦੇ ਲਿਕੁਇਡ ਬਣਦੇ ਆ, ਉੱਥੇ ਵੀ ਇਹਦੀ ਵਰਤੋਂ ਹੁੰਦੀ ਹੈ। ਠੀਕ ਹੈ। ਔਰ ਐਗਰੋ ਕੈਮੀਕਲ ਜਿਹੜੇ ਆ ਉਹਨਾਂ ਦੇ ਵਿੱਚ ਵੀ, ਜਿਹੜੇ ਪੈਸਟੀਸਾਈਡਸ ਬਣਦੀਆਂ ਉਹਨਾਂ ਦੇ ਵਿੱਚ ਵੀ ਇਹਦਾ ਇਸਤੇਮਾਲ ਹੁੰਦਾ ਹੈ। ਠੀਕ ਹੈ। ਤੇ ਪੇਂਟ ਦੇ ਵਿੱਚ ਵੀ ਇਹਦਾ ਜਿਹੜਾ ਉਹ ਵੱਡੇ ਪੱਧਰ ਤੇ ਇਸਤੇਮਾਲ ਹੁੰਦਾ ਹੈ। ਔਰ ਇਹਦੀ ਵਰਤੋਂ ਜਿਹੜੀ ਹੈ ਭੋਜਨ ਤੇ ਖਾਣ ਵਾਲੇ ਸਵਾਦ ਵਧਾਉਣ ਵਾਸਤੇ ਅਕਸਰ ਜਿਹੜੀਆਂ ਕੰਪਨੀਆਂ ਉਹ ਕਰਦੀਆਂ ਨੇ।
ਇਸੇ ਕਰਕੇ ਸਿਆਣੇ ਕਹਿੰਦੇ ਆ ਨਾ ਵੀ ਜੰਮੂ ਕਸ਼ਮੀਰ ਦੇ ਸਵਾਦ ਲੱਗੇ ਹਾਂ, ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਬੱਚਿਆਂ ਦੀ ਮੌਤ ਹੋਈ ਸੀ ਖੰਘ ਦੀ ਦਵਾਈ ਪੀਣ ਨਾਲ ਹੀ ਜੀ, ਉਹਦੇ ਤੇ ਅੱਜ ਤੱਕ ਕੋਈ FIR ਦਰਜ ਨਹੀਂ ਹੋਈ। ਦੱਸੋ ਕੀ ਸਿਸਟਮ ਦਾ ਫੇਲਰ ਹੈ ਤੁਸੀਂ ਦੇਖੋ। ਹਾਂ ਬਿਲਕੁਲ 12 ਬੱਚਿਆਂ ਤੱਕ ਅਸੀਂ ਨਿੱਗਰ ਗਏ ਹਾਂ, 12 ਬੱਚਿਆਂ ਦੀ ਮੌਤ ਹੋਈ ਸੀ ਔਰ ਅੱਜ ਤੱਕ ਉਸ ਤੇ ਕੋਈ ਮਤਲਬ ਕਿ ਕੰਪਨੀ ਤੇ ਕਾਰਵਾਈ ਨਹੀਂ ਹੋਈ ਔਰ ਉਹ ਕੰਪਨੀ ਬਿਲਕੁਲ ਬੰਦੇ ਨੇ ਕਾਰਵਾਈ ਕਰਨ ਦੀ ਕੀ ਲੋੜ ਹੈ? ਸਰਕਾਰ ਨੇ ਆਪ ਲਾਇਸੈਂਸ ਦਿੱਤੇ ਹੁੰਦੇ ਆ, ਪੈਸੇ ਲੈ ਕੇ, ਜ਼ਿਆਦਾਤਰ ਇਹ ਹੁੰਦਾ ਕਿ ਲਾਇਸੈਂਸ ਦਿੱਤਾ ਹੋਇਆ ਤੇ ਉਹਨਾਂ ਨੂੰ ਆਪ ਹੀ ਇਹ ਭਜਾ ਦਿੰਦੇ ਆ, ਫਿਰ ਲੋੜ ਕੀ ਹੈ FIR ਦਰਜ ਕਰਾਉਣ ਦੀ? ਅੱਛਾ, ਡਰਗ ਕੰਟਰੋਲਰ ਨੇ ਨਾ ਉਦੋਂ ਬਾਅਦ ਇਹਨੂੰ ਕਿ ਕਲੀਨ ਚਿੱਟ ਦੇਤੀ ਸੀਗੀ, ਇਹ ਬੰਦੇ ਸਹੀ ਹੈ, ਬੰਦੇ ਸਹੀ ਹੈ, ਹਾਂ ਵੀ ਇਹਨਾਂ ਦੀ ਦਵਾਈ 'ਚ ਕੋਈ ਨੁਕਸ ਨਹੀਂਗਾ। ਤੇ ਫਿਰ ਹਿਮਾਚਲ ਹਾਈ ਕੋਰਟ ਨੇ ਜਿਹੜਾ ਉਹਦਾ ਆਦੇਸ਼ ਜਿਹੜਾ ਉਹ ਰੱਦ ਕੀਤਾ ਸੀਗਾ ਵੀ ਤੁਸੀਂ ਗਲਤ ਕਹਿ ਰਹੇ ਹੋ ਵੀ ਇਹਦੇ ਵਿੱਚ ਕੁਝ ਨਹੀਂਗਾ, ਵੀ ਇਹਦਾ ਮਿਸ਼ਰਣ ਜਿਹੜਾ ਹੈ ਵੀ ਉਹਦੇ ਟੈਸਟ ਫਿਰ ਉਹ ਉਦੋਂ ਬਾਅਦ ਉਹ ਵੀ ਇਹਦੇ 'ਚ ਕੁਝ ਨਹੀਂਗਾ, ਇਹ ਤਾਂ ਬੱਚੇ ਸ਼ੌਕ ਨਾਲ ਮਾਰਦੇ ਆ, ਬੱਚੇ ਸ਼ੌਕ ਨਾਲ ਹੀ ਹੋ ਗਏ। ਦੱਸੋ ਕਿੱਡੀ ਹਾਸੋ ਹੋਣੀ ਤੇ ਕਿੱਡੀ ਘਟੀਆ ਗੱਲ ਹੈ ਜੀ, ਜਿਹੜੇ ਵੀ ਬੰਦੇ ਨੇ ਉਹ ਰਿਪੋਰਟ ਦਿੱਤੀ ਹੋਣੀ ਹੈ। ਤੇ ਹਿਮਾਚਲ ਦੇ ਵਿੱਚ ਵੀ ਡਰੱਗ ਅਥਾਰਟੀ ਨੇ ਅਪ੍ਰੈਲ 2022 ਤੱਕ ਇਸ ਤੇ ਕੋਈ ਕਾਰਵਾਈ ਜਿਹੜੀ ਅਜੇ ਤੱਕ ਦਰਜ ਨਹੀਂ ਸੀ ਕੀਤੀ ਗਈ। ਉਦੋਂ ਬਾਅਦ ਦਾ ਤਾਂ ਹੁਣ ਅੰਕੜੇ ਜਿਹੜੇ ਸਾਨੂੰ ਪਤਾ ਨਹੀਂ ਲੱਗ ਰਹੇ, ਪਰ ਜੇ ਅਪ੍ਰੈਲ ਤੱਕ ਨਹੀਂ ਹੋਈ ਤਾਂ ਇਹਦਾ ਮਤਲਬ ਹੈ ਵੀ ਨਹੀਂ ਹੋਈ, ਪੈ ਗਿਆ ਠੰਡੇ ਬਸਤੇ 'ਚ, ਠੰਡੇ ਬਸਤੇ 'ਚ ਪਾਏਗੀ ਗੱਲ। ਰਿਸ਼ਵਤ ਲੈਤੇ ਪਕੜਾ ਗਿਆ, ਰਿਸ਼ਵਤ ਦੇकर ਛੂਟ ਗਿਆ, ਬਸ ਗੱਲ ਇਹ ਹੈ। ਬਸ ਸੋ ਸਾਨੂੰ ਰੇਡੀਓ ਇੰਡੀਆ ਨੂੰ ਵੀ ਬੜਾ ਇਸ ਗੱਲ ਦਾ ਅਫਸੋਸ ਹੈ। ਅਸੀਂ ਮਤਲਬ ਕਿ ਆਤਮ ਗਿਲਾਨੀ ਜਿਹੜੀ ਹੁੰਦੀ ਹੈ ਨਾ ਜੀ, ਉਹਦੇ ਨਾਲ ਅਸੀਂ ਭਰ ਜਾਂਦੇ ਹਾਂ, ਕਿਉਂਕਿ ਸਾਨੂੰ ਜਦੋਂ ਅਸੀਂ ਕਹਿੰਦੇ ਹਾਂ ਵੀ ਅਸੀਂ ਉਸ ਭਾਰਤ ਦੇਸ਼ ਦੇ ਵਾਸੀ ਹਾਂ ਜਿਹਦੇ ਕਰਕੇ ਹਾਂ ਔਰ ਕਿਸ ਹੱਦ ਤੱਕ ਅਸੀਂ ਨਿੱਗਰ ਗਏ ਹਾਂ, ਕਿਸ ਹੱਦ ਤੱਕ ਨਿੱਗਰ ਗਏ ਹਾਂ ਵੀ ਛੋਟੇ ਛੋਟੇ ਬੱਚਿਆਂ ਦਾ ਇਸ ਤਰ੍ਹਾਂ ਮਾਰਿਆ ਜਾਣਾ। ਔਰ ਅਸੀਂ ਜਿੱਥੇ ਉਹਨਾਂ ਬੱਚਿਆਂ ਦੀ ਮਤਲਬ ਕਿ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਾਂ, ਉਹਨਾਂ ਦੇ ਪਰਿਵਾਰਾਂ ਲਈ ਅਸੀਂ ਹੌਸਲੇ ਦੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਹੌਸਲਾ ਬਖਸ਼ੇ। ਉੱਥੇ ਅਸੀਂ ਸਾਡੀ ਭਾਰਤ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਵੀ ਤਰਸ ਕਰੋ, ਹੁਣ ਬਹੁਤ ਹੋ ਗਿਆ, ਔਰ ਸਾਡੇ ਲੋਕਾਂ ਤੇ ਅਜਿਹੀਆਂ ਕੰਪਨੀਆਂ ਤੇ ਸਕੰਜਾ ਕੱਸੋ। ਨਾ ਤਾਂ ਇਹਨਾਂ ਤੇ ਕੋਈ ਕੁਆਲਿਟੀ ਕੰਟਰੋਲ ਹੈ, ਨਾ ਇਹਨਾਂ ਤੇ ਕੋਈ ਪ੍ਰਾਈਸ ਕੰਟਰੋਲ ਹੈ। ਬਿਲਕੁਲ। ਔਰ ਇਹ ਗੱਲਾਂ ਜਿਹੜੀਆਂ ਤੁਸੀਂ ਦੇਖੋ ਵੀ ਉੱਥੇ ਕੰਪਨੀਆਂ ਦਾ ਮਾਲ ਜਿਹੜਾ ਉੱਤੇ 200 ਪ੍ਰਿੰਟ ਹੁੰਦਾ ਹੈ, ਤੁਹਾਨੂੰ 2 ਰੁਪਏ 'ਚ ਮਿਲ ਜਾਂਦੀ ਹੈ। ਹੋ ਸਕਦਾ ਉਹਦੀ ਕੀਮਤ 2-2.5 ਰੁਪਏ ਹੁੰਦੀ ਹੋਵੇ, ਸਹੀ ਜਿਹੜੀ ਲਾਗਤ ਉਹਦੀ, ਤੇ ਦਿੰਦੇ ਆ 200-300 ਰੁਪਏ 200-300 ਰੁਪਏ 'ਚ, ਕਿਉਂਕਿ ਉਹ ਹਰੇਕ ਨੂੰ ਤਾਂ ਉਹ 2 ਰੁਪਏ 'ਚ ਨਹੀਂ ਨਾ ਮਿਲਦੀ। 2 ਰੁਪਏ ਦੀ ਤਾਂ ਉਹਨੂੰ ਮਿਲਦੀ ਹੈ ਜੀ, ਤਾਂ ਉਹਨਾਂ ਨੂੰ ਡਰ ਹੁੰਦਾ ਕੈਮਿਸਟ ਨੂੰ। ਬਿਲਕੁਲ। ਉਹ ਉਹਨੂੰ ਕਹਿੰਦਾ ਵੀ ਆ ਤੁਸੀਂ ਆ ਲੈ ਜਾਓ। ਇੱਥੇ ਇੱਕ ਹੋਰ ਗੱਲ ਮੈਨੂੰ ਸੱਚ ਯਾਦ ਆ ਗਈ ਹੈ, ਮੈਨੂੰ 2-3 ਦਿਨ ਹੋ ਗਏ ਕਿਸੇ ਬੰਦੇ ਨੇ ਦੱਸੀ ਹੈ, ਤੁਹਾਡੀ ਗੱਲ ਦੇ ਨਾਲ ਗੱਲ ਜੁੜਦੀ ਹੈ। ਉਹ ਕਹਿੰਦਾ ਵੀ ਮੈਨੂੰ ਠੰਡਾ ਪੀਣ ਦਾ, ਕੋਕਾ ਕੋਲਾ ਵਗੈਰਾ, ਕੈਂਪਾ ਕੋਲਾ ਪੀਣ ਦਾ ਕੋਈ ਮਤਲਬ ਮੈਂ ਪੀਂਦਾ ਨਹੀਂ ਸੀ। ਉਹ ਬਠਿੰਡੇ ਦਾ ਰਹਿਣ ਵਾਲਾ ਸੀ ਬੰਦਾ। ਕਹਿੰਦਾ ਮੈਂ ਅਚਾਨਕ ਇੱਕ ਦਿਨ ਚੰਡੀਗੜ੍ਹ ਚਲਾ ਗਿਆ, ਉੱਥੇ ਉਹਦੀ ਰਿਸ਼ਤੇਦਾਰੀ ਸੀ। ਇੱਕ ਕੱਲ ਸਾਡੇ ਨਾਲ ਜੁੜ ਗਏ ਨੇ ਜੀ, ਪਲੀਜ਼ ਜੀ। ਤੁਹਾਡਾ ਸਵਾਗਤ ਹੈ ਜੀ ਰੇਡੀਓ ਇੰਡੀਆ ਦੇ ਪ੍ਰੋਗਰਾਮ ਵਿੱਚ ਚਰਚਾ ਵਿੱਚ। ਸਤਿ ਸ੍ਰੀ ਅਕਾਲ, ਧੰਨਵਾਦ ਜੀ। ਬਲਦੇਵ ਸਿੰਘ ਜੀ। ਜੀ 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 ਭਾਈ ਜੀ। ਜੀ ਹੋਰ ਸੁਣਾਓ ਜੀ, ਕੀ ਹਾਲ ਹੈ? ਬਹੁਤ ਬਹੁਤ ਵਧੀਆ ਭਾਈ ਜੀ, ਬਹੁਤ ਵਧੀਆ, ਮਿਹਰਬਾਨੀ ਜੀ, ਥੈਂਕ ਯੂ, ਧੰਨਵਾਦ ਜੀ। ਤੇ ਮੈਂ ਇੱਕ ਸਰਾਰ ਸਾਹਿਬ ਤੁਹਾਨੂੰ ਬੇਨਤੀ ਕਰਨੀ ਸੀਗੀ ਜੀ। ਬੋਲੋ। ਤੇ ਆਪਣੇ MLA ਸਾਹਿਬ ਕੱਲ ਗੱਲ ਹੋਈ ਜਾਂ ਰਾਤ ਹੋਈ ਸੀ, ਮੈਨੂੰ ਥੋੜਾ ਜਿਹਾ ਪਤਾ ਲੱਗਿਆ ਸੀਗਾ, ਤੇ ਇਹਨੇ ਚੰਗੇ ਫੈਸਲੇ ਲਏ, ਚੰਗੀਆਂ ਗੱਲਾਂ ਕੀਤੀਆਂ ਵੀ ਜਿੰਨਾ ਝੋਨਾ ਤੁਹਾਡਾ ਹੋਊਗਾ ਦਾਣਾ ਚੱਕੂਗਾ, ਤੇ ਹੋਰ ਵੀ ਇੱਕ ਦੋ, ਤੇ ਮੈਨੂੰ ਕਿਰਪਾ ਕਰਕੇ ਥੋੜਾ ਜਿਹਾ ਜਾਣਕਾਰੀ ਜੀ ਵਾਧਾ ਕਰੋਗੇ, ਦੱਸੋਗੇ? ਬਿਲਕੁਲ। ਉਹਨੇ ਸਿਰਫ ਇੰਨਾ ਹੀ ਆਖਿਆ ਜੀ ਵੀ ਦਾਣਾ ਅਸੀਂ ਚੱਕਾਂਗੇ, ਔਰ ਅਸੀਂ ਇਸ ਤਰ੍ਹਾਂ ਦੇ ਪ੍ਰਬੰਧ ਕਰ ਲਏ ਹੈ, ਪਰ ਕਿਉਂਕਿ ਫਿਰ ਅੱਜ ਸਾਡੇ ਵਿਸ਼ੇ ਨਾਲ ਸੰਬੰਧਿਤ ਨਹੀਂ ਸੀ, ਇਸ ਕਰਕੇ ਅਸੀਂ ਇਸ ਸੰਬੰਧੀ ਤਿਆਰੀ ਨਹੀਂ ਕਰਕੇ ਆਏ। ਅਸੀਂ ਇਸ ਤੇ ਜ਼ਰੂਰ ਪੱਕਾ ਪ੍ਰੋਗਰਾਮ ਕਰਾਂਗੇ ਜੀ। ਅੱਛਾ। ਜੀ ਚਲੋ, ਮਿਹਰਬਾਨੀ ਜੀ। ਧੰਨਵਾਦ, ਮਿਹਰਬਾਨੀ, ਥੈਂਕ ਯੂ ਜੀ। ਜੀ ਸਾਹਿਬ, ਮੈਂ ਗੱਲ ਜਿਹੜੀ ਕਰ ਰਿਹਾ ਸੀ ਜੀ ਕਿ ਉਹ ਉੱਥੇ ਚੰਡੀਗੜ੍ਹ ਚਲਾ ਗਿਆ ਆਪਣੀ ਕੁੜੀ ਕੋਲੇ ਜੀ। ਉਹ ਕਹਿੰਦੇ ਪਾਪਾ ਲਓ ਠੰਡਾ, ਕਹਿੰਦਾ ਵੀ ਮੈਂ ਤਾਂ ਪੀਂਦਾ ਹੀ ਨਹੀਂ, ਮੈਨੂੰ ਤਾਂ ਇਹਦੇ ਜਿਹੜਾ ਟੇਸਟ ਤੋਂ ਹੀ ਬੜੀ ਬਦਬੂ ਆਉਂਦੀ ਹੈ, ਮੈਨੂੰ ਨਹੀਂ ਚੰਗਾ ਲੱਗਦਾ ਇਹ। ਉਹ ਕਹਿੰਦੀ ਤੁਹਾਨੂੰ ਬਠਿੰਡੇ ਵਾਲੇ ਚੋਂ ਆਉਂਦੀ ਹੋਣੀ ਹੈ, ਇਹ ਖਾਓ, ਇਹ ਪੀਓ। ਉਹ ਕਹਿੰਦਾ ਹੈ ਬਠਿੰਡੇ ਹੋਰ ਹੈ, ਇੱਥੇ ਹੋਰ ਹੈ। ਉਹ ਕਹਿੰਦੀ ਤੁਸੀਂ ਪੀ ਕੇ ਤਾਂ ਦੇਖੋ। ਉਹ ਬੰਦਾ ਕਹਿੰਦਾ ਮੈਂ ਪੀਤਾ, ਮੈਨੂੰ ਉਹਦਾ ਟੇਸਟ ਹੋਰ ਲੱਗਿਆ, ਕਹਿੰਦਾ ਮੈਂ ਉੱਥੇ ਵਧੀਆ ਲੱਗਿਆ ਮੈਨੂੰ। ਕਹਿੰਦਾ ਕੁਝ ਹੋਰ ਚੀਜ਼ਾਂ ਫਿਰ ਮੈਂ ਟਰਾਈ ਕੀਤੀਆਂ, ਜਿਹੜੀਆਂ ਬਠਿੰਡੇ 'ਚ ਅਸੀਂ ਕਹਿੰਦੇ ਸੀ ਵੀ ਇਹਨਾਂ ਦਾ ਯਾਰ ਟੇਸਟ ਠੀਕ ਨਹੀਂ, ਚੰਡੀਗੜ੍ਹ 'ਚੋਂ ਟੇਸਟ ਠੀਕ ਹੈ। ਇਹਦਾ ਮਤਲਬ ਕੰਪਨੀਆਂ ਇਹ ਵੀ ਡਿਫਰ ਕਰਦੀਆਂ ਕਿ ਤੁਸੀਂ ਕਿਹੜੇ ਇਲਾਕੇ ਦੇ ਵਿੱਚ ਚੀਜ਼ਾਂ ਭੇਜਣੀਆਂ। ਇਹ ਵੀ ਕਹਿ ਸਕਦੇ ਚੰਡੀਗੜ੍ਹ, ਅੰਮ੍ਰਿਤਸਰ ਵਧੀਆ ਭੇਜ ਦਿੰਦੇ ਆ, ਵੱਡੇ ਸ਼ਹਿਰ ਪੜ੍ਹੇ ਲਿਖੇ ਬੰਦੇ ਬੈਠੇ, ਅਗਲਾ ਕਹਿੰਦਾ ਯਾਰ ਇਹ ਤਾਂ ਕੇਸ ਕਰ ਦੇਣਗੇ। ਇਹ ਵੀ ਹੋ ਸਕਦਾ ਜੋ ਮਰਜ਼ੀ ਗੰਦ ਫੰਦ ਦੂਜੇ। ਇਹ ਵੀ ਹੋ ਸਕਦਾ ਹੈ ਵੀ ਕੰਪਨੀ ਦਾ ਲੇਬਲ ਲਾ ਕੇ ਉੱਥੇ ਸਮਾਨ ਵਿਕ ਰਿਹਾ ਹੋਵੇ।
ਹਾਂ ਹੋ ਸਕਦਾ ਨਕਲੀ ਆਪ ਹੀ ਨਕਲੀ ਆਪ ਨਾ ਵੀ ਬਣਾਉਣ ਤਾਂ ਬਥੇਰੇ ਛਾਤਰ ਲੋਕ ਬੈਠੇ ਆ ਜੀ, ਕਿਉਂਕਿ ਅਸਲੀ ਚੀਜ਼ਾਂ ਦੇ ਉੱਤੇ ਟੈਕਸ ਪੈਂਦਾ ਹੈ। ਬਿਲਕੁਲ ਬਿਲਕੁਲ ਉਹ ਆਪ ਹੀ ਕੰਪਨੀਆਂ ਨਕਲੀ ਜਿਹੜੀਆਂ ਹੈਗੀਆਂ ਉਹ ਇਹਨਾਂ ਇਲਾਕਿਆਂ 'ਚ ਭੇਜੀ ਜਾਂਦੀਆਂ ਵੀ ਇੱਥੇ ਆਮ ਸਧਾਰਨ ਬੰਦੇ ਬੈਠੇ, ਇਹਨਾਂ ਨੇ ਕਿਹੜਾ ਪੇਂਡੂ ਲੋਕਾਂ ਨੇ ਕੁਝ ਕਹਿਣਾ ਹੈ। ਮਾਨ ਸਾਹਿਬ, ਸਾਡੇ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਜੀ, ਮਜਬੂਰੀ ਵਸ ਸਾਨੂੰ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨਾ ਪਊਗਾ। ਵਿਸ਼ਾ ਬਹੁਤ ਵੱਡਾ ਬਹੁਤ ਵੱਡਾ ਸੀਗਾ, ਔਰ ਹਜੇ ਵੀ ਅਸੀਂ ਜਿੰਨੀ ਚਾਹੀਏ ਕੋਈ 2 ਘੰਟੇ ਹੋਰ ਗੱਲ ਇੱਥੇ ਹੋ ਸਕਦੀ ਹੈ, ਪਰ ਸਮੇਂ ਦੀ ਜਿਹੜੀ ਸਮਾਂ ਸੀਮਾ ਜਿਹੜੀ ਹੈ ਉਹਨੂੰ ਸਾਡਾ ਧਿਆਨ 'ਚ ਰੱਖਣਾ ਬਹੁਤ ਜ਼ਰੂਰੀ ਹੈ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ ਜੀ। ਤੁਹਾਡਾ ਵੀ ਸ਼ੁਕਰੀਆ ਪਾਮ ਸਾਹਿਬ, ਔਰ ਸਾਰੇ ਸਰੋਤਿਆਂ ਦਾ, ਰੇਡੀਓ ਇੰਡੀਆ ਔਰ ਸਾਰੇ ਸਰੋਤਿਆਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਰੇ ਕਾਲਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ, ਸਾਡੇ ਪ੍ਰੋਗਰਾਮ ਨੂੰ ਪੂਰੀ ਤੀਬਰਤਾ ਦੇ ਨਾਲ ਸੁਣਿਆ ਔਰ ਉਸ ਤੇ ਆਪਣੇ ਕਮੈਂਟਸ ਵੀ ਦਿੱਤੇ ਹੈ। ਸੋ ਹੁਣ ਸਮਾਂ ਹੋ ਗਿਆ ਹੈ ਪ੍ਰੋਗਰਾਮ ਦੀ ਸਮਾਪਤੀ ਦਾ। ਮੈਨੂੰ ਬਲਦੇਵ ਸਿੰਘ ਭਾਮ ਨੂੰ ਵੀ ਦਿਓ ਇਜਾਜ਼ਤ। ਕੱਲ ਨੂੰ ਕਿਸੇ ਹੋਰ ਸ਼ਖਸੀਅਤ ਦੇ ਨਾਲ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ ਨਵਾਂ ਵਿਸ਼ਾ ਲੈ ਕੇ ਤੁਹਾਡੇ ਹਾਜ਼ਰ ਹੋਵਾਂਗੇ, ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ, ਗੱਲਾਂ ਬਾਤਾਂ ਕਰਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਜਿਉਂਦੇ ਵਸਦੇ ਰਹੋ ਜੀ।